ਅੱਛਾ ਫਨਿੰਦਰ ਫਨਿੰਦਰ ਕਈ ਸਿੰਧ ਦਾ ਮਤਲਬ ਸਮੁੰਦਰ। ਸਮੁੰਦਰ ਕਾਹਦਾ ਗਿਆਨ ਦਾ। ਸਮੁੰਦਰ ਗਿਆਨ ਦਾ ਹੀ ਹੋ ਸਕਦਾ ਹੈ, ਹੋਰ ਕਾਹਦਾ ਹੋਵੇ। ਗਿਆਨ ਦਾ ਸਾਗਰ ਹੈ। ਕਹਿੰਦੇ ਨਹੀਂ ਕਿ ਤੇਰੀ ਬੂੰਦ ਕੇ ਪਿਆਸੇ ਹਮ। ਕਈ ਇੰਨਾ ਗਿਆਨ ਹੈ ਉਹਨਾਂ ਕੋਲ ਸ਼ਾਸਤਰਾਂ ਦਾ, ਮੈਨੂੰ ਸਮੁੰਦਰ ਹੀ ਹੈ ਅੰਦਰ। ਪਰ ਇੱਕ ਮਤਲਬ ਇਹ ਆ ਉਹਨਾਂ ਨੂੰ ਹੰਕਾਰ ਵੀ ਇੰਨਾ। ਹਾਥੀ ਦਾ ਕੀ ਹੰਕਾਰ, ਪਹਾੜ ਜਿੱਡਾ ਹੰਕਾਰ। ਕਈ ਬਿੰਦ ਨਗਿੰਦਰ। ਬਿੰਦ ਹੁੰਦਾ ਵਿੰਧਿਆ ਚਲ ਪਰਬਤ, ਪਹਾੜ ਜਿੱਡਾ ਹਾਥੀ ਦਾ ਹੁੰਦਾ ਸਭ ਤੋਂ ਵੱਡਾ ਯਾਰ। ਨਗਿੰਦਰ ਹੁੰਦਾ ਹਾਥੀ, ਤੇ ਹਾਥੀ ਵੀ ਏਡਾ ਆਇਆ ਕਿ ਪਹਾੜਾਂ ਜਿੱਡਾ, ਜਿਵੇਂ ਉਹਦੇ ਚ ਆਇਆ ਚੰਡੀ ਚਿੱਤਰ ਚ, ਚੰਡੀ ਦੀ ਵਾਰ ਚ। ਬਹੁਤ ਵੱਡਾ ਹੰਕਾਰੀ ਹੋਵੇ, ਜੇ ਗਿਆਨ ਜ਼ਿਆਦਾ ਤਾਂ ਹੰਕਾਰ ਵੀ ਉੱਡੇ ਜ਼ਿਆਦਾ। ਕਹਿਣ ਦਾ ਮਤਲਬ ਹੈ ਜਿਹੜੇ ਸ਼ਾਸਤਰਾਂ ਦਾ ਗਿਆਨ ਹੈ ਗੁਰਮਤਿ ਬਿਨਾਂ, ਉਹਦਾ ਹੰਕਾਰ ਹੁੰਦਾ ਹੀ ਹੁੰਦਾ। ਇਸ ਕਰਕੇ ਇਹ ਗਿਆਨ ਕਣਕਾ ਹੁੰਦਾ, ਕਣਕਾ ਕਹਿੰਦੇ ਨੇ। ਗੁਰਮਤਿ ਦਾ ਗਿਆਨ ਨਾ ਹੁੰਦਾ ਹੀ ਕਣਕਾ। ਇਹ ਤਾਂ ਛੱਡੀ ਜਾਈਦਾ ਬਾਕੀ ਗਿਆਨ। ਇਹ ਤਾਂ ਇੱਕ ਖਿਣ ਦੇ ਦਰਸ਼ਨ ਵਾਲੀ ਗੱਲ ਰਹਿ ਜਾਂਦੀ ਹੈ ਬਸ। ਬਾਕੀ ਤਾਂ ਸਾਰੇ ਖੰਡਣੇ ਕੀਤੇ ਨੇ ਗਿਆਨ। ਇੱਕ ਆਦਮੀ ਨੂੰ ਇੱਕ ਗੱਲ ਦਾ ਗਿਆਨ ਕਰਾਉਣਾ ਕਿ ਤੂੰ ਕੀ ਹੈ। ਸਰੀਰ ਬਾਰੇ ਨਹੀਂ ਗਿਆਨ ਕਰਾਉਣਾ, ਉਹਦੇ ਬਾਰੇ। ਸੰਸਾਰ ਬਾਰੇ ਨਹੀਂ ਗਿਆਨ ਕਰਾਉਣਾ। ਸੰਸਾਰ ਬਾਰੇ ਤਾਂ ਜਿਹੜੇ ਸੰਸਾਰ ਦਾ ਪ੍ਰਭਾਵ ਪੈਂਦਾ ਉਗੜ ਨੇ, ਉਹੀ ਗਿਆਨ ਕਰਾਉਣਾ ਸੰਸਾਰ ਬਾਰੇ। ਨਹੀਂ ਸਾਇੰਸ ਐਨੀ ਬਥੇਰੀ ਹੈ, ਕੋਈ ਵਿਸ਼ਾ ਨਹੀਂ ਟੱਚ ਕੀਤਾ ਹੋਇਆ। ਜੀ ਜੰਤ ਜਿੰਨੇ ਨੇ ਸਾਰਿਆਂ ਨੂੰ, ਉਹ ਤਾਂ ਗੁਰੂ ਤਾਂ ਸਾਰਿਆਂ ਨੂੰ ਗਿਆਨ ਦਿੰਦਾ। ਇਸ ਕਰਕੇ ਗੁਰੂ ਨਹੀਂ ਹੈ, ਗੁਰਦੇਵ ਵਾਲਾ ਗਿਆਨ ਹੈ ਸਾਡੇ ਕੋਲ। ਗੁਰਦੇਵ ਕਹਿੰਦੇ ਨੇ ਇਹਨੂੰ, ਗੁਰੂ ਨਹੀਂ ਕਹਿੰਦੇ। ਗੁਰੂ ਤਾਂ ਪੂਰੇ ਦਾ ਨਾਮ ਹੈ ਜਿਹੜਾ ਸ਼ਬਦ ਸਿੱਧਾ ਹੁੰਦਾ, ਉਹ ਜੋ ਸਾਰਿਆਂ ਨੂੰ ਗਿਆਨ। ਜਿਹੜਾ ਬਿਨਾਂ ਕੰਨਾਂ ਦੇ ਸੁਣਨ ਵਾਲਾ ਹੈ ਨਾ, ਉਹ ਗੁਰੂ ਹੈ। ਉਹ ਸਭ ਖਾਤਰ ਇੱਕੋ ਹੀ ਹੈ। ਜਿਵੇਂ ਜਿਹੜੀ ਇਲੈਕਟ੍ਰੀਸਿਟੀ ਆਉਂਦੀ ਹੈ ਇਹਦੇ ਵਿੱਚ, ਤਾਰ ਵਿੱਚ, ਉਹਦੇ ਨਾਲ ਤੁਸੀਂ ਕੁਝ ਕਰ ਲਓ। ਮੋਟਰ ਚਲਾ ਲਓ, ਚਾਹੇ ਲਾਈਟ ਚਲਾ ਲਓ, ਚਾਹੇ ਪ੍ਰੈਸ ਚਲਾ ਲਓ, ਗਰਮ ਕਰ ਲਓ, ਹੀਟਰ ਚਲਾ ਲਓ, ਉਹ ਤਾਂ ਇੱਕੋ ਹੀ ਚੀਜ਼ ਆਉਂਦੀ ਹੈ ਨਾ। ਕੰਮ ਦੇ ਵੱਖਰੇ ਵੱਖਰੇ ਹੈਗੇ ਨੇ। ਇਵੇਂ ਜਿਹੜਾ ਉਹ ਗਿਆਨ ਹੈ ਨਾ, ਸ਼ਬਦ ਹੈ ਉਹ ਬਿਨਾਂ ਕੰਨਾਂ ਤੇ ਸੁਣਨ ਵਾਲਾ, ਉਹ ਸਾਰੇ ਜੀ ਜੰਤ ਨੂੰ ਇੱਕੋ ਹੀ ਹੈ। ਉਹਦੀ ਭਾਸ਼ਾ ਸਾਰੇ ਸਮਝਦੇ ਨੇ, ਉਹ ਸਾਰਿਆਂ ਦੀ ਭਾਸ਼ਾ ਹੈ। ਆਹ ਜਿਹੜੀ ਭਾਸ਼ਾ ਹੈ ਨਾ ਸਾਨੂੰ ਦਿੱਤੀ ਹੋਈ, ਇਹ ਆਦਮੀ ਦੀ ਭਾਸ਼ਾ ਹੈ, ਜਾਨਵਰ ਨਹੀਂ ਸਮਝਦੇ। ਇਹ ਆਦਮੀ ਦਾ ਬੋਲਿਆ ਹੋਇਆ ਗਿਆਨ ਹੈ ਸਾਡੇ ਕੋਲ ਜਿਹੜਾ ਹੈ। ਇਹ ਤਾਂ ਆਦਮੀ ਦਾ ਬੋਲਿਆ ਹੈ, ਉਹ ਪਰਮੇਸ਼ਰ ਦਾ ਸਿੱਧਾ ਬੋਲਿਆ ਹੋਇਆ। ਉਹ ਪਰਮੇਸ਼ਰ ਦਾ ਸਿੱਧਾ ਬੋਲਿਆ ਹੋਇਆ, ਆਦਮੀ ਦਾ ਬੋਲਿਆ ਹੈ। ਆਦਮੀ ਵਾਸਤੇ ਬੋਲਿਆ ਹੈ, ਜਾਨਵਰਾਂ ਵਾਸਤੇ ਨਹੀਂ ਬੋਲਿਆ ਹੋਇਆ, ਪਸ਼ੂ ਪੰਛੀਆਂ ਵਾਸਤੇ ਨਹੀਂ ਬੋਲਿਆ ਹੋਇਆ, ਬਿਰਖਾਂ ਸਤਾਵਰਾਂ ਵਾਸਤੇ ਨਹੀਂ ਬੋਲਿਆ ਹੋਇਆ। ਉਹ ਤਾਂ ਧਰਤੀ ਜੜ ਕੀ ਚੇਤਨ ਸਭ ਵਾਸਤੇ। ਪੈ ਵਿੱਚ ਧਰਤੀ ਦੱਬੀ ਭਾਰ, ਤਾਂ ਧਰਤੀ ਵੀ ਉਹਦੇ ਪੈ ਦੇ ਵਿੱਚ ਹੈ, ਹੁਕਮ ਦੇ ਵਿੱਚ ਹੈ। ਧਰਤੀ ਸਮਝਦੀ ਨਹੀਂ ਹੈ। ਧਰਤੀ ਵੀ ਸਮਝ ਕੇ ਨਹੀਂ ਹੈ, ਉਹ ਫੋਰਸ ਵਿੱਚ ਰੱਖੀ ਹੋਈ ਹੈ। ਜਿਵੇਂ ਰਿਮੋਟ ਹੈ, ਰਿਮੋਟ ਦੇ ਨਾਲ ਅਸੀਂ ਚਲਾ ਲੈਂਦੇ ਹਾਂ ਕੋਈ ਵੀ ਚੀਜ਼। ਉਹ ਸਾਡੇ ਹੁਕਮ ਵਿੱਚ ਥੋੜ੍ਹੀ ਹੈ। ਰਿਮੋਟ ਦੀ ਸ਼ਕਤੀ ਹੋਰ ਚੀਜ਼ ਆ। ਉਹ ਇਹ ਰਿਮੋਟ ਕੰਟਰੋਲ ਚੀਜ਼ਾਂ ਨੇ, ਜਿੰਨੀਆਂ ਜੜ੍ਹਾਂ ਰਿਮੋਟ ਨਾਲ ਚੱਲਦੀਆਂ ਨੇ। ਜਿਹੜੀ ਚੇਤਨ ਹੈ ਉਹ ਹੋਰ ਚੀਜ਼ ਨਾਲ ਚੱਲਦੀ ਹੈ, ਜਿਹੜੀ ਰਿਮੋਟ ਨਾਲ ਚੱਲਦੀ ਉਹ ਜੜ ਹੈ। ਜਿਵੇਂ ਰਿਮੋਟ ਨਾਲ ਸਾਡੇ ਵੀ ਚੱਲਦੇ ਨੇ, ਉਹ ਰਿਮੋਟ ਕੰਟਰੋਲਰ ਨੇ। ਇੱਕ ਦੂਏ ਨੱਥ ਨਾਲ ਚੱਲਦੇ ਨੇ। ਰਿਮੋਟ ਨੱਥ ਨਹੀਂ ਹੈ, ਉਹ ਹੋਰ ਚੀਜ਼ ਹੈ। ਰਿਮੋਟ ਨੱਥ ਨਹੀਂ ਹੈ। ਚੇਤਨ ਚੱਲਦਾ, ਚੇਤਨ ਪ੍ਰੇਰੇ ਤੇ ਚੱਲਦਾ, ਉਹ ਕੰਟਰੋਲ ਨਾਲ ਚੱਲਦਾ। ਉਹ ਕੰਟਰੋਲ ਨਾਲ ਚੱਲਦਾ, ਇਹ ਪ੍ਰੇਰੇ ਤੇ ਚੱਲਦਾ। ਇਹਨੂੰ ਪ੍ਰੇਰਣਾ, ਚੇਤਨ ਨੂੰ ਪ੍ਰੇਰਣਾ ਹੀ ਹੁੰਦੀ ਹੈ। ਜਿਵੇਂ ਮਰਜ਼ੀ ਉਹ ਤੇ ਕਰਾ ਲੈਣ, ਇਹ ਤਾਂ ਕਰਾਉਂਦਾ ਉਹ ਆਪਣੀ ਮਰਜ਼ੀ ਨਾਲ। ਉਹ ਕਰਦੇ ਨੇ ਬੰਨੇ ਹੋਏ। ਉਹਦੀ ਇੱਛਾ ਸ਼ਕਤੀ ਨਾਲ ਕੰਮ ਕਰਦੇ ਨੇ।
ਉਹ ਇੱਛਾ ਸ਼ਕਤੀ ਕੰਮ ਕਰਦੀ ਹੈ ਉੱਥੇ, ਇੱਥੇ ਇੱਛਾ ਸ਼ਕਤੀ ਨਹੀਂ ਕੰਮ ਕਰਦੀ, ਇੱਥੇ ਉਹਦੀ ਮਰਜ਼ੀ ਕੰਮ ਕਰਦੀ ਹੈ। ਸਾਡੇ 'ਚ ਚੇਤਨਾ ਵਿੱਚ ਉਹਦੀ ਮਰਜ਼ੀ ਕੰਮ ਕਰਦੀ ਹੈ, ਇੱਛਾ ਸ਼ਕਤੀ ਸਾਡੀ ਕੰਮ ਕਰਦੀ ਹੈ। ਇੱਥੇ ਉਹਦੀ ਮਰਜ਼ੀ, ਇੱਛਾ ਸ਼ਕਤੀ ਸਾਡੀ ਇੱਛਾ ਹੀ ਹੁੰਦੀ ਹੈ ਨਾ ਕੋਈ ਕਰਨ ਦੀ, ਤਾਂ ਹੀ ਕਰਦੇ ਨੇ ਉੱਠ ਕੇ, ਮਰਜ਼ੀ ਉਹਦੀ ਹੈ। ਪਰ ਇੱਥੇ ਦੋਵਾਂ ਦੀ ਰਲੀ ਮਿਲੀ ਹੈ ਗੱਲ, ਤਾਂ ਹੀ ਤਾਂ ਪੁੰਨ ਪਾਪ ਨੂੰ ਮੰਨੀ ਜਾਂਦੇ ਨੇ ਲੋਕ। ਕਰਨ ਵਾਲੇ ਦੀ ਮਰਜ਼ੀ ਹੈ, ਉੱਥੇ ਜੜ ਦੇ ਵਿੱਚ ਮਰਜ਼ੀ ਹੁੰਦੀ ਹੋਈ ਨਹੀਂ। ਜੜ ਵਸਤੂ 'ਚ ਕੋਈ ਮਰਜ਼ੀ ਵਾਲੀ ਗੱਲ ਨਹੀਂ ਹੁੰਦੀ। ਉਹ ਤਾਂ ਹੁਣ ਗੱਡੀ ਦੇ ਸੈੱਲ ਮਾਰਦੇ ਉਹਨੂੰ ਵਿਚਾਰੇ ਨਹੀਂ ਚੱਲਣਾ, ਉੱਥੇ ਮਰਜ਼ੀ ਵਾਲੀ ਕਿਹੜੀ ਗੱਲ ਹੈ? ਉੱਥੇ ਮਰਜ਼ੀ ਵਾਲੀ ਕੋਈ ਗੱਲ ਨਹੀਂ। ਇੱਥੇ ਅਸੀਂ ਭੁੱਖੇ ਵੀ ਕੰਮ ਕਰ ਸਕਦੇ, ਸਰੀਰ ਤੋਂ ਕੰਮ ਲੈ ਸਕਦੇ ਹਾਂ। ਉੱਥੇ ਤੇਲ ਮੁੱਕਿਆ ਜਦੇ ਖੜ ਜਾਣਾ, ਉਹਨੇ ਹਵਾ ਲੈ ਗਈ ਜਦੇ ਖੜ ਜਾਣਾ। ਉੱਥੇ ਨਹੀਂ ਕੋਈ ਮਰਜ਼ੀ ਵਾਲੀ ਗੱਲ ਚੱਲਦੀ। ਇਹ ਹੋਰ ਚੀਜ਼ ਆ, ਹੋਰ ਚੀਜ਼ ਚੱਲਦੇ ਦੋਵੇਂ ਨੇ ਪੈ ਦੇ ਵਿੱਚ, ਪਰ ਹੋਰ ਕਿਸਮ ਦੀ ਪਾਇਆ ਹੈ, ਹੋਰ ਕਿਸਮ ਦੀ ਪਾਇਆ। ਦੋਹਾਂ ਨੂੰ ਜਿਹੜੇ ਇੱਕ ਸਮਝਦੇ ਨੇ ਉਹਨੂੰ ਸਮਝ ਨਹੀਂ ਹੈ। ਦੋਹਾਂ ਨੂੰ ਇੱਕ ਸਮਝਣਾ ਬੇਸਮਝ ਦੀ ਗੱਲ ਹੈ। ਕਈ ਮੱਛ ਕੱਛ ਫਨਿੰਦਰ, ਕਈ ਮੱਛ ਕੱਛ ਫਨਿੰਦਰ। ਮੱਛ ਕੱਛ ਕੌਣ ਨੇ? ਗਾਹਾਂ ਆ ਜਾਣੇ ਨੇ ਜਿਹੜੇ ਪਾਣੀ 'ਚ ਬੈਠ ਕੇ ਹੀ ਸਾਰਾ ਦਿਨ ਵਾਲਾ ਫੇਰਦੇ ਨੇ ਨਾ, ਰਾਤ ਦਿਨ ਰਾਤ, ਉਹ ਮੱਛ ਕੱਛ ਨੇ। ਆਦਮੀ ਹੁੰਦੇ ਹੋਏ ਵੀ ਜਲ ਵਿੱਚ ਬੈਠ ਕੇ ਭਗਤੀ ਕਰਦੇ ਨੇ ਜਿਹੜੇ ਪਾਣੀ 'ਚ ਬੈਠ ਕੇ ਆਦਮੀ, ਉਹ ਮੱਛ ਕੱਛ ਦੇ ਅਵਤਾਰ ਦੇ ਜਿਹੜੇ ਅਵਤਾਰ ਮੰਨੇ ਨੇ ਨਾ, ਮੱਛ ਕੱਛ ਅਵਤਾਰ, ਉਹਨਾਂ ਦੇ ਸੇਵਕ ਨੇ ਉਹ ਮੱਛ ਕੱਛ। ਉਹ ਤਾਂ ਮੱਛ ਕੱਛ ਜਿਹੜੇ ਸੀਗੇ ਸੀ, ਪਤਾ ਨਹੀਂ ਕੀ ਸੀ ਕੀ ਨਹੀਂ ਸੀ, ਮੱਛ ਕੱਛ ਉਹਨਾਂ ਦੇ ਨਾਂ ਨੇ। ਪਰ ਇਹ ਮੱਛ ਕੱਛ ਇਹ ਮੰਨ ਕੇ ਪਾਣੀ 'ਚ ਬੈਠ ਕੇ ਭਗਤੀ ਕਰਦੇ ਨੇ। ਇੱਕ ਪਾਣੀ 'ਚ ਬੈਠ ਕੇ ਮੱਛ ਕੱਛ ਜਿਹੜੇ ਭਗਤੀ ਕਰਦੇ ਨੇ, ਮੱਛ ਕੱਛ ਨੇ। ਜਿਹੜੇ ਭੋਰਿਆਂ 'ਚ ਬੈਠ ਕੇ ਕਰਦੇ ਨੇ, ਉਹ ਫਰਿੰਦਰ ਨੇ, ਸੱਪ ਨੇ। ਖੱਟ 'ਚ ਨਹੀਂ ਵੜਦਾ ਸੱਪ, 4 ਮਹੀਨੇ ਬਾਹਰ ਨਿਕਲਣੇ ਨਹੀਂ ਸੱਪ, ਖਾਣਾ ਵੀ ਨਹੀਂ, ਕੁਛ ਮਿੱਟੀ ਖਾਈ ਜਾਣੀ ਹੈ। ਉਹ ਜਿਹੜੇ ਭੋਰਿਆਂ 'ਚ ਬੈਠ ਕੇ ਭਗਤੀ ਕਰਦੇ ਨੇ, ਉਹਨਾਂ ਫਰਿੰਦਰ ਨੇ। ਸਮਝਿਆ ਨਹੀਂ? ਇਹ ਇਸ ਤਰੀਕੇ ਨਾਲ ਹੈ ਸਾਰੇ ਬੰਦੇ। ਉਹ ਕਰਦੇ ਕੀ ਨੇ, ਕੀ ਸੁਭਾਅ ਹੈ ਉਹਨਾਂ ਦਾ? ਹੁਣ ਜਿਹੜਾ ਖੜ ਜਾਓ ਨਿਕਲਣਾ ਨਹੀਂ ਜਿਹਨੇ, ਆਦਮੀ ਹੈ ਤੂੰ ਖੜ ਜਗਾ ਬੜਿਆ ਬੈਠਾ। ਖੜ ਤਾਂ ਜਦ ਸੱਪ ਸੀਗਾ ਬੜਿਆ ਹੋਇਆ ਸੀ, ਜਦ ਕਹਿੰਦਾ ਮੇਰਾ ਖੜਾ ਜਿਹੜਾ ਮੈਨੂੰ ਆਦਮੀ ਬਣਾ। ਹੁਣ ਆਦਮੀ ਤਾਂ ਫਿਰ ਖੜ 'ਚ ਵੜ ਗਿਆ, ਭੋਰੇ 'ਚ ਵੜ ਗਿਆ। ਇਸ ਕਰਕੇ ਉਹਨੂੰ ਟਾਂਚ ਮਾਰੀ ਹੋਈ ਹੈ ਨਾ ਲੋਕਾਂ ਨੂੰ। ਹੋਰ ਕੋਈ ਮੱਛ ਕੱਛ, ਬਾਕੀ ਭਗਤੀ ਨਾਲ ਮੱਛ ਕੱਛ ਦਾ ਕੀ ਅਵਤਾਰ, ਸੱਪ ਦਾ ਕੀ ਮਤਲਬ ਮੱਛ ਕੱਛ ਨਾਲ? ਇਹ ਤਾਂ ਆਦਮੀ ਨੇ ਹੈ ਜੇ। ਅੱਗੇ ਆਉਣਗੇ ਨੰਗੇ ਪੈਰੀ ਜਿਹੜੇ ਚੱਲਦੇ ਨੇ, ਕਹਿੰਦੇ ਬਣਕਾ ਜਿਹੜੇ ਮਿਰਗ ਨੇ ਨੰਗੇ ਪੈਰੀ, ਬਾਦਰ ਨੇ ਨੰਗੇ ਪੈਰੀਂ ਚੱਲਦੇ ਨੇ। ਇਸ ਕਰਕੇ ਜਾਨਵਰਾਂ ਨਾਲ ਇਹਨਾਂ ਨੂੰ ਤੁਲਨਾ ਕੀਤੀ ਹੋਈ ਹੈ ਜਿਹੜੇ ਕੰਮ ਕਰਦੇ ਨੇ ਲੋਕ। ਭਗਤੀ ਦੇ ਨਾਂ ਤੇ ਕਰਦੇ ਨੇ, ਭਗਤੀ ਨਹੀਂ ਹੈ, ਬੁੱਧੀਹੀਨਤਾ ਹੈ। ਇਹ ਜੂਨੀਅਰ ਤਾਂ ਤੂੰ ਭੁਗਤ ਕੇ ਆਇਆ ਹੈ। ਬਾਦਰ ਨੂੰ ਕਿਹੜਾ ਬੂਟ ਲੈ ਕੇ ਦਿੰਦਾ ਪਾਉਣ ਨੂੰ? ਨੰਗੇ ਪੈਰੀਂ ਫਿਰਦਾ ਵਿਚਾਰਾ। ਕਈ ਦੇਵ ਆਦਿ ਕੁਮਾਰ, ਕਈ ਦੇਵ ਆਦਿ ਕੁਮਾਰ ਨੇ, ਦੇਵਤੇ ਨੇ। ਔਰ ਉਹਨਾਂ 'ਚ ਆਦਿ ਕੁਮਾਰ ਵੀ ਨੇ। ਉਹ ਆਦਿ ਕੁਮਾਰ ਉਹ ਹੁੰਦੇ ਨੇ ਜਿਹੜੇ ਗਿਆਨੀ ਹੁੰਦੇ ਨੇ। ਉਹਨਾਂ 'ਚ ਉਹਨਾਂ ਨੂੰ ਕਥਾ ਵਾਰਤਾ ਸੁਣਾਉਣ ਵਾਲੇ, ਉਹ ਕਹਿੰਦੇ ਨੇ ਇਹਨਾਂ ਨੂੰ ਵੀ ਬ੍ਰਹਮਾ ਦਾ ਅਵਤਾਰ ਹੈ ਜੀ। ਜਿਹੜੇ ਦੇਵਤਿਆਂ ਨੂੰ ਕਥਾ ਵਾਰਤਾ ਸੁਣਾਉਂਦੇ ਨੇ ਨਾ, ਜਿਵੇਂ ਸੰਤ ਇੱਥੇ ਸੁਣਾਉਂਦੇ ਨੇ ਹਿੰਦੂਆਂ ਦੇ, ਉਹ ਸ੍ਰੇਸ਼ਟ ਮੰਨਦੇ ਨੇ ਉਹਨੂੰ। ਦੇਵਤੇ ਬਹਿ ਕੇ ਉਹਨਾਂ ਤੋਂ ਸੁਣਦੇ ਨੇ, ਕੁਛ ਗ੍ਰੰਥ ਸੁਣਦੇ ਨੇ, ਸਿੱਖਿਆ। ਉਹ ਆਦਿ ਕੁਮਾਰ ਕਹਿੰਦੇ ਨੇ ਉਹਨਾਂ ਨੂੰ। ਉਹ ਕਈ ਕ੍ਰਿਸ਼ਨ ਵਿਸ਼ਨ ਅਵਤਾਰ, ਕਈ ਕ੍ਰਿਸ਼ਨ ਵਿਸ਼ਨ ਅਵਤਾਰ ਨੇ ਬਣੇ ਫਿਰਦੇ। ਜਿਹੜਾ ਕ੍ਰਿਸ਼ਨ ਦਾ ਭਗਤ ਹੈ, ਉਹ ਕ੍ਰਿਸ਼ਨ ਨੇ ਸਮਝਿਆ ਆਪਣੇ ਆਪ ਨੂੰ। ਜਿਵੇਂ ਖਾਲਸਾ ਪਰਮੇਸ਼ਰ ਦਾ ਨਾਮ ਹੈ ਖਾਲਸਾ। ਦਸਮ ਪਾਤਸ਼ਾਹ ਆਪਣੇ ਆਪ ਨੂੰ ਵੀ ਖਾਲਸਾ ਕਹਿੰਦੇ ਨੇ। ਔਰ ਖਾਲਸਾ ਜਿਹੜਾ ਸਿੰਘ ਨੇ, ਉਹ ਆਪਣੇ ਆਪ ਨੂੰ ਖਾਲਸਾ ਕਹਿੰਦੇ ਨੇ। ਕਿ ਜੈਸਾ ਭਾਵੇ, ਜੈਸਾ ਸੇਵੇ ਤੈਸਾ ਹੋਏ। ਜੇ ਖਾਲਸਾ ਮੰਨ ਕੇ ਅਸੀਂ ਉਹਨੂੰ ਸੇਵਾਂਗੇ ਤਾਂ ਆਪੇ ਵੀ ਖਾਲਸੇ ਹੋ ਜਾਵਾਂਗੇ। ਜਿਹੜੇ ਕ੍ਰਿਸ਼ਨ ਮੰਨ ਕੇ ਸੇਵਦੇ ਨੇ, ਉਹ ਆਪ ਵੀ ਕ੍ਰਿਸ਼ਨ ਨੇ। ਜਿਹੜੇ ਸ਼ਿਵ ਮੰਨ ਕੇ ਸੇਵਦੇ ਨੇ, ਉਹ ਆਪ ਵੀ ਸ਼ਿਵ ਨੇ। ਜੇ ਵਿਸ਼ਨੂੰ ਮੰਨ ਕੇ ਸੇਵਦੇ ਨੇ, ਆਪ ਵੀ ਵਿਸ਼ਨ ਨੇ।
ਵਿਸ਼ਨ ਭਗਤ ਵਿਸ਼ਨੇ ਹੁੰਦਾ, ਕ੍ਰਿਸ਼ਨ ਭਗਤ ਕ੍ਰਿਸ਼ਨ ਹੁੰਦਾ। ਜੈਸਾ ਸੇਵੇ ਤੈਸਾ ਹੋਇਆ ਨਾ। ਕਈ ਕ੍ਰਿਸ਼ਨ ਵਿਸ਼ਨ ਅਵਤਾਰ। ਕਈ ਕ੍ਰਿਸ਼ਨ ਵਿਸ਼ਨ ਦੇ ਪੁਜਾਰੀ ਨੇ ਜਿਹੜੇ ਸੇਵਦੇ ਨੇ, ਉਹ ਅਵਤਾਰ ਉਹਦੇ ਨੇ, ਕਿਉਂਕਿ ਉਹਨੂੰ ਪ੍ਰੋਜੈਕਟ ਕਰਦੇ ਨੇ ਕ੍ਰਿਸ਼ਨ ਨੂੰ। ਐਸਾ ਹੋਇਆ ਉਹਦੀ ਯਾਦ ਦਿਲਾਉਂਦੇ ਨੇ, ਤਾਜ਼ਾ ਰੱਖਦੇ ਨੇ ਉਹਦੀ ਯਾਦ ਨੂੰ। ਉਹ ਅਵਤਾਰ ਨੇ ਉਹਦੇ। ਕਿਸੇ ਦੀ ਪਹਿਲੀ ਯਾਦ ਨੂੰ ਤਾਜ਼ਾ ਕਰਨ ਵਾਲਾ ਉਹਦਾ ਅਵਤਾਰ ਹੁੰਦਾ। ਦੇਖੋ, ਅਵਤਾਰ ਕਾਪੀ ਹੁੰਦੀ ਹੈ, ਅਵਤਾਰ ਅਸਲੀ ਨਹੀਂ ਹੁੰਦਾ। ਪਹਿਲਾਂ ਕੁਝ ਹੋਰ ਸੀ, ਉਹਦਾ ਅਵਤਾਰ ਹੈ, ਉਹਦਾ ਸੈਕੰਡ ਫਾਰਮ ਹੈ, ਉਹਦੀ ਕਾਪੀ ਹੈ ਉਹਦੀ। ਕਈ ਇੰਦਰ ਬਾਰ ਬਹਾਰ। ਕਈ ਇੰਦਰ ਨੇ, ਉਹ ਕੀ ਨੇ? ਝਾੜੂ ਮਾਰਨ ਵਾਲੇ। ਉਹ ਦਰਵਾਜ਼ੇ ਤੇ ਝਾੜੂ ਮਾਰਨ ਵਾਲੇ ਨੇ। ਬਾਹਰ ਹੁੰਦਾ ਦਰਵਾਜ਼ਾ, ਦਰਵਾਜ਼ੇ ਦੇ ਸੇਵਾਦਾਰ ਨੇ। ਸੇਵਾਦਾਰ ਝਾੜੂ ਮਾਰਨ ਵਾਲੇ, ਲੋਕਾਂ ਨੂੰ ਗਲਤ ਕੰਮਾਂ ਤੋਂ ਰੋਕਣ ਵਾਲੇ। ਜਿਹੜਾ ਰਾਜਾ ਗਲਤ ਕੰਮਾਂ ਤੋਂ ਰੋਕਦਾ ਨਾ, ਉਹਨਾਂ ਦੇ ਅੰਦਰ ਝਾੜੂ ਮਾਰਦਾ ਵੀ ਗਲਤ ਕੰਮ ਨਾ ਕਰਨ। ਉਹ ਜਿਹੜੀ ਉੱਥੇ ਆਈ ਸੀ ਨਾ ਦੇਵੀ ਝਾੜੂ ਮਾਰਦੀ, ਉਹ ਇਸੇ ਕਰਕੇ ਕਹਿੰਦੇ ਨੇ ਨਾ, ਗੁਰਮਤਿ ਵੀ ਸਾਡਾ ਅੰਦਰ ਸਾਫ਼ ਹੈ ਕਰਦੀ ਹੈ। ਕਿਸੇ ਨੂੰ ਚੰਗੇ ਪਾਸੇ ਲਾਉਣਾ, ਚਾਹੇ ਰਾਜਾ ਆਪਣੇ ਰੋਹ ਨਾਲੇ ਲਾਉਂਦਾ, ਉਹਦੇ ਹਿਰਦੇ ਨੂੰ ਕਾਨੂੰਨੀ ਤੌਰ ਤੇ ਸ਼ੁੱਧ ਕਰਨਾ, ਕਾਨੂੰਨੀ ਤੌਰ ਤੇ ਉਹਨੂੰ ਮਤਲਬ ਠੀਕ ਕਰਨਾ, ਫੋਰਸ ਨਾਲ ਠੀਕ ਕਰਨਾ, ਉਹ ਵੀ ਉਹਦਾ ਝਾੜੂ ਮਾਰਨਾ ਹੀ ਹੈ। ਉਹਦੇ ਅੰਦਰ ਜਿਹੜੀ ਗੰਦਗੀ ਆ ਉਹਨੂੰ ਦੂਰ ਕਰਨਾ। ਕਈ ਵੇਦ ਔਮੁਖਚਾਰ। ਕਈ ਵੇਦ ਜਿਹੜਾ ਲਫ਼ਜ਼ ਹੈ, ਵੇਦ ਅਸਲ ਦੇ ਵਿੱਚ ਗ੍ਰੰਥ ਦਾ ਨਾਮ ਵੇਦ ਨਹੀਂ ਹੈ। ਗ੍ਰੰਥ ਦਾ ਨਾਮ ਵੇਦ ਬਾਅਦ ਚ ਪੈ ਗਿਆ। ਜਿਵੇਂ ਜਿਹੜਾ ਗੁਰੂ ਆ ਚੇਤਨ ਹੈ, ਗੁਰੂ ਦਾ ਪਰਮੇਸ਼ਰ ਹੈ, ਗੁਰੂ ਦਾ ਪਰਮੇਸ਼ਰ ਹੈ। ਫਿਰ ਉਹ ਤੋਂ ਜੋ ਮਿਲਦਾ ਗਿਆਨ ਉਹਦਾ ਨਾਮ ਗੁਰੂ ਪੈ ਗਿਆ। ਗਿਆਨ ਗੁਰੂ ਜੜ ਹੋ ਗਿਆ ਹੁਣ, ਕਿ ਗੁਰੂ ਤਾਂ ਭੋਜਨ ਹੈ ਨਾ, ਫਿਰ ਗਿਆਨ ਤਾਂ ਭੋਜਨ ਹੈ। ਗਿਆਨ ਭੋਜਨ ਹੈ, ਭੋਜਨ ਤਾਂ ਜੜ ਹੁੰਦਾ, ਫਿਰ ਖਾਣ ਵਾਲੀ ਚੀਜ਼ ਹੈ। ਖਾਂਦਾ ਕੌਣ ਹੈ? ਖਾਂਦਾ ਚੇਤਨ। ਬ੍ਰਹਮ ਗਿਆਨੀ ਦਾ ਭੋਜਨ ਗਿਆਨ। ਜਿਹੜਾ ਗਿਆਨ ਭੋਜਨ ਬ੍ਰਹਮ ਗਿਆਨੀ ਦਾ ਭੋਜਨ। ਇਸੇ ਕਰਕੇ ਕਿਹਾ ਨਾ, ਥਾਲ ਵਿੱਚ ਤਿੰਨੀ ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕਰ ਕਾ ਪਈਓ, ਜਿਸਕਾ ਸਭ ਸੁਧਾਰੋ। ਜੇ ਕੋ ਖਾਵਾ ਜੇ ਕੋ ਪਹੁੰਚੈ, ਤਿਸ ਕਾ ਹੋਇਆ ਧਾਰੋ। ਹੁਣ ਗੁਰਬਾਣੀ ਖਾ ਕੇ ਹਜਮ ਕਰਨ ਵਾਲੀ ਚੀਜ਼ ਹੈ। ਜਿਵੇਂ ਕੋਈ ਚਾਟੀ ਚੱਪਾ ਦਹੀਂ ਪਾ ਕੇ ਰਿੜਕਦੇ ਆ, ਅੰਦਰ ਭੋਜਨ ਵੀ ਤਾਂ ਰਿੜਕੇ ਹੁੰਦਾ, ਉਹ ਜੋ ਤੱਤ ਨਿਕਲਿਆ ਹੁੰਦਾ, ਅੱਡ ਲੱਸੀ ਅੱਡ ਹੋ ਜਾਂਦੀ ਹੈ। ਇਹ ਜੇ ਕੋਈ ਖਾਵੇ ਜੇ ਕੋਈ ਪੁੱਛੇ ਲਿਖਿਆ ਹੈ। ਹੁਣ ਜੇ ਗੁਰੂ ਚੇਤਨ ਹੋਵੇ ਤਾਂ ਖਾਈ ਦਾ ਥੋੜ੍ਹੀ ਹੁੰਦਾ। ਜੇ ਇਸ ਗੁਰੂ ਨੂੰ ਚੇਤਨ ਮੰਨਾਂਗੇ ਤੁਸੀਂ, ਤਾਂ ਉਹ ਖਾਣ ਵਾਲੀ ਚੀਜ਼ ਨਹੀਂ ਹੁੰਦੀ। ਚੇਤਨ ਨੂੰ ਕਿਵੇਂ ਖਾ ਜੂਗਾ ਚੇਤਨ? ਬਸ ਇਹ ਫਰਕ ਨਹੀਂ ਸਿੱਖਾਂ ਨੂੰ ਸਮਝ ਆਉਣ ਵਾਲੀ। ਸੌਖਾ ਨਹੀਂ ਸਮਝ ਆਉਂਦਾ ਹੈ, ਵੈਸੇ ਮੋਟੀ ਗੱਲ ਹੈ। ਅੰਨੇ ਹੋਏ ਤਾਂ ਅੰਨੇ ਹੋਏ ਨੇ, ਤਾਂ ਉਹੀ ਸੁਣਦੇ ਹੀ ਨਹੀਂ। ਗੱਲ ਕੀ ਹੈ? ਚੇਤਨ ਜੜਦੀ, ਇਹਨਾਂ ਨੂੰ ਸਮਝੇ ਨਹੀਂ। ਗਿਆਨ ਜਿਹੜਾ ਗੁਰੂ ਆ, ਚੇਤਨ ਦਾ ਭੋਜਨ ਹੈ। ਗਿਆਨ ਗੁਰੂ ਆਤਮ ਉਪਦੇਸੋ। ਆਤਮ ਉਪਦੇਸ਼ ਦੇ ਵਿੱਚ ਗਿਆਨ ਗੁਰੂ ਹੁੰਦਾ। ਗਿਆਨ ਗੁਰੂ ਕਿਹੜਾ ਗਿਆਨ ਗੁਰੂ ਹੈ? ਜਿਹੜਾ ਆਤਮ ਉਪਦੇਸ਼। ਹੁਣ ਗੁਰਬਾਣੀ ਆਤਮ ਉਪਦੇਸ਼ ਹੈ ਸਾਰਾ। ਆਤਮ ਗਿਆਨ ਹੈ ਜਾਂ ਬ੍ਰਹਮ ਵਿਚਾਰ ਹੈ। ਲੋਕ ਕਹੇ ਇਹ ਗੀਤ ਹੈ ਤਾਂ ਬ੍ਰਹਮ ਵਿਚਾਰ, ਬ੍ਰਹਮ ਦੀ ਵਿਚਾਰ ਕੀਤੀ ਹੋਈ ਹੈ। ਬ੍ਰਹਮ ਕੀ ਹੈ? ਬ੍ਰਹਮ ਬਾਰੇ ਵਿਚਾਰ ਕੀਤੀ ਹੋਈ ਹੈ। ਇਹ ਆਤਮ ਗਿਆਨ ਸਾਰਾ ਆਤਮ ਉਪਦੇਸ਼ ਹੈ। ਆਤਮ ਉਪਦੇਸ਼ ਭੇਸ ਸੰਜਮ ਕੋ ਜਾਪ ਸੋ ਅਜਪਾ ਜਾਪ ਹੈ। ਅਜਪਾ ਜਾਪ ਹੈ, ਇਹ ਉਨੀ ਜਪਿਆ ਜਾਂਦਾ ਮਾਲਾ ਫੜ ਕੇ। ਗੁਰਬਾਣੀ ਨੂੰ ਸਮਝਣਾ ਜਪਾ ਜਾਪ ਹੈ। ਜਪਿਆ ਜਾਂਦਾ ਨਹੀਂ ਹੈ ਜਾਪ। ਇਹ ਅਸਲ ਤੇ ਜਾਪ ਇਹੀ ਹੈ, ਦੂਆ ਜਾਪ ਨਹੀਂ ਹੈ।
ਬਾਰ-ਬਾਰ ਰਟਨ ਕਰਨਾ, ਉਹ ਰਟਨ ਚੀਜ਼ ਹੈ। ਉਹਦਾ ਰਟਨ ਕਰਨਾ, ਤੋਤਾ ਰਟਨ ਕਹਿੰਦੇ ਨੇ। ਜਿਵੇਂ ਸੰਤ ਲੈ ਕੇ ਸ਼ਬਦ ਲੈ ਲਿਆ, ਬਾਰ-ਬਾਰ ਉਹਨੂੰ ਪੜ੍ਹੀ ਜਾਣਾ ਅੰਦਰ, ਉਹ ਜਾਪ ਨਹੀਂ ਹੁੰਦਾ। ਇਹ ਅਜੱਪਾ ਜਾਪ ਹੈ। ਗੁਰਬਾਣੀ ਚੋਂ ਜਾਪ ਪ੍ਰਵਾਨ ਨਹੀਂ ਹੈ, ਉਹ ਹਿੰਦੂ ਮਤ ਦਾ ਜਾਪ ਹੈ। ਉਹ ਜਾਪ ਖੰਡਨ ਕੀਤਾ ਹੋਇਆ। ਗੁਰਬਾਣੀ ਨੇ ਉਹਨੂੰ ਜਾਪ ਨੂੰ ਮੰਨਦੀ ਹੈ। ਉਹ ਜੋ ਪ੍ਰਾਪਤੀ ਕੁਛ ਨਹੀਂ, ਪ੍ਰਾਪਤੀ ਤਾਂ ਹੈ ਜੇ ਵਿਚਾਰੀ ਜਾਵੇ ਬਾਣੀ, ਉਹ ਜੋ ਪ੍ਰਾਪਤੀ ਹੈ। ਸੰਤੋਂ ਮੱਖਣ ਖਾਇਆ, ਛਾਛ ਪੀਏ, ਮੱਖਣ ਜੇ ਕੱਢੋਗੇ ਤਾਂ ਹੀ ਖਾਓਗੇ, ਜੇ ਕੱਢਣਾ ਹੀ ਨਹੀਂ, ਰੜਕਣਾ ਹੀ ਨਹੀਂ, ਖਾਓਗੇ ਕੀ? ਇਹ ਅਜੱਪਾ ਜਾਪ ਕਹਿੰਦੇ ਨੇ। ਤਾਂ ਹੁਣ ਵੇਦ ਕੌਣ? ਤਾਕਾ ਮੂੜ ਉਚਾਰਤ ਭੇਦਾ, ਜਾ ਕੋ ਭੇਪ ਨਾ ਪਾਵਤ ਭੇਦਾ। ਇੱਕ ਤਾਂ ਇਹ ਪੰਕਤੀ ਹੈ ਸਾਡੇ ਕੋਲ। ਹੁਣ ਇਹਦਾ ਵੀ ਉਹ ਅਰਥ ਐਂ ਕਰ ਦਿੰਦੇ ਨੇ ਪੰਡਤ ਕਿ ਜੀ ਜਿਹਦਾ ਵੇਦਾਂ ਨੇ ਭੇਦ ਨਹੀਂ ਪਾਇਆ। ਕੋਈ ਵੇਦਾਂ ਨੇ ਕੀ ਭੇਦ ਪਾਉਣਾ? ਵੇਦ ਤੱਕ ਲਿਖੀ ਹੋਈ ਚੀਜ਼ ਹੈ, ਭੇਦ ਤਾਂ ਲਿਖਣ ਵਾਲੇ ਨੇ ਪਾਉਣਾ ਸੀ। ਵੇਦਾਂ ਨੇ ਭੇਦ ਤਾਂ ਉਹ ਲਿਖਣ ਵਾਲੇ ਨੇ ਭੇਦ ਪਾਇਆ, ਜੋ ਲਿਖਣ ਵਾਲੇ ਨੇ ਭੇਦ ਪਾਇਆ ਉਹ ਲਿਖ ਦਿੱਤਾ। ਹੁਣ ਗ੍ਰੰਥ ਆਪਣੇ ਆਪ ਕੋਈ ਭੇਦ ਪਾ ਲੂ, ਚਲੋ ਇਹ ਵੀ ਛੱਡੋ। ਫਿਰ ਉਹ ਕਹਿੰਦੇ ਜਿਹੜਾ ਵੇਦਾ ਹੈ ਨਾ, ਵੇਦ ਸੁਣੇ, ਇਹ ਸੁਣ, ਇਹਨੂੰ ਸੁਣਦਾ ਹੈ ਵੇਦ ਨੂੰ। ਵੇਦ ਸਮਝਦਾ। ਸੋਹਣੇ ਸਾਹਿਬ ਦੇ ਵਿੱਚ ਪੰਕਤੀ ਹੈ, ਬਈ ਇਹ ਮੇਰੇ ਬਿਸਰ ਕੀ, ਇਹ ਸਮਝਦਾ ਵੇਦ। ਵੇਦ ਸੁਣਦਾ ਹੈ। ਹੁਣ ਸੁਣਦਾ ਤਾਂ ਚੇਤਨ ਨੂੰ ਹੁੰਦਾ। ਸੁਣਦਾਰ ਸਮਝਣਾ ਤਾਂ ਚੇਤਨ ਦਾ ਕੰਮ। ਇਸ ਕਰਕੇ ਜਿਹੜਾ ਵੇਦ ਹੈ, ਹਾਂ, ਸਾਧ ਕੀ ਮਾਮਾ ਵੇਦ ਨਾ ਜਾਣੇ, ਵੇਦ ਨਾ ਜਾਣੇ। ਹੁਣ ਸਾਧ ਕੀ ਮਾਮਾ ਵੇਦ ਨਾ ਜਾਣੇ, ਜਾਣਨਾ ਤਾਂ ਹੁਣ ਚੇਤਨ ਨੇ। ਫਿਰ ਜੇਤਾ ਸੁਣਿਆ ਤੇਤਾ ਬਖਿਆਨ। ਹੁਣ ਇੱਥੇ ਵੇਦ ਨੂੰ ਕੀ ਕਰੋਗੇ ਤੁਸੀਂ? ਸੁਣੇ ਵੀ ਆ ਗਿਆ ਵੇਦ ਵਾਸਤੇ, ਸੁਣੇ ਵੀ ਆ ਗਿਆ ਨਾ ਵੇਦ ਵਾਸਤੇ। ਕੀ ਕਰੋਗੇ ਇੱਥੇ ਤੁਸੀਂ ਜਾ ਕੇ? ਵੇਦ ਸ਼ਬਦ ਚੇਤਨ ਵਾਸਤੇ ਆਇਆ ਹੈ। ਜਿਹੜਾ ਪੋਜ਼ਿਟਿਵ ਮਨ ਹੈ ਉਹਦੇ ਵਾਸਤੇ ਵੇਦ ਆਇਆ ਹੈ, ਚਿੱਤ ਵਾਸਤੇ। ਜਿਹੜਾ ਪੋਜ਼ਿਟਿਵ ਮਨ ਹੈ, ਸ਼ੁੱਧ ਮਨ ਹੈ, ਉਹਦੇ ਵਾਸਤੇ ਵੇਦ ਆਇਆ ਹੈ। ਜੇਤਾ ਸੁਣਿਆ ਤੇਤਾ ਬਖਿਆਨ। ਨਹੀਂ, ਜਿੱਦਾਂ ਉਹਨੇ ਸੁਣ ਲਿਆ ਉਹਨੂੰ ਬਖਿਆਨ ਕਰ ਦਿੰਦਾ। ਇਹ ਜਿਹੜਾ ਗੁਰਬਾਣੀ ਹੈ, ਇਹ ਸੁਣ ਕੇ ਬਖਿਆਨ ਕੀਤਾ ਹੋਇਆ। ਜਿਹੜਾ ਬਖਿਆਨ ਕਰ ਰਿਹਾ ਉਹ ਵੇਦ ਹੈ। ਜਿਹੜਾ ਗੁਰਬਾਣੀ ਦਾ ਬਖਿਆਨ ਕਰ ਰਿਹਾ ਨਾ, ਸੁਣ ਕੇ ਤੁਰਕੀ ਬਾਣੀ ਦਾ, ਉਹ ਆਪੇ ਵੇਦ ਹੈ। ਜੋ ਉਹਨੇ ਲਿਖ ਦਿੱਤਾ ਉਹਦਾ ਨਾਮ ਵੇਦ ਪੈ ਗਿਆ। ਬਾਅਦ ਦੇ ਵਿੱਚ ਉਹਦਾ ਨਾਮ ਪੈ ਗਿਆ ਵੇਦ। ਸਮਝਿਆ ਨਹੀਂ? ਜੋ ਉਹਨੇ ਲਿਖ ਦਿੱਤਾ ਉਹਦਾ ਨਾਮ ਵੀ ਵੇਦ ਪੈ ਗਿਆ। ਉਹ ਵੇਦ ਜਿਹੜਾ ਉਹਦੇ ਨਾਲ ਵੇਦ ਪਿਆ, ਉਹਦਾ ਅਰਥ ਗਿਆਨ ਹੁੰਦਾ ਹੈ। ਉਹਦਾ ਅਰਥ ਫਿਰ ਗਿਆਨ ਹੋ ਜਾਂਦਾ ਵੇਦ ਦਾ। ਵੇਦ ਬਾਣੀ ਕਹੂ, ਵੇਦ ਬਾਣੀ, ਗਿਆਨ ਬਾਣੀ। ਜਿਵੇਂ ਗੁਰਬਾਣੀ ਨਾਦ ਵੇਦ ਵਿਚਾਰ। ਸਮਝਿਆ ਨਹੀਂ? ਗੁਰਬਾਣੀ ਦਾ ਮਤਲਬ ਹੈ ਜਿਹ 'ਚ ਗਿਆਨ ਮਿਲੇ ਸਾਨੂੰ, ਜਾਂ ਸਤਿਗੁਰ ਦੁਆਰਾ ਬੋਲੀ ਹੋਈ ਬਾਣੀ, ਗੁਰਬਾਣੀ। ਫਿਰ ਉਹਨਾਂ ਨੇ ਗੁਰ ਲਫ਼ਜ਼ ਦੀ ਡਿਫਾਈਨ ਕੀਤਾ। ਗੁਰ ਕੀ ਹੁੰਦਾ? ਗੁਰ ਮੇਰਾ ਗਿਆਨ, ਗੁਰ ਦੇ ਧਿਆਨ। ਕਹਿੰਦੇ ਅਸਲ 'ਚ ਗੁਰ ਗਿਆਨ ਹੀ ਹੁੰਦਾ। ਗਿਆਨ ਜੋ ਸਤਿਗੁਰ ਤੋਂ ਮਿਲਿਆ, ਗੁਰਦੇਵ ਤੋਂ ਮਿਲਿਆ, ਗੁਰਬਾਣੀ ਜੋ ਮਿਲਿਆ, ਉਹ ਵੀ ਗੁਰ ਹੈ। ਗੁਰਬਾਣੀ ਦਾ ਮਤਲਬ ਹੈ ਉਹ ਬਾਣੀ ਜਿਹ ਤੋਂ ਸਾਨੂੰ ਗਿਆਨ ਮਿਲਦਾ, ਆਤਮ ਗਿਆਨ ਮਿਲਦਾ। ਉਧਰ ਵੇਦ ਬਾਣੀ ਦਾ ਮਤਲਬ ਵੀ ਹੈ ਜਿਹ ਤੋਂ ਸਾਨੂੰ ਗਿਆਨ ਮਿਲਦਾ। ਵੇਦ ਦਾ ਅਰਥ ਵੀ ਗਿਆਨ। ਇਸ ਕਰਕੇ ਉਦੋਂ ਵੇਦ ਬਾਣੀ ਕਹਿੰਦੇ ਸੀ, ਹੁਣ ਗੁਰਬਾਣੀ ਕਹਿੰਦੇ ਨੇ। ਗੱਲ ਇੱਕੋ ਹੀ ਹੈ। ਸਮਝਿਆ ਨਹੀਂ? ਹਾਂਜੀ। ਕਈ ਵੇਦ ਔਮੁਖ ਚਾਰ। ਕਈ ਵੇਦ ਨੇ, ਇਹਦੀ ਗੁਰਬਾਣੀ ਦੀ ਵਿਆਖਿਆ ਕਰਨ ਵਾਲੇ ਨੇ। ਜਿਵੇਂ ਸਾਰੇ ਭਗਤ ਵੇਦ ਨੇ। ਔਮੁਖ ਚਾਰ
ਮੁਖਚਾਰ ਉਹਨੂੰ ਕਹਿੰਦੇ ਨੇ ਜਿਹੜੇ ਜਿਨ੍ਹਾਂ ਦੇ ਜਿਵੇਂ ਚਾਰੇ ਵੇਦ ਯਾਦ ਕਰ ਲੈਣੇ ਮੁੱਖ ਜ਼ਬਾਨੀ, ਚਾਰੇ ਵੇਦ ਮੁਖਾਗਰ ਕਰ ਲੈਣੇ, ਜ਼ਬਾਨੀ ਯਾਦ ਕਰ ਲੈਣੇ, ਉਹਨੂੰ ਮੁਖਚਾਰ ਕਹਿੰਦੇ ਨੇ। ਕਈ ਰੁਦਰ ਛੁਦਰ ਸਰੂਪ, ਕਈ ਰੁਦਰ ਸ਼ੁਦਰ ਸਰੂਪ, ਰੁਦਰ ਦੇ ਸਰੂਪ ਨੂੰ ਸ਼ੂਦਰ ਕਿਹਾ, ਘਟੀਆ ਨੀਚ, ਕਿਉਂਕਿ ਰੁਦਰ ਤਮੋਗੁਣੀ ਹੈ ਨਾ ਬਿਰਤੀ ਇਹਦੀ, ਸ਼ਿਵ ਜੀ ਦੀ ਬਿਰਤੀ ਤਮੋਗੁਣੀ ਬੜੀਆਂ ਜਾਣਾ ਜਿਹੜੇ ਕੰਮ ਨੇ ਇਹਨਾਂ ਦੇ ਭੈਰੋਂ ਭੂਤ ਸੀਤਲਾ ਧਾਵਾ, ਜਿਹੜੇ ਉਹ ਕੰਮ ਕਰਨ ਵਾਲੇ ਨੇ ਉਹ ਨੀਚੇ ਆਦਮੀ ਮੰਨੇ ਜਾਂਦੇ ਨੇ। ਉਹ ਸਾਧੂ ਵੀ ਐਸਾ ਨੀਚੇ ਨੇ, ਟੂਣੇ ਟਾਂਬਣ ਕਰਨੇ ਉਰਾ ਪਰਾ, ਘਟੀਆ ਹੈ ਕੰਮ। ਰੁਦਰ ਦੇ ਜੋ ਅਵਤਾਰ ਨੇ ਸ਼ੂਦਰ ਨੇ, ਸ਼ੂਦਰ ਨੇ ਯਾਨੀ ਘਟੀਆ ਨੇ, ਉਹਨਾਂ ਦੀ ਬਿਰਤੀ ਨੀਚ ਬਿਰਤੀ ਦੇ ਨੇ, ਬਿਰਤੀ ਦੀ ਗੱਲ ਹੈ, ਗਿਰੀ ਹੋਈ ਬਿਰਤੀ ਦੇ ਨੇ। ਕਈ ਰਾਮ ਕ੍ਰਿਸ਼ਨ ਅਨੂਪ, ਕਈ ਰਾਮ ਕ੍ਰਿਸ਼ਨ ਅਨੂਪ, ਰਾਮ ਕ੍ਰਿਸ਼ਨ ਨੇ ਜਿਹੜੇ ਅਨੂਪ, ਅਨੂਪ ਮਨ ਕਰਕੇ ਰਾਮ ਕ੍ਰਿਸ਼ਨ ਨੇ, ਸਰੀਰ ਕਰਕੇ ਨਹੀਂ ਹਨ। ਉਹ ਮਨ ਕਰਕੇ ਰਾਮ ਕ੍ਰਿਸ਼ਨ ਹੁੰਦਾ, ਅਨੂਪ ਉਸੇ ਨੂੰ ਕਹਿੰਦੇ ਨੇ ਜੋ ਆਤਮਾ ਕਰਕੇ ਹੈ। ਹੁਣ ਸਰੀਰ ਤਾਂ ਉਹਨਾਂ ਦਾ ਅਲੱਗ ਹੈ, ਆਤਮਾ ਕਰਕੇ ਕ੍ਰਿਸ਼ਨ ਨੂੰ ਮੰਨਦੇ ਨੇ, ਆਪਣੇ ਆਪ ਨੂੰ ਉਹ ਕ੍ਰਿਸ਼ਨ ਬਣਨਾ ਚਾਹੁੰਦੇ ਨੇ। ਸਰੀਰ ਕਰਕੇ ਨਹੀਂ ਭੇਖ ਧਾਰਨ ਕਰਦੇ, ਉਹ ਸਰੀਰ ਕਰਕੇ ਤਾਂ ਭੇਖ ਧਾਰਨ ਕਰੇ। ਹੁਣ ਖਾਲਸੇ ਦਾ ਭੇਖ ਕਿਹਾ ਜਾ, ਇਹ ਤਾਂ ਸਰੀਰ ਦਾ ਭੇਖ ਹੈ ਸਾਡਾ, ਇਹੋ ਜਿਹਾ ਪਰਮੇਸ਼ਰ ਦਾ ਭੇਖ ਥੋੜ੍ਹੀ ਹੈ। ਜੇ ਕੋਈ ਸਮਝੇ ਪਰਮੇਸ਼ਰ ਵੀ ਇਹੋ ਜਿਹਾ ਅਸਲ ਤੇ ਚੱਕਰ ਲਾਏ ਹੋਏ ਨੇ, ਦਮਾਲਾ ਬੰਨਿਆ ਹੋਇਆ, ਇਹ ਤਾਂ ਗੱਲ ਗਲਤ ਹੈ। ਉਹ ਤਾਂ ਆਤਮਾ ਹੈ, ਉਹ ਤਾਂ ਸ਼ਬਦ ਦਾ ਰੂਪ ਹੈ। ਉਹ ਤਾਂ ਆਤਮਾ ਕਰਕੇ ਅਸੀਂ ਖਾਲਸਾ ਹੈ, ਆਤਮਾ ਕਰਕੇ ਸ਼ਬਦ, ਕਿਉਂਕਿ ਜੋ ਆਤਮਾ ਨੇ ਸ਼ਬਦ ਸਮਾਉਣਾ, ਕੋਈ ਸ਼ਬਦ ਸਮਾਵੇ ਵਰਨਾ ਜਾਣੇ ਕੋਈ ਜੀਓ, ਸਰੀਰ ਤਾਂ ਇੱਥੇ ਰਹਿ ਜਾਣ। ਉਹ ਜਿਹੜੇ ਰਾਮਚੰਦਰ ਔਰ ਕ੍ਰਿਸ਼ਨ ਨੂੰ ਮੰਨਣ ਵਾਲੇ ਉਹ ਵੀ ਆਤਮਿਕ ਲੈਵਲ ਦੀ ਉਹ ਗੱਲ ਹੈ। ਉਹਨਾਂ ਦੀ ਆਤਮਾ ਉਹ ਜਿਹੇ ਸਟੈਂਡਰਡ ਦੀ ਹੋ ਜੂ, ਜਾਇਜਾ ਉਹਨਾਂ ਦਾ ਸਟੈਂਡਰਡ ਸੀ, ਗਿਆਨ ਸੀ। ਉਹ ਜਿਹਾ ਚਾਹੁੰਦੇ ਨੇ ਸਰੀਰ ਧਾਰਨ ਕਰਨਾ, ਉਹਨਾਂ ਦਾ ਬਾਹਰੋਂ ਸਰੀਰ ਦੇਖਦੇ ਨੇ ਨਾ, ਉਹ ਜਿਹਾ ਬਣਨਾ ਚਾਹੁੰਦੇ ਨੇ, ਉਹਦੇ ਸੁਭਾਅ ਵਰਗਾ ਜਾਨੀ ਡਿਵੈਲਪਮੈਂਟ ਆਪਣੀ ਚਾਹੁੰਦੇ ਨੇ ਕਰਨੀ। ਕਈ ਕੋਕ ਕਾਬ ਭਣੰਤ, ਕਈ ਕੋਕ ਕਾਬ ਨੂੰ ਪੜ੍ਹਦੇ ਨੇ। ਇਹ ਧਰਮ ਦੇ ਵਿੱਚ ਹੀ ਆਊਗਾ, ਇਹ ਕੋਕ ਕਾਬ ਵੀ ਧਰਮ ਦੇ ਬਾਹਰ ਨਹੀਂ ਤੁਸੀਂ ਇਹਨੂੰ ਕੱਢ ਸਕਦੇ। ਅਸਲ ਦੇ ਵਿੱਚ ਪੂਰਾ ਧਰਮ, ਗੁਰਬਾਣੀ ਦੇ 4 ਬਾਣੀਆਂ ਪੜ੍ਹ ਲੈਣੀਆਂ, ਪੂਰਾ ਧਰਮ ਦੀ ਪੜ੍ਹਾਈ ਨਹੀਂ ਹੈ ਇਹ ਤਾਂ ਸਟਾਰਟ ਹੈ ਇੱਥੋਂ। ਬਈ ਪੌਲ ਪੀ ਲਈ, 4 ਬਾਣੀਆਂ 2 ਪੜ੍ਹ ਲਈਆਂ, ਪੂਰਾ ਧਰਮ ਦਾ ਸਾਨੂੰ ਗਿਆਨ ਹੋ ਗਿਆ। ਧਰਮ ਤਾਂ ਬਹੁਤ ਬੜਾ ਵਿਸ਼ਾ ਹੈ ਇੱਕ, ਇਹ ਤਾਂ ਉੱਥੇ ਸਟਾਰਟ ਕੀਤਾ, ਇਹਨੂੰ ਸਟਾਰਟ ਕਰਕੇ ਧਰਮ ਇੰਨੇ ਗ੍ਰੰਥ ਲਿਖੇ ਪਏ ਨੇ ਧਰਮ ਦੇ, ਕਿਤੇ ਛੋਟੀ ਜੀ ਗੱਲ ਹੈ, ਇਹ ਤਾਂ ਸਮੁੰਦਰ ਹੈ। ਜੇ 3 ਲੋਕ ਦਾ ਤੁਸੀਂ ਗਿਆਨ ਲੈਣਾ, 3 ਲੋਕ ਦਾ ਗਿਆਨ ਤਾਂ ਇੱਕ ਪਾਸਾ ਹੀ ਥੋੜਾ ਜਿਹਾ ਗਿਆਨ ਸ਼ੁਰੂ ਕਰਕੇ ਹੀ ਸਾਰੀ ਜ਼ਿੰਦਗੀ ਲੰਘ ਜਾਂਦੀ ਹੈ ਮਾਇਆ ਦਾ। ਤਾਂ ਕਾਵੇ ਦੇ ਵਿੱਚ ਹੀ ਆਉ 3 ਲੋਕ ਦੇ ਬਾਹਰ ਨਹੀਂ ਜਾ ਸਕਦਾ, ਕਿਉਂਕਿ ਜੋ ਸ੍ਰਿਸ਼ਟੀ ਪੈਦਾ ਹੋਈ ਹੈ, ਇਹ ਤਾਂ ਸ੍ਰਿਸ਼ਟੀ ਪੈਦਾ ਕਰਨ ਵਾਲਾ ਸ਼ੁਰੂ ਹੈ, ਬਾਅਦ ਦੇ ਵਿੱਚ ਜੋ ਹੋਣਾ ਉਹ ਤਾਂ ਬਾਅਦ ਦੀ ਗੱਲ ਹੈ ਨਾ। ਜੰਮਣ ਪਹਿਲਾਂ ਮਰਨ ਬਾਅਦ ਚ ਹੈ, ਕਿਉਂਕਿ ਜੰਮਣ ਪਹਿਲਾਂ ਇਸ ਕਰਕੇ ਕਾਮ ਵਿਸ਼ਾ ਉਹਨਾਂ ਨੇ ਪਹਿਲਾਂ ਰੱਖਿਆ ਸੀ ਹਿੰਦੂਆਂ ਨੇ। ਇਹਦਾ ਵੀ ਕਾਰਨ ਉਹਨਾਂ ਨੇ ਕਾਮ ਕਿਉਂ ਪਹਿਲਾਂ ਰੱਖਿਆ, ਉਹਨਾਂ ਦੀ ਦਲੀਲ ਹੈ ਵੀ ਜੇ ਜਨਮ ਪਹਿਲਾਂ ਮਰਨ ਤਾਂ ਬਾਅਦ ਦੇ ਵਿੱਚ ਹੈ, ਵਿਸ਼ਾ ਪਹਿਲਾਂ ਚਾਹੀਦਾ। ਸਮਝਿਆ ਨਹੀਂ? ਹੁਣ ਗੁਰੂ ਸਾਹਿਬ ਕਹਿੰਦੇ ਵੀ ਜਨਮ ਤਾਂ ਹੋ ਗਿਆ, ਪੜ੍ਹਾ ਤਾਂ ਹੁਣ ਰਹੇ ਹਾਂ, ਉਹ ਤਾਂ ਹੋ ਗਿਆ ਸਾਡਾ ਜਨਮ, ਤਾਂ ਇਹਨੂੰ ਪੜ੍ਹਾਉਣ ਦੀ ਲੋੜ ਨਹੀਂ। ਜਨਮ ਤੋਂ ਪਹਿਲਾਂ ਜਨਮ ਸਿੱਖਣ ਦੀ ਲੋੜ ਸੀ। ਜਿਹੜਾ ਕੰਮ ਕਰਨਾ ਹੋਵੇ ਉਹ ਤੋਂ ਪਹਿਲਾਂ ਸਿੱਖੀ ਦਾ ਨਾ। ਹੁਣ ਸਾਡੇ ਮੂਹਰੇ ਮਰਨ ਦਾ ਇਲਾਜ ਲੱਭਣਾ ਸੀ। ਹੁਣ ਤਾਂ ਮੂਹਰੇ ਮਰਨ ਲਿਖਾਏ ਮੰਡਲ ਮੇ ਆਏ। ਜਨਮ ਤਾਂ ਹੋ ਗਿਆ, ਜਿਹੜੇ ਜਨਮ ਦੀ ਤਕਲੀਫ ਸੀ ਉਹਦਾ ਇਲਾਜ ਉਦੋਂ ਪਹਿਲਾਂ ਕਰਨਾ ਸੀ ਤੁਸੀਂ। ਜਨਮ ਵਿੱਚ ਵੀ ਤਾਂ ਤਕਲੀਫ ਹੈ, ਇਹਦਾ ਇਲਾਜ ਪਹਿਲਾਂ ਕਰਨਾ ਸੀ। ਉਹ ਪਿਛਲੇ ਜਨਮ ਵਿੱਚ ਕਰਨਾ ਤਾਂ ਤੁਸੀਂ ਕੀਤਾ ਨਹੀਂ। ਇਹ ਜਨਮ ਦੇ ਵਿੱਚ ਹੁਣ ਜਨਮ ਦਾ ਇਲਾਜ ਕਰੋ, ਮਰਨ ਦਾ
ਨਹੀਂ ਜੀ, ਜਨਮ ਦਾ ਇਲਾਜ ਕਰਨਾ, ਅਗਲਾ ਜਨਮ ਨਾ ਹੋਵੇ, ਮਰਨਾ ਤਾਂ ਪੈਣਾ ਹੀ ਹੈ। ਸੰਜੀਵ ਵਿਵਹਾਰ ਬੋਹਰ ਨਾ ਹੋਵੀ ਜਨਮੜਾ। ਜਨਮ ਦਾ ਇਲਾਜ ਹੁਣ ਕਰਨਾ ਅਸੀਂ, ਸਰੀਰ ਛੱਡਣਾ। ਕਬੀਰੇ ਤਨ ਜਾਏਗੋ ਕੌਣ ਮਾਰਗ ਲਾਏ, ਸਰੀਰਕ ਮੌਤ ਤੋਂ ਨਹੀਂ ਬਚਿਆ ਜਾ ਸਕਦਾ। ਅਗਲਾ ਜਨਮ ਨਾ ਹੋਵੇ, ਜਨਮ ਦਾ ਇਲਾਜ ਹੁਣ ਕਰਨਾ। ਜੇ ਜਨਮ ਦਾ ਇਲਾਜ ਕਰਨਾ ਤਾਂ ਨਾਲ ਪੜਨਾ ਪਊਗਾ। ਇਲਾਜ ਤਾਂ ਜਨਮ ਦਾ ਕਰਨਾ, ਮਰਨਾ ਹੈ, ਮਰਨ ਤੇ ਨਹੀਂ ਕੋਈ ਬਚ ਸਕਦਾ। ਸਰੀਰ ਛੱਡਣ ਤਿਆਗਣਾ, ਇਹ ਨਹੀਂ ਕੋਈ ਇਹ ਤੋਂ ਬਚ ਸਕਦਾ। ਹੁਣ ਅਗਲਾ ਜਨਮ ਨਾ ਹੋਵੇ, ਰੌਲਾ ਜਨਮ ਦਾ, ਮਰਨ ਦਾ ਰੌਲਾ ਨਹੀਂ ਹੈ ਗੁਰਬਾਣੀ ਚ। ਹੁਣ ਜੇ ਜਨਮ ਤਾਂ ਮਰਨਾ, ਜੇ ਜਨਮ ਹੋਇਆ ਮਰਨਾ ਪਊਗਾ, ਸਰੀਰ ਛੱਡਣਾ ਪਊਗਾ। ਹੁਣ ਅਗਲਾ ਜਨਮ ਰੋਕਣਾ, ਮਰਨਾ ਨਹੀਂ ਰੋਕ ਸਕਦੇ ਤੁਸੀਂ। ਮਰਨਾ ਤਾਂ ਰੁਕੂਗਾ ਜੇ ਜਨਮ ਰੁਕੂਗਾ, ਮਰਨਾ ਆਪੇ ਰੁਕ ਜੂਗਾ। ਮਰਨ ਦਾ ਇਲਾਜ ਸਿਰਫ ਜਨਮ ਦਾ ਇਲਾਜ ਹੈ। ਐ ਕਹੋ, ਜਨਮ ਦੇ ਇਲਾਜ ਵਿੱਚ ਮਰਨ ਦਾ ਇਲਾਜ ਛੁਪਿਆ ਹੋਇਆ, ਕਿਉਂਕਿ ਜਨਮ ਤਾਂ ਮਰਨਾ ਹੈ ਨਾ। ਜੇ ਜਨਮ ਹੋਊਗਾ ਤਾਂ ਹੀ ਮਰਨ ਹੋਊਗਾ। ਰੋਕਣਾ ਜਨਮ ਹੈ, ਤੇ ਜਿੱਥੋਂ ਜਨਮ ਹੁੰਦਾ ਉੱਥੇ ਸੁਰਤੀ ਕਦੇ ਵੀ ਨਹੀਂ ਜਾਣੀ ਚਾਹੀਦੀ। ਜਿਹੜੇ ਵਿਸ਼ਿਆਂ ਨਾਲ ਜਨਮ ਹੁੰਦਾ ਹੈ ਅਗਲਾ, ਉਹ ਵਿਸ਼ਿਆਂ ਤੇ ਬਹੁਤ ਦੂਰ ਭੱਜ ਕੇ ਰਹਿਣਾ ਚਾਹੀਦਾ। ਇਸ ਕਰਕੇ ਕੋਕ ਦੀ ਗੱਲ ਹੈ, ਖਤਰਾ ਉੱਥੇ ਹੈ ਤੁਹਾਨੂੰ ਦੂਏ ਜਨਮ ਦਾ। ਦੂਏ ਜਨਮ ਦਾ ਖਤਰਾ ਤਾਂ ਉੱਥੇ ਹੀ ਹੈ ਜੇ ਜਨਮ ਨਾਲ ਜੁੜੇ ਹੋਏ ਹੋ। ਜਨਮ ਦੇ ਕਿਸੇ ਵੀ ਪ੍ਰੋਸੀਜਰ ਨਾਲ ਜੇ ਜੁੜੇ ਹੋਏ ਹੋ ਤੇ ਡਰਦੇ ਨਹੀਂ ਤੁਸੀਂ। ਪੈ ਜਨਮ ਦੀ ਹੈ, ਮਰਨ ਦੀ ਪੈ ਨਹੀਂ ਹੈ। ਮਰਨ ਦਾ ਭਰਮ ਹੈ, ਮਰਨ ਦਾ ਭਰਮ ਹੈ, ਜਨਮ ਦੀ ਪੈ ਹੈ। ਮਰਨ ਦਾ ਭਰਮ ਹੈ, ਪੈ ਨਹੀਂ ਹੈ। ਮਰਨ ਦੀ ਪੈ ਤਾਂ ਸਾਨੂੰ ਲੱਗਦੀ ਹੈ। ਜਨਮ ਮਰਨ ਕਾ ਭਰਮ ਗਿਆ, ਗੁਰ ਸਾਖੀ ਜਾਗੀ। ਇਹ ਤਾਂ ਸੌ ਜਾਣਾ ਲੰਬੀ ਨੀਂਦ। ਇੱਕ ਦਿਨ ਸੋਵਣ ਹੋਏਗਾ ਲਾਂਬੇ ਗੋੜ ਪ੍ਰਸਾਦ। ਰੋਜ਼ੇ ਮਰਦੇ ਅਮਰ ਨੂੰ ਤਾਂ ਜੇ ਸੌ ਜਾਣੇ ਮਰ ਜਾਣੇ। ਸਰੀਰ ਰੋਜ਼ੇ ਛੱਡਦੇ ਹਾਂ ਅਸੀਂ, ਇਹ ਐਵੇਂ ਭਰਮ। ਜੇ ਭਲਾ ਸੁੱਤਾ ਪਿਆ ਉੱਠੇ ਹੀ ਨਾ, ਮਰਿਆ ਹੀ ਹੈ। ਜੇ ਸੌ ਜਾਣੇ ਕੋ ਪਤਾ ਹੁੰਦਾ, ਦੁਬਾਰਾ ਉੱਠੀਏ ਹੀ ਨਾ। ਇਹਨਾਂ ਰੋਜ਼ੇ ਮਰਦੇ ਆ, ਬਸ ਉਹਨੇ ਉੱਠਣਾ ਹੀ ਨਹੀਂ ਦੁਬਾਰਾ। ਜਨਮ ਨਹੀਂ, ਜਨਮ ਰੋਕਣਾ ਹੈ, ਮਰਨ ਦੀ ਰੋਕਣ ਅਸੀਂ ਸਕਦੇ ਹੀ ਨਹੀਂ। ਜਿਹੜੇ ਮਰਨ ਨੂੰ ਰੋਕਦੇ ਨੇ ਉਹ ਮੂਰਖ ਸੀ, ਔਰ ਜੋਗੀ ਮਰਨ ਨੂੰ ਰੋਕ ਰਿਹਾ। ਗੁਰਬਾਣੀ ਜਨਮ ਨੂੰ ਰੋਕ ਰਹੀ ਹੈ। ਇਹ ਫਰਕ ਹੈ, ਮੂਲ ਫਰਕ ਹੈ ਸਾਡਾ ਸਾਰੀਆਂ ਬੱਤਾਂ ਨਾਲੋਂ। ਲੋਕ ਜਨਮ ਤੋਂ ਨਹੀਂ ਡਰਦੇ, ਮਰਨ ਤੋਂ ਡਰਦੇ ਨੇ। ਗੁਰਮੁਖ ਜਨਮ ਤੋਂ ਡਰਦਾ, ਮਰਨ ਤੋਂ ਨਹੀਂ ਡਰਦਾ। ਮਰਨ ਦਾ ਕਬੂਲ ਕਰਨ ਨੂੰ ਕਿਹਾ, ਪਹਿਲਾਂ ਮਰਨ ਕਬੂਲ। ਕਬੀਰੇ ਤਨ ਜਾਏਗੋ ਕੌਣ ਮਾਰਗ ਲਾਏ। ਇਹ ਮੂਲ ਫਰਕ ਨੂੰ ਕੌਣ ਦੱਸੂਗਾ? ਇਹ ਮੂਲ ਫਰਕ ਹੈ। ਜਿਨ੍ਹਾਂ ਨੂੰ ਇਹ ਮੂਲ ਫਰਕ ਦਾ ਹੀ ਨਹੀਂ, ਅਸਲ 'ਚ ਇਹਨਾਂ ਨੂੰ ਧਰਮ ਦਾ ਹੀ ਪਤਾ ਨਹੀਂ। ਲੋਕਾਂ ਨੂੰ ਧਰਮ ਦਾ ਊੜੇ ਆੜੇ ਦਾ ਪਤਾ ਨਹੀਂ। ਸਿੱਖਿਆ ਉਹਨਾਂ ਨੂੰ ਦੇ ਰਹੇ ਨੇ ਜਿਹੜੇ ਧਰਮ ਦੇ ਬਹੁਤ ਡੀਪ ਚਲੇ ਗਏ, ਬਹੁਤ ਦੂਰ ਲੰਘੇ। ਜਿਹੜੇ ਧਰਮ 'ਚ ਬਹੁਤ ਦੂਰ ਲੰਘੇ ਉਹਨਾਂ ਨੂੰ ਸਿੱਖਿਆ ਦੇ ਰਹੇ ਨੇ। ਉਹ ਆਪਣੇ ਅੰਦਰ ਤਾਂ ਝਾਕ ਕੇ ਦੇਖੋ, ਤੁਹਾਨੂੰ ਆਉਂਦਾ ਕੀ ਹੈ, ਤੁਹਾਡੇ ਪੱਲੇ ਕੀ ਹੈ, ਤੁਸੀਂ ਖੜੇ ਕਿੱਥੇ ਹੋ। ਧਰਮ ਚੀਜ਼ ਕੀ ਹੈ ਤਾਂ ਤੁਹਾਨੂੰ ਇਹੀ ਨਹੀਂ ਪਤਾ ਧਰਮ ਹੁੰਦਾ ਕੀ ਹੈ। ਧਰਮ ਦੇ ਵਿੱਚ ਇਲਾਜ ਕੀ ਹੈ, ਧਰਮ ਵਿਸ਼ਾ ਕੀ ਹੈ। ਵਿਸ਼ਾ ਧਰਮ ਜਨਮ ਰੋਕਣ ਦਾ, ਮੌਤ ਰੋਕਣ ਦਾ ਵਿਸ਼ਾ ਨਹੀਂ ਹੈ ਧਰਮ। ਨਾ ਮੌਤ ਕਿਸੇ ਤੋਂ ਰੁਕੀ ਹੈ ਨਾ ਰੁਕੇ। ਸਰੀਰਕ ਮੌਤ, ਦੁਬਾਰਾ ਜਨਮ ਨਾ ਹੋਵੇ। ਦੁਬਾਰਾ ਜਨਮ ਕਿਵੇਂ ਨਹੀਂ ਹੋਊ? ਦੁਬਾਰਾ ਜਨਮ ਤਾਂ ਨਹੀਂ ਹੋਊ ਜੇ ਮਨ ਮਾਇਆ ਦੇ ਸਾਰੇ ਵਿਕਾਰਾਂ ਤੋਂ ਅਲਿਪਤ ਹੋ ਜਾਊਗਾ, ਉੱਪਰ ਉੱਠ ਜਾਊਗਾ, ਛੱਡ ਜਾਊਗਾ, ਡਰੂਗਾ। ਅਚੇਤ ਪਾਪ ਤੋਂ ਡਰੂਗਾ। ਜਿਨ੍ਹਾਂ ਨੂੰ ਪਾਪ ਨਹੀਂ ਮੰਨਦਾ ਉਹਨਾਂ ਤੇ ਡਰੂਗਾ। ਅਚੇਤ ਪਾਪ ਤੇ ਡਰਨਾ ਜਿਹੜਾ ਹੈ ਨਾ, ਜਿਹਨੂੰ ਅਸੀਂ ਪਾਪ ਮੰਨਦੇ ਨਹੀਂ, ਉਹ ਅਚੇਤ ਪਾਪ ਹੈ।
ਜਿਹੜੇ ਬਾਰੇ ਪਾਪ ਬਾਰੇ ਸਾਨੂੰ ਗਿਆਨ ਨਹੀਂ, ਉਹ ਅਚੇਤ ਪਾਪ ਹੈ। ਦਾਨ ਕਰਨਾ, ਦਾਨੀ ਬਣਨਾ ਅਚੇਤ ਪਾਪ ਹੈ। ਜਿਹੜੇ ਫੋਕੜ ਧਰਮ ਨੇ ਸਾਰਾ ਅਚੇਤ ਪਾਪ ਹੈ। ਧਰਮ ਬਣ ਕੇ ਕਰ ਰਹੇ ਆ, ਜਨਮ ਕਾਹਦੇ ਹੋ ਜਾਂਦਾ ਦੂਆ? ਫਿਰ ਜਨਮ ਕਿਉਂ ਨਹੀਂ ਰੋਕ ਸਕਦੇ? ਅਗਲਾ ਜਨਮ ਕਿਉਂ ਨਹੀਂ ਰੋਕ ਸਕਦੇ? ਉਹ ਪਾਪ, ਉਹ ਕੰਮ ਅਗਲਾ ਜਨਮ ਕਿਉਂ ਨਹੀਂ ਰੋਕਦੇ? ਅਚੇਤ ਪਾਪ ਹੈ ਉਹ। ਜਿੰਨੇ ਫੋਕੜ ਅੱਜ ਜਿੱਥੇ ਹੁਣ ਸ਼ੁਰੂ ਹੋਇਆ ਨਾ, ਇਹਦੇ ਐਂਡ ਵਿੱਚ ਇਹਦਾ ਰਿਜ਼ਲਟ ਆਉਣਾ। ਸਾਰੀਆਂ ਕੈਟਾਗਰੀਆਂ ਆ ਗਈਆਂ ਧਰਮ ਦੀਆਂ ਤੇ ਡਿਸਕਸ ਕਰਤੀਆਂ, ਕੋਈ ਕੈਟਾਗਰੀ ਨਹੀਂ ਛੱਡੀ। ਇਹ ਸਾਰੀਆਂ ਕੈਟਾਗਰੀਆਂ ਤੇ ਕੰਮ ਕਰਨ ਵਾਲੇ ਲੋਕ ਨੇ ਜਿਹੜੇ ਇਹ ਅਚੇਤ ਪਾਪ ਕਰ ਰਹੇ ਨੇ। ਧਰਮ ਦੇ ਨਾਂ ਤੇ ਕੁਝ ਹੋਰ ਕਰ ਰਹੇ ਨੇ। ਪਾਪ ਨਹੀਂ ਕਰ ਰਹੇ, ਪਾਪ ਨਹੀਂ ਕਰ ਰਹੇ, ਧਰਮ ਕਰ ਰਹੇ ਨੇ। ਲੇਕਿਨ ਧਰਮ ਉਹ ਹੈ ਨਹੀਂ। ਅਚੇਤ ਪਾਪ ਕੀ ਹੁੰਦਾ? ਹੁਕਮ ਦਾ ਵਿਰੋਧ ਕਰ ਰਹੇ ਨੇ, ਆਪਣੇ ਜਾਣੇ ਧਰਮ ਕਰ ਰਹੇ ਨੇ। ਆਪਣੇ ਆਪ ਇਸ ਦਾ ਧਰਮ ਕਰ ਰਹੇ ਨੇ, ਇਮਾਨਦਾਰੀ ਨਾਲ ਕਰ ਰਹੇ ਨੇ, ਸਭ ਕੁਝ ਭਲਾ ਮੰਨ ਕੇ ਹੀ ਕਰ ਰਹੇ ਨੇ, ਪਰ ਉਹਨਾਂ ਤੇ ਹੁਕਮ ਦਾ ਵਿਰੋਧ ਹੋ ਰਿਹਾ, ਜਿਹਦਾ ਕਿ ਉਹਨਾਂ ਨੂੰ ਪਤਾ ਨਹੀਂ ਹੈ। ਇਹ ਅਚੇਤ ਪਾਪ ਹੈ। ਇਹ ਤੋਂ ਡਰ, ਜੇ ਮੈਂ ਦਾਨੀ ਹਾਂ ਤਾਂ ਮੇਰਾ ਕੁਛ ਹੈਗਾ ਸੰਸਾਰ, ਤਾਂ ਮੈਂ ਦਾਨ ਕਰ ਸਕਦਾ। ਮੇਰਾ ਹੈ ਹੀ ਕੁਛ ਨਹੀਂ, ਸੱਚ ਇਹ ਮੇਰਾ ਕੁਛ ਵੀ ਨਹੀਂ। ਇਹ ਮੈਂ ਮੰਨਾਂ ਵੀ ਮੇਰਾ, ਮੈਂ ਦਾਨ ਕਰਦਾ, ਤੇ ਅਚੇਤ ਪਾਪ ਹੈ। ਇਹ ਅਚੇਤ ਪਾਪ ਹੈ ਕਿ ਮੈਨੂੰ ਗਿਆਨ ਨਹੀਂ ਨਾ ਹੈ ਵੀ ਮੇਰਾ ਹੈ, ਮੈਂ ਮੰਨਦਾ ਮੇਰਾ ਹੈ। ਇਹ ਅਚੇਤ ਪਾਪ ਹੈ। ਜਾਂ ਇਹ ਚੇਤਨਾ ਨੂੰ ਜਾਗੂਗਾ, ਫਿਰ ਕਹੂ ਮੇਰਾ ਮੁਝ में कुछ नहीं, जो कुछ है सो तेरा। और तो मेरे च भी मेरा तो कुछ नहीं है, तो जोत भी तेरी हो है। वो जोत भी तेरी है, कहाँ शरीर की तो गल छड्डो, मेरा तो वजूद ही है नहीं कुछ, मैं नहीं कुछ हो नहीं। ये फर्क है। ये नक्शा दिखाता जीव नूं जीव दा भी तू की है। जद ये देखदा ना मैं की हाँ, फिर पता लगता मेरा कुछ नहीं, मेरा मुझ में कुछ नहीं। उन्ना चर नहीं बनता मेरा मुझ में कुछ नहीं। सारा कुछ एक पासे दीदा, आप एक पासे खड़ा दीदा। हुण धुप की है अपने आप च, की है धुप? रेत है कहते दसम पातशाह कहते, कहते रेत सूरज की गर्मी ना गर्म हो जाता, सूरज की धुप नाल रेत गर्म हो जाता। हाड़ दे महीने, जेठ दे महीने फूक करता, कहना लंघ जे ना मेरे उत्ते दी दसदा इहनूं पता। जिवें आपां कहने मेरे खेची लंघ के दिखा, साडे मुल्क दे जी लंघ के दिखाओ। साडा ना मुल्क परमेश्वर दा तां है नहीं ना, अचेत पाप है ना। मुल्क जो साडा अचेत पाप है। समुद्र साडा ये अचेत पाप है, सब पाप है। हुण रेता गर्म होया है सूरज की धुप नाल, मूर्ख नूं पता है नहीं। कहने अपन हाँ हाँ करे, मैं करदा आपे। गर्मी है सूरज की, जे सूरज छिप जू फिर उन्हें पुछे हुण की हाल है। बस आही गल, ये जीव नूं पता ही नहीं है। जिवें रेते नूं ज्ञान नहीं ना है भी मैं तो गर्मी सूरज तो आई हुई है, जे बदल हो जाण 10 मिनट वास्ते तां ही मेरे हवा जी निकल जानी है, मैं ठंडा हो जाना। ऐ ठंडा हो जाता है जद इहनूं इहदा मूँह दीदा अपना। जे ज्ञान दीदा ना, जद शरीर छड्ड दिंदा, जद ही ठंडा हो जाता। जिन्ना शरीर है उन्ना चिर अहंकार है, उन्ना चिर अहंकार है। जे टायर चावा ज्यादा होवे फटण नूं फिरदा, जे कढ़ दईए थल्ले लग जांदा। पहला फटण नूं फिरदा, हवा निकल जाती है, फिर कुछ भी नहीं। उत्थे हवा ही है भरी हुई, और कुछ नहीं है।
ਹਵਾ ਜਿਹੜੀ ਇਹ 'ਚ ਹਵਾ ਭਰੀ ਹੋਈ ਹੈ ਨਾ, ਸਾਹ ਆਉਂਦਾ, ਇਹ ਹਵਾ ਦਾ ਹੰਕਾਰ ਹੈ। ਇਹ ਹਵਾ ਹੀ ਕਰਦੀ ਹੈ ਸਾਰਾ ਕੁਛ। ਥੰਮਿਆ ਹੋਇਆ ਕਾਹਦਾ? ਪਵਨ ਕਾ ਥੰਮਾ, ਰਖਤ ਬੂੰਦ ਕਾ ਗਾਰਾ। ਗਾਰਾ ਜਦ ਬਹਿ ਜਾਂਦਾ ਥੱਲੇ, ਥੰਮ ਨਿਕਲ ਜਾਂਦਾ ਨਾ ਹਵਾ ਦਾ, ਗਾਰਾ ਥੱਲੇ ਬਹਿ ਜਾਂਦਾ। ਆੜ ਮਾਸ ਨਾੜੀ ਕੋ ਪਿੰਜਰ ਪੰਛੀ ਵਸੇ ਵਿਚਾਰਾ। ਇਹ ਤਾਂ ਇੰਨਾ ਲੋਡ ਚੱਕੀ ਖੜਾ ਜਿਹੜਾ, ਇਹ ਤਾਂ ਹਵਾ ਦੇ ਕਰਾਮਾਤ ਹੈ, ਔਰ ਕੁਝ ਨਹੀਂ ਹੈ ਇਹਦੇ ਜੋਰ ਕੀ ਰੱਖਿਆ। ਸਭ ਕੁਝ ਹੁੰਦਾ ਹੋਇਆ ਵੀ ਕੁਝ ਨਹੀਂ, ਜੇ ਹਵਾ ਨਿਕਲ ਜਾਏ, ਜਾਂ ਹਵਾ ਨਿਕਲ ਜਾਂਦੀ ਹੈ ਸਭ ਕੁਝ ਹੁੰਦਾ ਹੋਇਆ, ਬਾਕੀ ਤਾਂ ਸਾਰਾ ਕੁਝ ਵਿੱਚ ਹੀ ਹੈ, ਕੁਛ ਵੀ ਨਹੀਂ ਬਾਕੀ ਰਹਿ ਗਿਆ। ਕਈ ਕੋਕ ਕਾਪ ਪੜੰਤ। ਹਾਂ, ਕਈ ਕੋਕ ਕਾਪ ਪੜੰਤ। ਇਹ ਕੋਕ ਕਾਪ ਵੀ ਧਰਮ ਦਾ ਹਿੱਸਾ ਹੈ, ਇਹ ਧਰਮ ਦਾ ਹਿੱਸਾ ਹੈ। ਕਈ ਵੇਦ ਭੇਦ ਕਹੰਤ। ਹੁਣ ਜੇ ਕੋਈ ਡਾਕਟਰ ਦੇਖੂਗਾ ਕਿਸੇ ਦੀ ਬੋਡੀ ਨੂੰ, ਉਹ ਦੇਖੂਗਾ ਚਾਹਨਾ ਪਾਣੀ ਹੈ, ਇੰਨੀ ਮਿੱਟੀ ਹੈ, ਮਾਸ ਹੈ, ਮਾਸ ਦੀ ਕੀ ਬਣਨੀ, ਬਾਅਦ 'ਚ ਮਿੱਟੀ ਬਣ ਜਾਣੀ ਹੈ। ਇੰਨੀਆਂ ਹੱਡੀਆਂ ਨੇ, ਇੰਨਾ ਫਲਾਨਾ, ਉਹ ਤਾਂ ਉਹ ਦੇਖੂਗਾ ਮੈਂ ਇੰਨਾ ਫਾਸਫੋਰਸ ਹੈ 'ਚ, ਉਹ ਤਾਂ ਬੋਡੀ 'ਚ ਉਹੀ ਦੇਖੂਗਾ ਬਾਅਦ 'ਚ। ਇੱਕ ਸਿੱਕਾ ਦੇਤਾ ਲੈਬਾਰਟਰੀ 'ਚ, ਉਹ ਕਹਿੰਦਾ ਦੱਸੋ ਵੀ ਇਹ 'ਚ ਕੀ ਹੈ। ਉਹ ਅੱਡ ਅੱਡ ਧਾਤਾਂ ਦੱਸ ਦੇਣਗੇ ਕੱਢ ਕੇ, ਜੀ ਆਹ ਚੀਜ਼ ਇੰਨੀ ਆ, ਲੋਹਾ ਇੰਨਾ, ਫਲਾਨੀ ਚੀਜ਼ ਇੰਨੀ ਹੈ, ਨਿਮਕੀ ਚੀਜ਼ ਇੰਨੀ ਹੈ। ਜਿਹੜੀ ਚੀਜ਼ ਦਾ ਸਿੱਕਾ ਬਣਿਆ ਉਹ ਤਾਂ ਉਹ ਦੱਸ ਦੇ। ਉਹਨਾਂ ਨੂੰ ਸਿੱਕੇ ਤੇ ਕੀ ਮਤਲਬ ਹੈ ਵੀ ਕਿੰਨੇ ਦਾ ਹੈ, ਇਹਦੀ ਚੀਨੀ ਕਿੰਨੀ ਆਊਗੀ, ਇਹਦੀ ਦਾਲ ਕਿੰਨੀ ਆਊਗੀ, ਇਹਦੀ ਸਬਜ਼ੀ ਕਿੰਨੀ ਆਊਗੀ। ਉਹ ਤਾਂ ਇਹ ਕਹਿੰਦੇ ਨੇ ਇਹਦੇ ਵਿੱਚ ਕੀ ਹੈ। ਕੋਕ ਕਾਪ ਦਾ ਮਤਲਬ ਹੈ ਇਹਦੇ ਵਿੱਚ ਕੀ ਹੈ। ਉਹ ਹੋਰ ਚੀਜ਼ ਪੜ੍ਹਾਈ ਹੈ, ਉਹ ਹੋਰ ਚੀਜ਼ ਹੈ। ਡਾਕਟਰ ਦੀ ਨਿਗਾਹ 'ਚ ਹੋਰ ਕੁਛ ਹੈ, ਸਾਡੀ ਨਿਗਾਹ 'ਚ ਹੋਰ ਕੁਛ ਹੈ। ਤਾਂ ਆਪਣੇ ਆਪਣੇ ਦ੍ਰਿਸ਼ਟੀ ਹੈ ਨਾ, ਦ੍ਰਿਸ਼ਟੀ। ਹੁਣ ਭਗਤਾਂ ਤੇ ਸਾਰੀਆਂ ਜੋੜ ਕਦੇ ਨਾ ਆਇਆ। ਭਗਤਾਂ ਦਾ ਦ੍ਰਿਸ਼ਟੀਕੋਣ ਜਿਹੜਾ ਹੈਗਾ, ਜਿੰਨਾ ਚਿਰ ਉਹ ਨਹੀਂ ਹੁੰਦਾ ਤਾਂ ਕੋਕ ਕਾਪ ਹੋਰ ਕੁਛ ਦਿੰਦਾ। ਜਦੋਂ ਉਹ ਦ੍ਰਿਸ਼ਟੀਕੋਣ ਦੂਆ ਹੋ ਜਾਂਦਾ, ਜਿਵੇਂ ਡਾਕਟਰ ਦੇ ਦ੍ਰਿਸ਼ਟੀਕੋਣ 'ਚ ਗੱਲ ਕੁਛ ਹੋਰ ਹੈ, ਸੰਸਾਰੀ ਆਦਮੀ ਦੇ ਦ੍ਰਿਸ਼ਟੀਕੋਣ 'ਚ ਕੁਛ ਹੋਰ ਹੈ। ਇਹ ਲੋਕ ਜਿਹੜੇ ਰੌਲਾ ਪਾਉਂਦੇ ਨੇ, ਅਸਲ ਦੇ ਵਿੱਚ ਸੰਸਾਰੀ ਨੇ, ਇਹ ਸੰਸਾਰੀ ਨੇ। ਜਿੱਦਣ ਸਿੱਖ ਬਣ ਗਏ ਨਾ, ਇਹ ਸਿੱਖ ਬਣ ਗਏ, ਸਿੱਖੀ ਧਾਰਨ ਕਰ ਲਈ, ਸਿੱਖੀ ਦਾ ਅਸਰ ਹੋ ਗਿਆ, ਉਦੋਂ ਦ੍ਰਿਸ਼ਟੀਕੋਣ ਬਦਲੂਗਾ। ਇਹਨਾਂ ਦਾ ਬਦਲਣਾ ਕਿੱਥੋਂ? ਸਿੱਖੀ ਵਾਲੇ ਦਾ ਵਿਹੜੇ ਨਹੀਂ ਵੜਦੇ, ਇਹ ਵਿਹੜੇ ਵੜ ਕੇ ਤਾਂ ਕੈਦ ਹੋ ਗਏ। ਗੁਰਬਾਣੀ ਮੰਨ ਲਈ ਫਿਰ ਤਾਂ ਕੈਦ ਹੋ ਗਏ। ਵਾਗੜੇ 'ਚ ਨਹੀਂ ਵੜਦੇ ਹੁੰਦੇ ਜਾਨਵਰ, ਜਿਹੜੇ ਹੁੰਦੇ ਨੇ ਨਾ ਜਾਨਵਰ, ਅਵਾਰਾ ਜਾਨਵਰ ਜਿਹੜੇ ਹੁੰਦੇ ਨੇ ਨਾ, ਅਵਾਰਾ ਰਹਿਣਗੇ ਜੇ ਆਪਣੇ ਹੁਕਮ ਚੱਲਣ ਵਾਲੇ, ਮਨ ਭਾਉਂਦੇ ਹੁਕਮ ਕਰਨ 'ਚ ਰਹਿਣ ਵਾਲੇ ਆਦਮੀ ਗੁਰਬਾਣੀ ਦੇ ਦਾਇਰੇ 'ਚ ਨਹੀਂ ਵੜਦੇ। ਉਹ ਮਨ ਤੇ ਪਾਬੰਦੀਆਂ ਲੱਗ ਜਾਂਦੀਆਂ ਨੇ, ਇਹ ਮਨ ਕੈਦ ਹੋ ਜਾਂਦਾ ਇੱਥੇ। ਉਹ ਕੈਦ ਕਿੱਥੇ ਰਹਿ ਜਾਣਗੇ? ਉਹ ਤਾਂ ਉਡਾਰੀਆਂ ਮਾਰਨ ਵਾਲੇ ਨੇ, ਗੱਲਾਂ ਕਰਦੇ ਨੇ ਗੁਰਮਤਿ। ਇੱਥੇ ਤਾਂ ਬੰਦਾ ਸੋਚ ਰਹੇ ਵਿੱਚ ਬੰਦੀ, ਦੇਖਣ ਕੋ ਦੀਦਾਰ। ਉਹ ਇੱਥੇ ਦਾ ਕੈਚ ਕੋਠੜੀ 'ਚ ਰਹਿਣਾ ਪੈਂਦਾ, ਇੱਕ 'ਚ ਜਿਵੇਂ ਫਾਂਸੀ ਲੱਗੀ ਹੋਈ ਵਾਲਾ ਰਹਿੰਦਾ ਹੈ ਕਿ ਮਨ ਜੋ ਕਬੂਲ ਕੀਤਾ ਹੋਇਆ। ਦਿਨ ਘਟਦੇ ਨੇ, ਗਿਣ ਰਿਹਾ ਉਹ ਦਿਨ ਦਾ ਗਿਣਵੇਂ ਲਿਆ। ਉਹ ਜਿਹੜੇ ਤਿਲ ਨੇ ਮੁੱਠੀ 'ਚ ਉਹੀ ਨੇ, ਆਹੋ, ਉਹ ਜਿਵੇਂ ਤਿਲ ਠੋੜ ਸੰਭਲ ਕੇ ਭੁੱਖ ਨਹੀਂ ਭਰੀ ਹੋਈ, ਤਿਲ ਜਾਈ ਜਾਂਦੇ। ਇਹਨਾਂ ਨੂੰ ਕੀ ਪਤਾ ਗੱਲ ਕੀ ਹੈ? ਸਭ ਕੁਝ ਕਿਹਾ ਹੈ ਬਾਣੀ 'ਚ। ਜੋ ਦਹੇ ਲੱਦੇ ਗਾਣ ਵੇ ਗਿਣਵੇਂ ਦਿਨ ਨੇ, ਗਿਣਵੇਂ ਸਾਹ ਨੇ, ਗੱਲਾਂ ਕਰਦੇ ਨੇ। ਕੀ ਇਹਨਾਂ ਨੂੰ ਯਾਦ ਹੈ ਵੀ ਕਿੰਨਾ ਬੀਤ ਕੇ ਕੀ ਗੱਲ ਹੈ? ਉਹਨਾਂ ਦੇ ਦ੍ਰਿਸ਼ਟੀਕੋਣ ਨਾ ਪੜੋ, ਫਿਰ ਪਤਾ ਲੱਗੂਗਾ ਕੀ ਹੈ। ਜਦ ਮੌਤ ਸਾਹਮਣੇ ਹੋਵੇ ਨਾ, ਖੜੀ ਦੀਦੀ ਫਰੀਦ ਕਹਿੰਦਾ ਮੌਤੇ ਕਾ ਬੰਨਾ ਆਉਂਦੇ ਸੇ ਜੋ ਦਰਿਆ ਵਿੱਚ ਢਾਹਾ। ਜਦੋਂ ਉਹ ਦਿਖੂਗਾ ਉਦੋਂ ਦੇਖਣ ਫਿਰ ਕੀ ਦਿੰਦਾ ਇਹਨਾਂ ਨੂੰ। ਉਹ ਗੱਲ ਕਰਨ, ਮਾਰਦੇ ਨੇ ਗੱਲਾਂ। ਮੌਤ ਦੀਦੀ ਹੋਵੇ ਪੂਰੇ ਖੜੀ, ਸਮਝਿਆ ਨਹੀਂ? ਫਿਰ ਜੋ ਮਰਜ਼ੀ ਕਹੀ ਜਾ, ਉਹ ਮੌਤ ਦੀਦੀ ਆ ਨਾ। ਮੌਤ ਨਹੀਂ ਨਾ ਯਾਦ ਰੱਖਦੇ, ਮਨ ਮਨੋਂ ਵਸਾਰਿਆ ਹੋਇਆ ਇਹਨਾਂ ਨੇ।
ਜਿੱਦੇ ਇਹ ਉਹਦੇ ਵਾਸਤੇ ਹੈ, ਖਾਲਸੇ ਦਾ ਮਨ ਨਹੀਂ ਵਿਸਾਰਿਆ ਹੁੰਦਾ, ਉਹਦਾ ਤਾਂ ਮੌਤ ਦਾ ਬਣਨ ਦੀ ਤੇ ਜਵੰਦਰਿਆ ਬੇਟਾ। ਇਹਨਾਂ ਦੇ ਮੌਤ ਆਦੇ ਨਹੀਂ, ਗੱਲਾਂ ਕਰਦੇ ਨੇ ਸਿੱਖੀ ਦੀਆਂ। ਜਿਹਦੇ ਮੌਤ ਨਹੀਂ ਜਿਹਨੂੰ ਦਿੰਦੀ ਉਹ ਸਿੱਖ ਨਹੀਂ ਹੈ। ਅਜੋ ਸਿੱਖ ਨਹੀਂ ਬਣਿਆ ਉਹਨੂੰ ਲੋੜ ਨਹੀਂ ਹੈ ਪੜ੍ਹਨ ਦੀ। ਉਹ ਆਦਿ ਗੁਰੂ ਗ੍ਰੰਥ ਸਾਹਿਬ ਪੜ੍ਹਦਾ ਰਹੇ ਪਿੱਛੇ ਪਿੱਛੇ, ਉਹ ਪਿੱਛੇ ਪਿੱਛੇ ਪੜ੍ਹਦਾ ਰਹੇ। ਜਦ ਮੌਤ ਦੇਖਣ ਲੱਗ ਜਾਵੇ ਮੂਹਰੇ ਫਿਰ ਪੜ੍ਹੇ ਉਹਦੇ ਵਾਸਤੇ। ਉਹ ਸਿਰ ਹੱਥਾਂ ਤੇ ਥੇਲੀਆਂ ਤਾਂ ਨਹੀਂ ਫਿਰਦੇ ਤੇ ਜਿਨ੍ਹਾਂ ਨੇ ਪੜ੍ਹਿਆ। ਉਹ ਜਿਹੜੇ ਆਏ ਨੇ ਚੜ੍ਹ ਕੇ ਉਹਨਾਂ ਨੇ ਕਿਹਾ ਸੀ ਵੀ ਜੇ ਅਸੀਂ ਸਿਰ ਲਿਆਏ ਉਹਦਾ ਵੱਢ ਕੇ ਫਿਰ ਪ੍ਰਕਾਸ਼ ਕਰ ਦਿਓ। ਸੁੱਕਾ ਸਿੰਘ ਮੁਤਾਬਸ ਨੇ ਕਿਹਾ ਨਾ ਦਮਦਮੇ ਆ ਕੇ ਵੀ ਜੇ ਤਾਂ ਅਸੀਂ ਵੱਢ ਕੇ ਲਿਆਏ ਸਿਰ ਬਸੇ ਰੰਗੜ ਦਾ, ਫਿਰ ਤੁਸੀਂ ਇਹਨੂੰ ਏਦਾਂ ਹੀ ਪ੍ਰਕਾਸ਼ ਕਰ ਦਿਓ। ਜੇ ਅਸੀਂ ਸ਼ਹੀਦ ਹੋ ਗਏ ਫਿਰ ਭਾਈ ਤੁਸੀਂ ਆਪਣੀ ਮਰਜ਼ੀ ਕਰਿਓ। ਉਹਨਾਂ ਦੇ ਫੈਸਲੇ ਕੀਤੇ ਨੇ ਜਿਨ੍ਹਾਂ ਨੂੰ ਔਤਾਂ ਖੜੀ ਦਿੰਦੀ ਸੀ, ਗੱਲਾਂ ਕਰਦੇ ਤੇ। ਇਹ ਫਿਰਦੇ ਨੇ ਬਾਜਾ ਚੱਕੀ ਰੋਟੀਆਂ, ਸਾਰੀ ਉਮਰ ਬਾਜਾ ਚੱਕੀ ਫਿਰਦਾ ਰਿਹਾ ਤੂੰ ਰੋਟੀਆਂ ਖਾਤਰ। ਤੂੰ ਅੱਜ ਕਰਨ ਲੱਗ ਗਿਆ ਟਿੱਪਣੀਆਂ, ਤੇਰੇ ਪੱਲੇ ਕੀ ਹੈ? ਪੱਲੇ ਕੀ ਹੈ ਤੇਰੇ ਪੱਲੇ? ਉਹਦੇ ਹੁੰਦਾ ਜਿਹੜਾ ਮੌਤ ਨਾਲ ਖੇਲਿਆ ਹੋਵੇ, ਮੋਢੇ ਨਾਲ ਮੋਢਾ ਖਹਿੰਦਾ ਹੀ ਚਲਿਆ ਜਾਵੇ ਸਾਰੀ ਜ਼ਿੰਦਗੀ ਮੌਤ ਨੂੰ। ਉਹ ਮੁੰਡੇ ਬਰਬਾਦ ਤੇ ਉੱਥੇ ਦੇ ਲੈਕਚਰ ਧਰਮ ਯੁੱਧ ਮੋਰਚੇ ਚ ਆ ਭੱਜ ਗਿਆ। ਸਵਾਸੀ ਮੂਹਰੇ ਜਾਂਦਾ ਗੋਲੀ ਦੇ ਆਪ। ਕਈ ਵੇਦ ਭੇਦ ਕਹੰਤ, ਕਈ ਵੇਦ ਭੇਦ ਕਹੰਤ, ਕਈ ਵੇਦ ਦੇ ਭੇਦ ਦੱਸਦੇ ਨੇ। ਵੇਦ ਦੇ ਭੇਦ ਨੇ, ਗੁਰਬਾਣੀ ਦੇ ਭੇਦ ਕੀ ਨੇ? ਵੇਦ ਦੇ ਹਮੇਸ਼ਾ ਭੇਦ ਹੁੰਦੇ ਨੇ। ਜਿਹੜਾ ਵੇਦ ਆ ਉਹਦਾ ਭੇਦ ਹੀ ਹੁੰਦਾ ਹੈ, ਹਰ ਗੱਲ ਦਾ ਭੇਦ ਹੈ। ਉਹਦਾ ਭੇਦ ਜਾਣਨਾ ਅਸੀਂ, ਭੇਦ ਕੀ ਹੈ ਉਹਦੇ ਵਿੱਚ ਵੀ ਭੇਦ ਹੈ, ਹਰ ਗੱਲ 'ਚ ਭੇਦ ਹੁੰਦਾ ਹੈ। ਵੇਦ ਭੇਦ ਕਹੰਤ, ਕਈ ਸ਼ਾਸਤਰ ਸਿਮਰਤੀ ਬਖਾਨ, ਕਈ ਸ਼ਾਸਤਰ ਸਿਮਰਤੀ ਬਖਾਨ। ਕਈ ਸ਼ਾਸਤਰ ਸਿਮਰਤਾਂ ਦਾ ਵਿਖਿਆਨ ਕਰਦੇ ਨੇ, ਹੁਣ ਵੀ ਕਰਦੇ ਹੀ ਨੇ। ਕਹੂੰ ਕਥਤ ਹੀ ਸੋ ਪ੍ਰਾਣ, ਕੋਈ ਪੁਰਾਣਾਂ ਦੀ ਕਥਾ ਕਰਦੇ ਨੇ। ਪੁਰਾਣ ਨੇ 18 ਪੁਰਾਣ ਨੇ, ਉਹਨਾਂ ਦੀ ਕਥਾ ਕਰ ਰਹੇ ਨੇ ਲੋਕ। ਕਈ ਅਗਨ ਹੋਤਰ ਕਰੰਤ, ਕਈ ਵੱਡ ਵੱਡ ਆਪਣੇ ਸਰੀਰ ਨੂੰ ਅਗਨ ਦੇ ਵਿੱਚ ਹੋਮ ਕਰਦੇ ਨੇ। ਕੋਈ ਹੋਰ ਮਤਲਬ ਦੇਸੀ ਘਿਓ ਸਮੱਗਰੀ ਹੋਰ ਤਰ੍ਹਾਂ ਦਾ ਹੋਮ ਕਰਦੇ ਨੇ। ਉਹ ਆਪਣੇ ਸਰੀਰ ਦਾ ਵੀ ਲੋਕ ਕਰਦੇ ਰਹੇ ਨੇ, ਉਹ ਉਹਦਾ ਵੀ ਕਰਦੇ ਨੇ, ਸਮੱਗਰੀ ਦਾ ਵੀ ਕਰਦੇ ਨੇ। ਹਾਂ। ਕਈ ਉਰਦ ਤਾਪ ਦੁਰੰਤ, ਕਈ ਉਰਦ ਤਾਪ ਦੁਰੰਤ। ਉਰਦ ਤਾਪ, ਉਰਦ ਤਾਪ ਹੁੰਦਾ ਪੁੱਠਾ ਤਪ ਕਰਨਾ, ਦੂਰ ਲਿਜਾਣ ਵਾਲਾ। ਦੂਰ ਜਿਹੜਾ ਮੂਲ ਤੋਂ ਆਪਣੇ ਤੋਂ ਦੂਰ ਲੈ ਜਾਵੇ, ਉਰਦ ਤਪ ਉੱਥੇ ਵੀ ਕਿਹਾ ਨਾ, ਉਰਦ ਤਪ ਕਰਤਾ। ਉਰਦ ਤਪ ਦਾ ਮਤਲਬ ਇਹ ਨਹੀਂ ਵੀ ਲੱਤਾਂ ਉੱਤੇ ਨੂੰ, ਇੱਥੇ ਉਰਦ ਦਾ ਅਰਥ ਨੇ ਖੜਾ ਹੋ ਕੇ ਲਿਖਿਆ, ਖੜਾ ਹੋ ਕੇ। ਉੱਥੇ ਸੰਤਾਂ ਇਹਨਾਂ ਨੇ ਅਰਥ ਕਰਤਾ ਜੀ ਪੁੱਠਾ ਲੜਕ ਕੇ। ਉਰਦ ਦਾ ਮਤਲਬ ਪੁੱਠਾ ਲੜਕ ਕੇ ਨਹੀਂ ਹੁੰਦਾ। ਔਰ ਉੱਥੇ ਗਰਭ ਦੇ ਵਿੱਚ ਪੁੱਠਾ ਹੈ ਵੀ ਨਹੀਂ। ਇਹ ਪੈਰ ਥੱਲੇ ਨੂੰ ਨੇ, ਸਿਰ ਵੀ ਥੱਲੇ ਨੂੰ, ਪੁੱਠਾ ਕਿਵੇਂ ਹੋ ਗਿਆ? ਪੁੱਠਾ ਕਿਵੇਂ ਹੋ ਗਿਆ? ਤੇ ਜਿਵੇਂ ਆਦਮੀ ਕੋਡਾ ਹੋ ਕੇ ਧਰਤੀ ਨੂੰ ਲਾਉਂਦਾ ਹੈ, ਲੱਕ ਪਰ ਲੱਕ ਜਿੰਨਾ ਖੜਾ ਹੋ ਕੇ, ਉਹ ਤਾਂ ਉਹ ਪੋਜੀਸ਼ਨ ਗਰਭ ਦੇ ਵਿੱਚ। ਪੁੱਠਾ ਕਿੱਥੇ? ਪੁੱਠਾ ਹੋਵੇ ਜਾਂ ਸਿੱਧਾ ਹੋਵੇ, ਲੱਤਾਂ ਉੱਤੇ ਨੂੰ ਬਿਲਕੁਲ ਥੱਲੇ ਨੂੰ ਲੰਮਾ ਹੋਵੇ, ਫਿਰ ਪੁੱਠਾ। ਉਰਦ ਤਾਪ ਹੈ ਅਸਲ 'ਚ। ਉਰਦ ਤਾਪ ਆਪ ਕਰਦੇ ਤੇ ਨਾ ਉਹ, ਇਹ ਜਿਹੜੇ ਤਪ ਕਰਦੇ ਤੇ ਉਰਦ ਤਪ। ਅਸਲ 'ਚ ਸਿੱਧਾ ਤਪ ਕੀ ਹੈ? ਗੁਰਬਾਣੀ ਨੂੰ ਸਮਝ ਕੇ ਮਨ ਨੂੰ ਮਨਾਉਣਾ ਨਾ, ਪਾਬੰਦੀ 'ਚ ਰੱਖਣਾ। ਬੰਦਾ ਸੋਚ ਰਹੇ ਵਿੱਚ ਬੰਦੀ, ਇਹ ਤਪ ਸੀ ਸਿੱਧਾ, ਇਹ ਠੀਕ ਤਪ ਸੀ। ਮਨ ਨੂੰ ਬੰਨਣ 'ਚ ਰੱਖਣਾ, ਕਾਬੂ 'ਚ ਰੱਖਣਾ, ਹਰ ਵਕਤ ਧਿਆਨ ਰੱਖਣਾ, ਇਹਨੂੰ ਖੁੱਲ੍ਹਾ ਨਹੀਂ ਛੱਡਣਾ। ਉਹ ਇਹਨਾਂ ਨੇ ਕਰਨਾ ਨਹੀਂ ਸੀ। ਜਿਹੜਾ ਇਹ ਤਪ ਕਰਦੇ ਸੀ ਉਹਨੂੰ ਤਪ ਮੰਨ ਲਿਆ, ਨਹੀਂ ਉਹ ਤਪ ਨਹੀਂ ਸੀ ਰਹਿੰਦਾ। ਜੇ ਉਰਦ ਤਪ ਦੇ ਸਹੀ ਅਰਥ ਕਰਦੇ ਨਾਲੇ ਤਪ ਰਹਿੰਦਾ ਨਹੀਂ ਸੀ ਕੋਈ ਵੀ।
ਕੋਈ ਤਪ ਨਹੀਂ ਸੀ ਰਹਿੰਦਾ। ਇਹ ਜਿੰਨੀਆਂ ਕੈਟਾਗਰੀਆਂ ਨੇ ਸਭ ਫੇਲ ਹੁਣ ਕਿਉਂ ਹੋ ਰਹੀਆਂ ਨੇ? ਉੱਥੇ ਵੀ ਫੇਲ ਨੇ। ਇਹ ਸ਼ਬਦ ਵਿੱਚ ਆ ਜਿਹੜੀ ਅਕਾਲ ਉਸਤਤ ਦੇ ਵਿੱਚ ਜੇ ਕੱਲੀ ਅਕਾਲ ਉਸਤਤ ਪੜ੍ਹ ਲਈਏ, ਕੱਲੀ ਹੋਈ ਅਕਾਲ ਉਸਤਤ ਪੜ੍ਹ ਲਈਏ ਤਾਂ ਦੁਨੀਆ ਦੀ ਕੋਈ ਮੱਤ ਨਹੀਂ ਮੰਨ ਸਕਦਾ ਸਿੱਖ। ਕਿਸੇ ਮੱਤ ਦਾ ਪ੍ਰਭਾਵ ਨਹੀਂ ਹੋ ਸਕਦਾ। ਹੁਣ ਸਿੱਖਾਂ ਸਾਰੀਆਂ ਮੱਤਾਂ ਚੱਲਦੀਆਂ ਨੇ। ਆਦਿ ਗੁਰੂ ਗ੍ਰੰਥ ਸਾਹਿਬ ਪੜ੍ਹਦੇ ਨੇ, ਸਾਰੀਆਂ ਮੱਤਾਂ ਛਡਾ ਕੇ ਦਿਖਾਉਣ ਨੇ। ਉਹਨੇ ਰੌਲਾ ਪਾਉਂਦੇ ਨੇ ਛਡਾ ਕੇ ਦਿਖਾਉਣ ਦੋਆਂ ਤੇ। ਕਿਉਂ ਨੇ ਹੋ ਰਹੇ? ਕਿਉਂਕਿ ਆਹ ਕੱਲਾ ਹੀ ਅਕਾਲ ਉਸਤਤ ਪੜ੍ਹ ਲਈਏ, ਕੱਲੀ ਉਹ ਬਹੁਤ ਹੈ। ਕੱਖ ਵੀ ਨਹੀਂ ਰਹਿ ਸਕਦਾ, ਕੁਛ ਵੀ ਨਹੀਂ ਛੱਡ ਦਈਏ ਕੱਲੀ ਹੋਈ। ਜਿਹਨੂੰ ਹੋਰ ਕੁਝ ਬੋਲਦਾ, ਉਹਨੂੰ ਕੀ ਪਤਾ ਮੱਤ ਮਾਰੀ ਹੈ। ਇਹਨਾਂ ਦੀ ਬੁੱਧ ਭ੍ਰਿਸ਼ਟ ਜਲ ਹੋ ਜਾਂਦੀ ਹੈ ਨਾ, ਜਾਂ ਬੁੱਧ ਭ੍ਰਿਸ਼ਟ ਹੁੰਦੀ ਆਦਮੀ ਦੀ, ਫਿਰ ਏਦਾਂ ਹੀ ਬੋਲਦਾ ਹੁੰਦਾ। ਬੁੱਧ ਭ੍ਰਿਸ਼ਟ ਜਿਹਾ ਹੋ ਗਈ, ਸਮਝਿਆ ਨਹੀਂ? ਉਹ ਤਾਂ ਕਹਿੰਦਾ ਨਾ ਵੀ ਹੁਣ ਜਿਹੜੇ ਅੱਗੇ ਹੋਏ ਨੇ ਆਪਣੇ, ਸਰਕਾਰ ਤਾਂ ਨਾਲ ਸੀ। ਕੀ ਹਾਲ ਹੈ ਹੁਣ ਉਹਨਾਂ ਦਾ? ਰਾਮ ਰਾਏ ਦਾ ਕੀ ਹਾਲ ਹੈ? ਬੁੱਧ ਭ੍ਰਿਸ਼ਟ ਹੋ ਗਈ ਸੀ ਨਾ। ਤੀਰਮਲੀਆਂ ਦਾ ਕੀ ਹਾਲ ਹੈ? ਬੁੱਧ ਭ੍ਰਿਸ਼ਟ ਹੋ ਗਈ ਸੀ ਨਾ। ਆਹੀ ਨਾਮਧਾਰੀਆਂ ਦਾ ਹੋ ਜਾਣਾ, ਦੇਖ ਲੈਣ। ਗੁਰਮਤਿ ਛੱਡ ਕੇ ਟੀਮਾਂ ਇਹਨਾਂ ਨੂੰ ਹਾਕੀ ਦੀ ਹੈ, ਉਹ ਬਸ ਖਤਮ। ਗਾਹਾਂ ਨੂੰ ਕੀ ਹੈ? ਕੁਛ ਵੀ ਨਹੀਂ। ਗੁਰਬਾਣੀ ਨਾਲ ਕੋਈ ਵੀ ਨਹੀਂ ਜੁੜਿਆ ਹੋਇਆ, ਅਰਥ ਕੋਈ ਵੀ ਨਹੀਂ ਜਾਣਦਾ। ਕਿਉਂਕਿ ਮਾਇਆ ਧਾਰੀ ਜਾ ਹੋ ਜਾਂਦਾ ਆਦਮੀ, ਛੱਡ ਜਾਂਦਾ ਹੁੰਦਾ ਸਭ ਕੁਛ। ਜਿਹੜੇ ਜੁੜੇ ਰਹਿਣਗੇ ਜੁੜੇ ਰਹਿ ਜਾਣਗੇ ਗੁਰਬਾਣੀ ਨੂੰ। ਜੇ ਗੁਰਬਾਣੀ ਨਾਲ ਜੁੜੇ ਹੁਣ ਮਤਭੇਦ ਕਿਉਂ ਹੋਣ ਇਹਨਾਂ ਦੇ? ਇਹਨਾਂ ਦੇ ਪਿੱਛੇ ਤਾਂ ਕੋਈ ਹੋਰ ਸ਼ਕਤੀਆਂ ਕੰਮ ਕਰਦੀਆਂ ਨੇ। ਹੰਕਾਰ ਦੀ ਸ਼ਕਤੀ ਵੀ ਕੰਮ ਕਰਦੀ ਹੁੰਦੀ ਹੈ ਵੀ ਜੋ ਮੈਂ ਕਹਿਤਾ ਬਸ ਮੈਂ ਤਾਂ ਉਸ ਨੂੰ ਕਹੀ ਜਾਣਾ। ਉਰਤ ਤਪ, ਇਹ ਉਰਦ ਤਪ ਹੈ। ਉਰਦ ਤਪ ਦਾ ਮਤਲਬ ਹੈ ਪੁੱਠਕ ਤਪ। ਪੁੱਠਾ ਦੁਰੰਤ ਹੈ ਉਹ। ਉਰਦ ਤਪ ਨਾਲ ਆਪਣੇ ਮੂਲ ਤੇ ਦੂਰ ਹੋ ਜਾਂਦਾ ਹੈ। ਹੰਕਾਰ ਪੈਦਾ ਹੋ ਜਾਂਦਾ ਉਹਦੇ ਨਾਲ। ਉਰਦ ਤਪ ਨਾਲ ਹੰਕਾਰ ਪੈਦਾ ਹੋ ਜਾਂਦਾ। ਜੇ ਕੋਈ ਚੰਗਾ ਕੰਮ ਵੀ ਕਰੇ ਨਾ, ਉਹਦੇ ਨਾਲ ਵੀ ਹਉਮੈ ਪੈਦਾ ਹੋ ਜਾਂਦੀ ਹੈ। ਉਰਦ ਤਪ ਉਹਨੂੰ ਹੈ ਤਾਪ ਕਰੀਦਾ ਹੰਕਾਰ ਨੂੰ ਨੀਵਾਂ ਕਰਨ ਵਾਸਤੇ। ਹਉਮੈ ਨਾਵੇਂ ਨਾਲ ਵਿਰੋਧ ਹੈ। ਜੇ ਹੰਕਾਰੇ ਵਧੀ ਗਿਆ ਉਹ ਤਪ ਵੀ ਉਰਦ ਤਪੇ ਹੈ। ਜਿਹੜੇ ਤਪ ਨਾਲ ਹੰਕਾਰ ਵੱਜ ਜਾਵੇ ਉਹ ਤਪ ਉਰਦ ਤਪ ਹੈ। ਤਪ ਕੋਈ ਵੀ ਹੋਵੇ ਚਾਹੇ। ਇਸ ਕਰਕੇ ਜਿੰਨੇ ਹੋਏ ਨੇ ਨਾ ਰਿਸ਼ੀ ਮੁਨੀ ਸਭ ਹੰਕਾਰੀ ਸੀ, ਕ੍ਰੋਧੀ ਸੀ। ਉਹ ਸਾਰਿਆਂ ਦਾ ਤਪ ਨੂੰ ਉਰਦ ਤਪ ਕਿਹਾ ਹੋਇਆ। ਜਿਹੜਾ ਮਨ ਨੂੰ ਨੀਵਾਂ ਕਰੇ ਉਹੀ ਤਪ ਹੈ। ਮਨ ਨੀਵਾਂ ਕਰ ਦਿੰਦਾ ਪਾਣਾ ਮੰਨੇ ਤੇ। ਪਾਣਾ ਮੰਨੇ ਤੇ ਮਨ ਨੀਵਾਂ। ਪਾਣਾ ਮੰਨੇ ਬਿਨਾਂ ਨਾ ਮਨ ਨੀਵਾਂ ਨਹੀਂ ਹੁੰਦਾ। ਫਿਰ ਦਾਸ ਬਣਦਾ। ਜਿਹੜਾ ਦਾਸ ਬਣ ਗਿਆ ਉਹਨੇ ਤਪ ਠੀਕ ਕੀਤਾ। ਜਿਹੜਾ ਗੁਰੂ ਬਣ ਗਿਆ ਉਹਨੇ ਤਪ ਗਲਤ ਕੀਤਾ। ਜਿਹੜਾ ਗੁਰੂ ਕਹਾਇਆ, ਸੰਤ ਕਹਾਇਆ, ਸਾਧ ਕਹਾਇਆ, ਵੱਡਾ ਕਹਾਇਆ ਨਾ। ਜੇ ਕੋਈ ਨੌ ਧਰਾਏ ਵੱਡਾ ਸਾਧ ਕਰੇ ਮਨ ਭਾਣੇ। ਖਸਮੇ ਨਦੀ ਕੀੜਾ ਆਵੇ ਜਿੱਤੇ ਚੁੱਗੇ ਦਾਣੇ। ਇਹ ਗੁਰੂਆਂ ਨੂੰ ਇਹ ਜਿਹੜੇ ਅਸੀਂ ਬਣਾਈ ਬੈਠੇ ਨਾ ਅੱਜ ਆਪਣੇ ਗੁਰੂਆਂ ਨੂੰ ਗੁਰੂ, ਇਹਨਾਂ ਨੂੰ ਦਾਸ ਰਹਿਣ ਦਿਓ, ਚੰਗੇ ਰਹੋਗੇ। ਨਹੀਂ ਉਹਨਾਂ ਦੀ ਨਿਗਾਹ ਤੁਸੀਂ ਸਿੱਖ ਨਹੀਂ ਹੈਗੇ। ਤੁਸੀਂ ਸਿੱਖ ਜਿੰਨਾ ਮਰਜ਼ੀ ਆਖੜੀ ਫਿਰੇ ਜਾਓ, ਉਹਨਾਂ ਦੀ ਨਿਗਾਹ ਸਿੱਖ ਨਹੀਂ ਹੈਗੇ। ਭੁਲੇਖੇ 'ਚ ਨਾ ਰਹੋ। ਕੋਈ ਜੋ ਉਹ ਚਾਹੁੰਦੇ ਸੀ ਬਣਨਾ ਆਪਣੀ ਖੁਸ਼ੀ ਨਾਲ ਉਹੀ ਬਣੇ ਰਹਿਣ ਦਿਓ। ਇਹਦੇ 'ਚ ਉਹਨਾਂ ਦੀ ਵਡਿਆਈ ਹੈ। ਜਿੰਨਾ ਕੋਈ ਛੋਟਾ ਉਨੀ ਸ਼ਕਤੀ ਜ਼ਿਆਦਾ। ਐਟਮ ਸਭ ਤੋਂ ਛੋਟਾ, ਐਟਮ ਦੀ ਸ਼ਕਤੀ ਜ਼ਿਆਦਾ ਹੈ। ਐਟਮ ਦੀ ਸ਼ਕਤੀ ਦਾ ਲੋਹਾ ਦੁਨੀਆ ਬਣਦੀ ਹੈ। ਬੰਬ ਵੀ ਚੱਲਦਾ, ਵੱਡੇ ਵੱਡੇ ਟੁਕੜੇ ਗਿਰਦੇ ਨੇ ਦੂਏ ਬੰਬਾਂ ਦੇ, ਪਰ ਐਟਮ ਜਿਹਾ ਟੁੱਟਦਾ ਉਹਦੇ ਟੁਕੜੇ ਕੀ ਕਰਦੇ ਨੇ? ਔਰ ਉਦੋਂ ਗਾਹਾਂ ਜਿਹੜੇ ਹਾਈਡਰੋਜਨ ਨਾਈਟ੍ਰੋਜਨ ਬੰਬ ਨੇ ਉਹ ਕੀ ਕਰਦੇ ਨੇ? ਜਿੰਨੀ ਬਰੀਕੀ ਚਲੀ ਜਾਊਗੀ ਅੱਗੇ ਜਾ ਕੇ ਛੋਟਾ ਹੋਈ ਜਾਊਗਾ, ਓਨਾ ਹੀ ਬੜਾ ਹੋਈ ਜਾਂਦਾ, ਉਨੀ ਸ਼ਕਤੀ ਵਧੀ ਜਾਂਦੀ। ਇਹ ਕੀ ਸਮਝਣ ਮੂਰਖ? ਮੂਰਖ ਜਾਣੇ ਕੀ
ਉਜੜ ਖੇੜਾ ਫਿਰ ਬਸੇ ਮੂਰਖ ਜਾਣੇ ਕੀ। ਇਹ ਤਾਂ ਮਰ ਕੇ ਜਿਉਂਦਾ ਹੋਣ ਵਾਲੀ ਗੱਲ ਹੈ, ਇਹ ਤਾਂ ਮਰ ਕੇ ਜਿਉਂਦਾ ਹੋਣ ਵਾਲੀ ਗੱਲ ਹੈ। ਸਾਇੰਸ ਵਿੱਚ ਵੀ ਦੇਖ ਲੈਣ, ਜਿਹੜਾ ਮੋਟਾ ਹੈ ਉਹਦੀ ਅਕਲ ਮੋਟੀ, ਇਹ ਖੰਡਿਓ ਤਿੱਖੀ ਬਾਲੋਂ ਨਿੱਕੀ ਇਹ ਤਮਾਰਗ ਜਾਣਾ, ਨਿਕਲੂ ਕਿਵੇਂ ਇਹ ਤਮਾਰਗ। ਕਬੀਰ ਕਹਿੰਦਾ ਕਬੀਰ ਮੁਕਤ ਦੁਆਰਾ ਸੰਕਰਾ ਰਾਈ ਦਾ ਸਮੇਂ ਭਾਏ। ਮਨ ਤੋਂ ਮੈਗਲ ਹੋ ਰਿਹਾ, ਮਨ ਤੋਂ ਹਾਥੀ ਬਣਿਆ। ਉਹ ਜਿਹੜੇ ਗੁਰੂ ਨੇ ਹਾਥੀ ਨੇ ਉਹ ਨਹੀਂ ਨਿਕਲ ਸਕਦੇ ਉੱਥੇ ਦੀ, ਉਹਨਾਂ ਨੂੰ ਮੁਕਤੀ ਨਹੀਂ ਮਿਲਦੀ ਹੁੰਦੀ। ਕਬੀਰ ਕਹਿੰਦਾ ਪਵਨ ਰੂਪ ਹੋ ਜਾਵਾਂਗੇ। ਹੁਣ ਕੋਈ ਜਾਣੇ ਉੱਚਾ ਸੋਈ ਗਣੀ ਸਭ ਤੋਂ। ਹਾਂ ਇਹ ਕੀ ਜਾਣਨ, ਇਹ ਬੜਾ ਬਣਾਉਂਦੇ ਨੇ ਜਦ ਹੰਕਾਰੀ ਨੇ ਨਾ, ਆਪ ਬੜਾ ਬਣਨਾ ਚਾਹੁੰਦੇ ਨੇ। ਇਹਨਾਂ ਦਾ ਆਪਣਾ ਹੰਕਾਰ ਬੋਲਦਾ, ਹੰਕਾਰ, ਇਹ ਹੰਕਾਰ ਬੋਲਦਾ। ਇਹਨਾਂ ਨੂੰ ਨਹੀਂ ਸਮਝ ਆਏਗੀ ਮੱਤ ਮਾਰੀ ਹੋਈ ਹੈ, ਹੰਕਾਰੀ ਦੀ ਮੱਤ ਮਾਰੀ ਹੁੰਦੀ ਹੈ। ਗੁਰਬਾਣੀ ਕੀ ਕਹਿੰਦੀ ਹੈ, ਤੁਸੀਂ ਕੀ ਕਰਦੇ ਹੋ? ਜੇ ਦਾਸ ਬਣਾਉਣਗੇ ਤਾਂ ਆ ਜਿਹੜੇ ਦੂਏ ਜੰਮੇ ਨੇ ਨਾ ਸਾਰੇ ਹੀ ਆਪੇ ਹੀ ਬਹਿ ਜਾਣਗੇ, ਆਪੇ ਗੁਰੂ ਬਣੇ, ਆਪੇ ਜਿਹੜੇ ਗੁਰੂ ਬਣੇ ਨੇ ਆਪੇ ਬੰਦ ਹੋ ਜਾਣਗੇ। ਬਣਾਏ ਤਾਂ ਤੁਸੀਂ ਨੇ, ਇਹ ਹੁਣ ਪਿੱਟਦੇ ਹੋ। ਗੁਰੂ ਬਣਨੇ ਤਾਂ ਬੰਦ ਕਰੇ ਤੇ ਨਾਨਕ ਨੇ ਕਹਿ ਕੇ, ਸ਼ਬਦ ਗੁਰੂ ਸੁਰਤ ਤੋਂ ਚੇਲਾ। ਗੁਰੂ ਬਣਨੇ ਬੰਦ ਕਰੇ ਤਾਂ ਤੁਸੀਂ ਫਿਰ ਬਣਾਤੇ। ਆਪਣੀ ਬਹੁਤੀ ਸਿਆਣਪ ਨਾਲ, ਬਹੁਤੇ ਸਿਆਣੇ ਨੇ ਨਾ ਇਹ ਆਪਣੀ ਬਹੁਤੀ ਸਿਆਣਪ ਨਾਲ ਗੁਰੂ ਨੂੰ ਵੀ ਸਿਆਣੇ ਨੇ, ਇਹ ਗੁਰੂਆਂ ਨੂੰ ਸਿਆਣੇ ਨੇ, ਉਹਨਾਂ ਨੂੰ ਗੁਰੂ ਬਣਾ ਰਹੇ ਨੇ। ਗੁਰਬਾਣੀ ਨੂੰ ਸਿਆਣੇ ਨੇ ਐ ਕਹੋ ਨਾ, ਗੁਰਬਾਣੀ ਦੇ ਉਪਦੇਸ਼ ਨੂੰ ਆਪ ਸਿਆਣੇ ਨੇ, ਭਗਤਾਂ ਨੂੰ ਆਪ ਸਿਆਣੇ ਬਣ ਕੇ ਉਹ ਰਿਜ਼ਲਟ ਸਾਹਮਣੇ। ਉਹ ਤਾਂ ਚਾਹੁੰਦੇ ਹੀ ਸੀ ਵੀ ਇੱਧਰ ਨੂੰ ਜਾਣ, ਫਿਰ ਅਸੀਂ ਇਹਨਾਂ ਨੂੰ ਘੇਰਾ ਪਾ ਲਈਏ। ਉਹਨਾਂ ਨੇ ਘੇਰਾ ਪਾ ਲਿਆ ਆਪਣਾ। ਹਾਂਜੀ, ਕਈ ਉਰਦ ਬਾਹਾ ਸੰਨਿਆਸ, ਕਈ ਉਰਦ ਬਾਹਾ ਸੰਨਿਆਸ। ਸੰਨਿਆਸ ਕੀ ਹੈ? ਉਰਦ ਬਾਹਾ, ਬਾਹਾ ਲਫ਼ਜ਼ ਹੈ, ਬਾਹ ਨਹੀਂ ਹੈ, ਬਾਹਾ, ਵਾਹ ਬਹਾਓ। ਸੰਨਿਆਸ ਕੀ ਹੈ? ਪੁੱਠੀ ਗੰਗਾ ਚਲਾ ਦੇਣੀ। ਯਾਨੀ ਸੰਨਿਆਸ ਹੈ ਆਸ ਨੂੰ ਸੁਣ ਕਰ ਲੈਣਾ। ਆਸ ਸੁਣ ਨਹੀਂ ਹੋ ਸਕਦੀ, ਆਸ ਸੁਣ ਨਹੀਂ ਹੋ ਸਕਦੀ। ਜਿਵੇਂ ਇੰਜਣ ਹੈ ਪੂਰੀ ਸਪੀਡ ਤੇ ਚੱਲਦਾ, ਉਹਦੇ ਚੱਕੇ ਦੇ ਉੱਤੇ ਕੋਈ ਚੀਜ਼ ਬ੍ਰੇਕ ਲਾ ਕੇ ਇੰਜਣ ਦਾ ਨਹੀਂ ਬੰਦ ਕਰਨਾ, ਉਹਦਾ ਤਾਂ ਫਿਊਲ ਨਹੀਂ ਘਟਾਉਣਾ, ਤੇਲ ਨਹੀਂ ਘਟਾਉਣਾ, ਚੱਲਣ ਨਹੀਂ ਉਹਨੂੰ ਦੇਣਾ, ਤੇ ਇਹਦਾ ਨੁਕਸਾਨ ਹੈ। ਫਿਰ ਤਾਂ ਕੀ ਪੈਦਾ ਹੋਊ? ਅੱਗ, ਅੱਗ ਪੈਦਾ ਹੋਊ। ਇਹ ਉਰਦ ਬਾਹਾ ਹੈ। ਕੀ ਕਰਨਾ ਕੀ ਚਾਹੀਦਾ ਸੀ? ਆਸ, ਆਖਰ ਜੇ ਸੁਣ ਕਰਦੇ ਨੇ ਆਸ ਨੂੰ, ਉਹਦਾ ਟਾਰਗੇਟ ਕੀ ਹੈ? ਟਾਰਗੇਟ ਕੀ, ਕਾਹਦੇ ਵਾਸਤੇ ਸੁਣ ਆਸ ਕਰਦੇ ਨੇ, ਕਾਹਦੇ ਵਾਸਤੇ ਕਰਦੇ ਨੇ ਆਸ ਨੂੰ ਸੁਣ? ਜੇ ਕਿਸੇ ਚੀਜ਼ ਦੇ ਵਾਸਤੇ, ਜੇ ਉਹਨਾਂ ਦਾ ਮੁੱਦਾ ਨਹੀਂ ਨਾ ਕੋਈ ਹੈ, ਤੇ ਆਸ ਵਿੱਚ ਸੁਣ ਕਿਉਂ ਕਰਦੇ ਨੇ? ਸੋਚਣਾ ਬੰਦ ਕਿਉਂ ਕਰਦੇ ਨੇ? ਸੋਚਣਾ ਏਦਾਂ ਬੰਦ ਨਹੀਂ ਹੋ ਸਕਦਾ। ਸੁਪਨੇ ਵਿੱਚ ਸੁਪਨਾ ਨਹੀਂ ਬੰਦ ਹੁੰਦਾ। ਸੁਪਨਾ ਬੰਦ ਹੁੰਦਾ, ਸੁਪਨੇ ਵਾਲੇ ਨੂੰ ਜਗਾ ਲਈਦਾ ਹੁੰਦਾ। ਸੁਪਨੇ ਵਾਲੇ ਨੂੰ ਜਗਾ ਲਓ, ਆਪੇ ਬੰਦ ਹੋ ਜੂ। ਜੇ ਸਮਝਣ ਲੱਗ ਜਾਂਦੇ, ਕੁਛ ਸਮਝਣ ਲੱਗ ਜਾਂਦੇ, ਸੁਣਨ ਲੱਗ ਜਾਂਦੇ, ਬੋਲਣ ਦੀ ਬਜਾਏ। ਇੱਕ ਆਦਮੀ ਲੈਕਚਰ ਦੇ ਰਿਹਾ, ਇੱਕ ਆਦਮੀ ਲੈਕਚਰ ਦੀ ਬਜਾਏ ਆਪ ਸੁਣ ਰਿਹਾ। ਜਿਹੜਾ ਸੁਣ ਰਿਹਾ ਉਹਦੀ ਕਲਪਨਾ ਆਪੇ ਬੰਦ ਹੈ। ਕੋਈ ਟੈਲੀਵਿਜ਼ਨ ਦੇਖਣਾ, ਜੋ ਕਿਤਾਬ ਪੜ੍ਹਨ ਲੱਗ ਜਾਓ, ਆਪੇ ਕਲਪਨਾ ਬੰਦ ਹੈ। ਕਲਪਨਾ ਕਾਹਦਾ? ਜਾਂ ਵਿਹਲਾ ਹੈ? ਵਿਹਲਾ ਦਿਮਾਗ ਹੈ, ਸ਼ੈਤਾਨ ਦਾ ਘਰ ਹੈ, ਇਹਨੂੰ ਵਿਹਲਾ ਰਹਿਣ ਨਹੀਂ ਦੇਣਾ। ਇਹ ਸਮਝਣ ਆਇਆ ਸੀ, ਆਇਓ ਸੁਣਨ ਪੜ੍ਹਨ ਕੋ ਬਾਣੀ, ਇਹ ਕੰਮ ਆਇਆ ਸੀ। ਉਹ ਕੰਮ ਦਾ ਲਾਇਆ ਨਹੀਂ, ਕਹਿੰਦੇ ਚੁੱਪ ਕਰਕੇ ਬਹਿ ਜਾ। ਚੁੱਪ ਕਿਵੇਂ ਕਰੇ? ਏਦਾਂ ਨਹੀਂ ਚੁੱਪ ਕਰ ਸਕਦਾ। ਚੁੱਪੇ ਚੁੱਪ ਨਾ ਹੋ ਗਈ। ਜੇ ਮੂੰਹ ਵੀ ਚੁੱਪ ਕਰ ਗਿਆ ਤਾਂ ਵੀ ਨਹੀਂ ਚੁੱਪ ਹੋਣਾ ਇਹਨੇ। ਇਹ ਉਰਦ ਬਾਹੋ, ਇਹ ਵੀ ਪੁੱਠਾ ਬਾਹੋ ਹੈ, ਪੁੱਠਾ ਕੰਮ ਕਰ ਰਹੇ ਨੇ। ਜੇ ਇਹ ਕਰੋਗੇ ਆਦਮੀ ਡਿਪਰੈਸ਼ਨ ਚਲਾ ਜਾਊਗਾ, ਪਾਗਲ ਹੋ ਜਾਊਗਾ। ਉੱਪਰ ਤਾਂ ਜੇ ਇਮਾਨਦਾਰੀ ਨਾ ਕਰੂ ਪਾਗਲ ਹੋ ਜਾਊਗਾ। ਦਿਮਾਗ ਉਹਦਾ, ਦਿਮਾਗ ਨੂੰ ਕਿਵੇਂ ਬੰਦ ਕਰੋਗੇ ਤੁਸੀਂ?
ਖਤਰਨਾਕ ਹੈ। ਜੇ ਇਹ ਕਰੋਗੇ ਪਾਗਲ ਹੋ ਜਾਊਗਾ, ਇਮਾਨਦਾਰੀ ਨਾਲ ਕਰੂਗਾ। ਜਿਨ੍ਹਾਂ ਨੇ ਵੀ ਇਮਾਨਦਾਰੀ ਨਾਲ ਕੰਮ ਕੀਤਾ ਸਭ ਪਾਗਲ ਹੋ ਗਏ। ਜੇ ਇਮਾਨਦਾਰੀ ਨਾਲ ਨਹੀਂ ਕਰੂਗਾ ਫਿਰ ਉਹ ਕਹਿ ਦੂਗਾ ਹਾਂ ਬਸ ਮਿਲ ਗਿਆ, ਬਸ ਐਂ ਹੋ ਗਿਆ, ਐਂ ਹੋ ਗਿਆ। ਫਿਰ ਉਹ ਪਖੰਡ, ਫਿਰ ਆਪਣਾ ਪਖੰਡ ਰਚ ਲੂਗਾ। ਫਿਰ ਗੁਰੂ ਬਣਿਆ ਬਣਾਇਆ ਹੀ ਹੈ। ਪੂਰੇ 'ਚ ਬਹਿ ਜਾ ਕਰੂਗਾ, ਧੂੜੀਆਂ ਤਾਪ ਲੂ, ਮਾਲਾ ਫਿਰ ਲੂ, ਬਾਅਦ ਜੀ ਮਿਲ ਗਿਆ, ਸਭ ਕੁਝ ਐਂ ਹੋ ਗਿਆ, ਦਰਸ਼ਨ ਹੋ ਗਏ। ਫਿਰ ਉਹ ਜਿਹੀਆਂ ਕਹਾਣੀਆਂ ਬਣਾ ਲੂਗਾ। ਜਾਂ ਤਾਂ ਪਖੰਡਵਾਦ ਕਰੂਗਾ, ਜਾਂ ਜੇ ਇਮਾਨਦਾਰ ਹੋਊ ਤਾਂ ਪਾਗਲ ਹੋ ਜਾਊਗਾ। ਮਨ ਦੇ ਫੁਰਨੇ ਦੂਰ ਹੋ ਜਾਣਗੇ। ਇਹਨੂੰ ਸਮਝਣ ਲਾ ਦਿਓ, ਗੁਰਬਾਣੀ ਵਿਚਾਰਨ ਲਾ ਦਿਓ, ਆਪੇ ਮਨ ਦੇ ਫੁਰਨੇ ਦੂਰ ਹੋ ਜਾਣਗੇ। ਫੁਰਨਾ ਜਦ ਉੱਠਦਾ ਜਦ ਵਿਹਲਾ ਹੁੰਦਾ। ਜੇ ਬਾਣੀ ਵਿਚਾਰਦਾ ਫੁਰਨਾ ਆਪੇ ਨਹੀਂ ਉੱਠਦਾ, ਫੁਰਨਾ ਆਪੇ ਬੰਦਾ। ਇਸ ਕਰਕੇ ਇੱਕ ਖਿਣ ਤਿਸ ਬਿਨ ਜੀਵਣਾ ਵਿਰਥਾ ਜਨਮ ਜਣਾ। ਇੱਕ ਖਿਣ ਵੀ ਇਹਨੂੰ ਵਿਹਲਾ ਨਹੀਂ ਰਹਿਣ ਦੇਣਾ ਜਦ ਫੁਰਨਾ ਉੱਠ ਖੜੂਗਾ। ਹੋਰ ਕੋਈ ਗੱਲ ਹੀ ਨਹੀਂ ਹੈ ਗੁਰਬਾਣੀ 'ਚ। ਇਹ ਕੀ ਕਰਦੇ, ਨਕਲ ਕਰਦੇ ਨੇ। ਮਾਲਾ ਫੇਰਨ ਵਾਲੇ ਵੀ ਨਕਲ ਕਰਦੇ ਨੇ, ਵਾਹਿਗੁਰੂ ਵਾਹਿਗੁਰੂ ਵਾਲੇ ਵੀ ਇਹਨਾਂ ਦੀ ਉਹ ਨਕਲ ਕਰਦੇ ਨੇ। ਜਿਨ੍ਹਾਂ ਦਾ ਖੰਡਨ ਕੀਤਾ ਨਾ ਮੱਤਾਂ ਦਾ, ਉਹਨਾਂ ਦੀ ਨਕਲ ਹੈ ਸਾਰੀ ਸਿੱਖ ਕਰ ਰਹੇ। ਉਹਨਾਂ ਦੀ ਨਕਲ ਕਰ ਰਹੇ ਨੇ। ਦਰਸ਼ਨ ਸਿੰਘ ਵੀ ਮਾਲਾ ਲਈ ਫਿਰਦਾ ਸੀ। ਇੱਥੇ ਦੇਖ ਲਿਓ ਮਾਲਾ ਨੂੰ ਕੋਈ ਜਗ੍ਹਾ ਹੈ? ਆ ਚੈਪਟਰ ਦੇ ਵਿੱਚ ਮਾਲਾ ਨੂੰ ਕੋਈ ਜਗ੍ਹਾ ਹੀ ਨਹੀਂ ਹੈ। ਆ ਜਿਹੜੇ ਚੱਲ ਰਹੇ ਹੈ ਨਾ ਸ਼ਬਦ, ਇਹ ਜੇ ਮਾਲਾ ਨੂੰ ਕੋਈ ਜਗ੍ਹਾ ਹੀ ਨਹੀਂ ਹੈ। ਕਿਸੇ ਗੱਲ ਨੂੰ ਨਹੀਂ ਕੋਈ ਜਗ੍ਹਾ। ਸਵਾਏ ਗੁਰਮਤਿ ਤੇ ਸੋਝੀ ਤੇ ਕਿਸੇ ਗੱਲ ਵਾਸਤੇ ਜਗ੍ਹਾ ਨਹੀਂ ਹੈ। ਉਹ ਇਹਨਾਂ ਕੋਲ ਹੈ ਨਹੀਂ, ਉਹ ਹੁਣ ਵੀ ਨਹੀਂ ਹੈ ਕਿਸੇ ਕੋਲ ਵੀ ਨਹੀਂ। ਜਿਹੜੇ ਰੌਲਾ ਪਾਉਂਦੇ ਨੇ ਗੁਰਬਾਣੀ ਦੀ ਸਮਝ, ਜੇ ਸਮਝ ਹੁੰਦੀ ਰੌਲਾ ਹੀ ਨਹੀਂ ਹੈ। ਫਿਰ ਤਾਂ ਜਿੱਦਣ ਸਮਝ ਹੋਊਗੀ ਰੌਲਾ ਆਪੇ ਹਟ ਜਾਊਗਾ। ਸਮਝ ਦੀ ਅਣਹੋਂਦ ਦੇ ਰੌਲਾ। ਵਿਦਵਾਨਾਂ ਨੇ ਸਮਝ ਤੇ ਕੀ ਲੈਣਾ ਹੁੰਦਾ? ਸਮਝ ਤਾਂ ਝਗੜੇ ਮਟਾਉਂਦੀ ਹੁੰਦੀ ਹੈ। ਵਿਦਿਆ ਝਗੜੇ ਖੜੇ ਕਰਦੀ ਹੈ। ਵਿਦਿਆ ਦੀ ਵਿਚਾਰ ਜਿਹੜੀ ਹੈ, ਜਾਂ ਵਿਦਿਆ ਨੂੰ ਵਿਚਾਰਾਂਗੇ ਫਿਰ ਝਗੜੇ ਮਿਟਦੇ ਨੇ। ਜਿੰਨਾ ਚਿਰ ਵਿਦਿਆ ਵਿਚਾਰੀ ਨਹੀਂ, ਵਿਦਿਆ ਪਰਉਪਕਾਰੀ ਨਹੀਂ। ਵਿਦਿਆ ਨੇ ਆਤਮ ਘਾਤੀ ਹੁੰਦੀ ਹੈ। ਆਤਮ ਘਾਤੀ ਹੋ ਗਈ ਇਹਨਾਂ ਦੀ ਵਿਦਿਆ। ਇਹਨਾਂ ਨੂੰ ਇਹ ਆਤਮ ਘਾਤੀ ਨੇ। ਸਾਰੇ ਆਪਣੇ ਆਪ ਨੂੰ ਹੀ ਘਾਤ ਕਰ ਰਹੇ ਨੇ। ਆਪਣੀ ਬੁੱਧੀਹੀਨ ਹੋ ਗਏ। ਨਹੀਂ ਹੋਏ ਡਿਸਕਸ ਕਰ ਲੈਣ ਜਿੱਥੇ ਮਰਜੀ। ਇਹ ਤਾਂ ਸਾਬਤ ਕਰ ਦੇਣੇ ਨੇ ਵੀ ਤੁਸੀਂ ਬੁੱਧੀਹੀਨ ਹੋ। ਹੋਏ ਪਏ ਨਾ ਸਾਬਤ ਨੂੰ ਕੀ ਹੈ? ਇਹ ਸਭ ਪਬਲਿਕ ਨੂੰ ਪਤਾ ਲੱਗ ਜਾਣਾ। ਕਹੂੰ ਜੋਗ ਭੇਸ ਉਦਾਸ। ਕਹੂੰ ਜੋਗ ਭੇਸ ਉਦਾਸ। ਕਿਤੇ ਜੋਗ ਭੇਸ ਹੈ? ਜੋਗੀ ਨੇ, ਜੋਗੀ ਆਪਣਾ ਭੇਖ ਹੈ ਉਹਨਾਂ ਦਾ। ਕਿਤੇ ਉਦਾਸੀ ਨੇ। ਉਦਾਸੀ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਜੋਗੀਆਂ ਦੇ ਵਿੱਚੋਂ ਹੀ ਨੇ। ਉਦਾਸੀ ਇਹ ਸ੍ਰੀ ਚੰਦ ਹੈ। ਸ੍ਰੀ ਚੰਦ ਦੇ ਸਿਰ ਤੇ ਜਟਾ ਨੇ ਉਹੀ ਧੂਣਾ ਜੋਗੀਆਂ ਵਾਲਾ ਹੀ। ਉਦਾਸੀ ਇਹਨਾਂ ਦੇ ਵਿੱਚੋਂ ਹੀ ਨੇ। ਜੋਗ ਭੇਸ ਉਦਾਸ। ਕਹੂੰ ਨਿਵਲੀ ਕਰਮ ਕਰੰਤ। ਕਿਤੇ ਨਿਉਲੀ ਕਰਮ ਕਰਦੇ ਨੇ। ਨਿਉਲੀ ਕਰਮ ਹੁੰਦਾ ਨਾ, ਉਹ ਨੇਤੀ ਧੋਤੀ ਲੈ ਕੇ ਸਫਾਈ ਕਰਦੇ ਨੇ ਸਰੀਰ ਦੀ। ਹਾਂਜੀ। ਕਹੂੰ ਪੌਣ ਆਹਾਰ ਦੁਰੰਤ। ਕਿਤੇ ਪੌਣ ਆਹਾਰੀ ਨੇ। ਇਹ ਵੀ ਦੁਰੰਤ ਹੈ। ਇਹ ਖਤਰਨਾਕ ਗੱਲ ਹੈ। ਪੌਣ ਆਹਾਰੀ ਕੁਝ ਖਾਣਾ ਹੀ ਨਹੀਂ। ਇਹ ਅਨਨੈਚੁਰਲ ਗੱਲ ਹੈ। ਕੁਝ ਖਾਣਾ ਨਹੀਂ ਹੈ ਪੌਣ ਨਾਲੇ। ਪੌਣ ਸਿਰਫ ਖੂਨ ਸਾਫ਼ ਕਰਦੀ ਹੈ। ਖੂਨ ਬਣੂਗਾ ਤਾਂ ਫਿਰ ਸਾਹ ਤੇ ਕੀ ਕਰਾਉਣਾ ਤੁਸੀਂ? ਖੂਨ ਬਣੂਗਾ ਉਸ ਨੂੰ ਸਾਫ਼ ਕਰਨਾ। ਇਹ ਵੀ ਦੁਰੰਤ ਹੈ। ਇਹ ਵੀ ਕੁਦਰਤ ਦੇ ਖਿਲਾਫ ਹੈ ਗੱਲ। ਕੁਦਰਤ ਤੋਂ ਦੂਰ ਲਿਜਾਣ ਵਾਲੀ ਗੱਲ ਹੈ ਸਾਰੀ। ਵੀ ਪੌਣੇ ਖਾਣੀਆਂ ਜੀ, ਖਾਣਾ ਹੀ ਨਹੀਂ ਕੁਛ। ਖਾਦੇ ਬਿਨਾਂ ਸਰੀਰ ਕਿਵੇਂ ਬਚੂ? ਖਾਣ ਪੀਣ ਬਿਨਾਂ ਸਰੀਰ ਨਹੀਂ ਬਚਦਾ ਹੈ। ਇਹ ਮੂਰਖਤਾ ਹੀ ਹੈ। ਆ ਜਿਹੜਾ ਜੇ ਸਾਰੀ ਪਾਉਣ ਆ ਰਹੀ ਹੋ ਜਾਣਾ, ਜਿਹੜਾ ਇੰਨੀ ਪੈਦਾ ਹੁੰਦਾ ਕਿਹਦੇ ਵਾਸਤੇ ਪੈਦਾ ਕੀਤਾ? ਪਰਮੇਸ਼ਰ ਪਾਗਲ ਸੀ। ਜਾਂ ਤਾਂ ਤੁਸੀਂ ਪਾਗਲ ਹੋ ਜਾਂ ਪਰਮੇਸ਼ਰ ਪਾਗਲ ਸੀ। ਜਿਹਨੇ ਪੈਦਾ ਕੀਤਾ ਹੈ ਇੰਨਾ ਕੁਛ ਖਾਣ ਨੂੰ ਆਦਮੀ ਦੇ, ਜਾਂ ਤਾਂ ਉਹ ਸਦਾਈ ਸੀ ਜਾਂ ਤੁਸੀਂ ਸਦਾਈ ਹੋ। ਕਹੂੰ ਤੀਰਥ ਦਾਨ ਅਪਾਰ। ਕਿਤੇ ਤੀਰਥਾਂ ਦੇ ਉੱਤੇ ਜਾ ਕੇ ਦਾਨ ਕਰਦੇ ਨੇ। ਕਿੰਨਾ ਅਪਾਰ ਦਾਨ ਕਰਦੇ ਨੇ। ਉਹ ਕੀ ਹੈ? ਬੱਲੇ ਬੱਲੇ ਰਾਜੇ ਨੇ ਨਾ।
ਜਸ ਕੱਢਦੇ ਨੇ। ਜਸ ਕਿਹੜਾ? ਉਹ ਫੋਕਾ ਜਸ ਹੈ, ਕੁਸੁੰਭ ਦਾ ਰੰਗ ਹੈ। ਜਿਹੜਾ ਇੱਥੇ ਸੰਸਾਰੀ ਜਸ ਹੈ ਉਹ ਦਰਗਾਹ ਦਾ ਜਸ ਨਹੀਂ ਹੈ। ਦਰਗਾਹ 'ਚ ਉਹਨੂੰ ਕੀ ਫਲ ਮਿਲਦਾ? ਹੰਕਾਰ। ਜਸ ਜਿਹੜਾ ਹੁੰਦਾ ਤੈਸਾ ਮਾਨ ਤੈਸਾ ਅਭਿਮਾਨ, ਹੰਕਾਰ 'ਚ ਬਦਲ ਜਾਂਦਾ। ਬੜਾ ਬਣਨਾ ਜਿਹੜਾ ਹੈਗਾ ਨਾ, ਰੱਬ ਦਾ ਸ਼ਰੀਕ ਬਣਨਾ, ਬੜਾ ਬਣਨਾ। ਜਿਹੜਾ ਬਣਦਾ ਬੜਾ ਬਣਦਾ ਆਖਿਰ ਕੀ ਬਣ ਜਾਂਦਾ? ਵੀ ਮੈਂ ਉਹ ਪਰਮਾਤਮਾ, ਮੈਂ ਉਹ ਪਰਮੇਸ਼ਰ ਹਾਂ, ਮੈਂ ਉਹ ਗੁਰੂ ਹਾਂ, ਮੈਂ ਉਹ ਸਭ ਕੁਛ ਹਾਂ। ਇਹ ਤਾਂ ਸੀੜੀ ਦੂਏ ਪਾਸੇ ਨੂੰ ਜਾਂਦੀ ਹੈ, ਫਿਰ ਸ਼ਰੀਕ ਬਣਨ ਵਾਲੀ ਹੈ। ਛੋਟਾ ਬਣਨ ਵਾਲੀ ਕੀ ਹੈ? छोटा बनना मिटा दे अपनी हस्ती को, अगर कुछ मर्तबा चाहिए कि दाना खाक में बिल्कुल खाक ही दाना मिलता है, कितने दाने पैदा होते हैं? जे एक भगत अपने आप को मिटाता, कितने भगत पैदा कर देता है? कबीर ने अपने आप को मिटाया, देखो गुरबाणी देती, कितने लोगों ने फायदा उठाया, कितने ने लाभ उठाया। तिनकी बरकत खाए असंख्य करोड़, असंख्य करोड़। समझा नहीं? जिन्होंने अपने आप को मिटाया उन्होंने कुछ दिता संसार नूं, उन्होंने सिर ते संसार खड़ा है, उन्होंने सिर ते धर्म चल रहा अगे। समय समय सिर आउंदे रहिंदे ने, हर युग युग भगत उपाया। भगते उपाय ने, गुरु उपाय कितने नहीं लिखा है। पता नहीं इन्होंने कितों सुफरा आ गया गुरु का। गुरु तो आप है, जिन्हें उपाया गुरु वो है, वो पाने वाला गुरु है। जेड़े उपाय ने भगत ने, किहदे भगत? उस गुरु दे ही भगत ने। पैज रखदा आया राम राज। पैज रखण दी भी गल है, गुरबाणी करदी है। मेरी पैज रखो, गुरु अमरदास जी कहते ने। समझा नहीं? गुरु नानक भी कहते ने, वो होर तरीका ना कहते ने, डोलण ते रखो प्रभु, वो भी पैजे है। हाँ जी। कहूँ जग कर्म उदार, कहूँ जग कर्म उदार। किते जग करते ने, जग करना भी उदार काम। ਜਿਹੜਾ ਆਉਂਦਾ ਛਕੀ ਜਾਓ ਬਈ, ਛਕੀ ਜਾਓ ਜਿਹੜਾ ਆਉਂਦਾ। ਉਦਾਰ ਕੰਮ ਜ਼ਰੂਰ ਹੈ, ਕੰਮ ਚੰਗਾ ਮਾੜਾ ਨਹੀਂ ਹੈ, ਉਦਾਰ ਹੈ। ਪਰ ਉਹ ਗੱਲ ਨਹੀਂ ਪ੍ਰਾਪਤ ਹੁੰਦੀ ਜਿਹੜੀ ਭਗਤੀ ਹੈ। ਜੀਵਨ ਮੁਕਤ ਅਵਸਥਾ ਨਹੀਂ ਪ੍ਰਾਪਤ ਹੁੰਦੀ ਇਹ ਚੀਜ਼ਾਂ। कहूँ अगन होत्र अनूप, ਕਈ ਅਗਨ ਹੋਤਰ, ਕਈ ਅਗਨ ਦੇ ਵਿੱਚ ਸਮੁੰਦਰੀ बहुत कीमती वो हवन करते हैं, घ्यो वगैरह, केसर वगैरह, यह जो कीमती चीज़ां अगन दे पाई जाती। कहूँ न्याय राज विभूत, किते न्याय शास्त्र पढ़ते हैं राज करने वास्ते। जिन्हें राज करना होता उन्हें इंसाफ करना, इंसाफ पढ़ना पैंदा। वो यही तो पढ़ा रहे सी उन्होंने। प्रहलाद नूं यही पढ़ाउण लगे सी बाद च न्याय। कहना मैं आल जाल, कहना मैं नहीं पढ़ना है, मुझे काहे पढ़ावो आल जाल। आल जाल कहना भी राजा बनना, हुणे राजा का मुंडा है, हुणे नूं पढ़ाइए। पहला पढ़ाता ब्रह्म ज्ञान, वो कहना मैनूं तो उही पढ़ाओ जिहड़ा पहला पढ़ाया। मेरी पटिया लिख दो। हाँ मेरी पटिया लिख दो, श्री गोपाल। श्री गोपाल वाली गल दसो, ये नहीं मैं पढ़ना तो आल जाल। आल जाल माया जंजाल, हो मैं मोह भरम पै पार। ये च नहीं मैं फसना हैगा। हुण मैनूं राजा बनाउण लगे तुसीं, मैं राज तो नरक नूं जाना। ये पुट्ठी पढ़ाई है। पहले जी मैंने पढ़ाती बचपन च, उही पढ़ाई कहाँ पढ़ाओ, मैं नहीं पढ़नी है। ये भी पढ़ाई पढ़ रहे ने, पुट्ठी पढ़ाई है, ताही नहीं प्रहलाद ने पढ़ी। ये तो फसाउण वाली पढ़ाई है। असीं यही पढ़ाउने कालजां दे विच, पढ़ाउंदे नहीं। जिहड़े PCS बनते ने, ICS अफसर बनते ने, वो की ने यही पढ़ाई है। और की है?
ਤਾਂ ਹੀ ਮਾੜੇ ਮਾੜੇ ਸੰਤਾਂ ਦੇ ਪੈਰੀ ਪੈ ਜਾਂਦੇ ਨੇ ਜਾ ਕੇ। ਜਿਹਨਾਂ ਨੂੰ ਕੁਝ ਵੀ ਨਹੀਂ ਪਤਾ ਉਹਨਾਂ ਸੰਤ ਬੇਵਕੂਫ ਬਣਾ ਦਿੰਦੇ ਨੇ ਇਹਨਾਂ ਨੂੰ। ਉਹਨਾਂ ਸੰਤਾਂ ਦੇ ਮਗਰ ਲੱਗੇ ਦੇਖੇ ਨੇ ਜਿਹਨਾਂ ਨੂੰ ਕੱਖ ਵੀ ਨਹੀਂ ਪਤਾ। ਉਹਨਾਂ ਜੋਤਸ਼ੀਆਂ ਮਗਰ ਫਿਰਦੇ ਨੇ ਜਿਹੜੇ ਸਾਰੇ ਫਰੌਡੀ ਨੇ। ਇਹ ਤਾਂ ਆਲ ਜਾਲ ਵਾਲੀ ਪੜ੍ਹਾਈ ਹੈ। ਕਹੂੰ ਨਿਆਏ ਰਾਜ ਵਿਭੂਤ। ਨਿਆਏ ਰਾਜ ਕਾਨੂੰਨ ਪੜ੍ਹਨਾ। ਵਿਭੂਤ ਵਿਭੂਤੀ ਕਹਿੰਦੇ ਨੇ ਗਿਆਨ ਨੂੰ। ਗਿਆਨ ਇੱਕ ਵਸਤੂ ਹੈ। ਗਿਆਨ ਕੀ ਵਿਭੂਤ ਨਹੀਂ ਹੈ, ਪਦਾਰਥ ਹੈ ਗਿਆਨ। ਗਿਆਨ ਪਦਾਰਥ ਪਾਏ ਨਾਮ ਪਦਾਰਥ ਪਾਏਗਾ ਕਬੀਰਾ ਗਾਂਠ ਨਾ ਖੋਲ। ਵਿਭੂਤ ਵਸਤੂ ਨੂੰ ਕਹਿੰਦੇ ਨੇ। ਰਾਜ ਕਰਨ ਦਾ ਜਿਹੜਾ ਹੈ ਨਾ ਕਾਨੂੰਨ, ਨਿਆਏ ਸਾਫ਼ ਕਰਨ ਦਾ ਨਿਆਏ। ਹੁਣ ਸੁਪਰੀਮ ਕੋਰਟਾਂ ਦੇ ਜੱਜ ਪੜ੍ਹੇ ਨਹੀਂ ਹੋਏ, ਕਿਉਂ? ਕੁਆਲੀਫਾਈਡ ਨਹੀਂ ਹਨ, ਪਰ ਧਾਰਮਿਕ ਤੌਰ ਤੇ ਵਿਚਾਰੇ, ਕਿਉਂਕਿ ਉਹ ਪੜ੍ਹਾਈ ਨਹੀਂ ਪੜ੍ਹੀ ਉਹਨਾਂ ਨੇ। ਪੜ੍ਹਾਈ ਹੈ ਨਾ, ਉਹ ਵੀ ਪੜ੍ਹਾਈ ਹੈ। ਪਰ ਜੇ ਆ ਪੜ੍ਹ ਲੈਂਦੇ ਹੋ, ਜੇ ਉਹਨਾਂ ਦਾ ਦਿਮਾਗ ਹੈ, ਬਸ ਗਏ ਸੀ ਉਹ। ਜਿਵੇਂ ਉਹ ਸਿਆਣੇ ਨੇ, ਜੇ ਆ ਪੜ੍ਹਾਈ ਪੜ੍ਹ ਲੈਂਦੇ ਐਸੇ ਜਨਮ ਚ ਗਏ, ਮੁਕਤ ਹੋ ਜਾਂਦੇ ਉਹ ਲੋਕ। ਬਸ ਦੂਏ ਪਾਸੇ ਲੱਗ ਗਏ। ਕਹੂੰ ਸ਼ਾਸਤਰ ਸਿਮਰਤੀ ਰੀਤ। ਸ਼ਾਸਤਰ ਸਿਮਰਤੀ ਰੀਤ, ਕਿਤੇ ਸ਼ਾਸਤਰ ਸਿਮਰਤੀ ਰੀਤ ਨੂੰ ਸਥਾਪਿਤ ਕਰ ਰਹੇ ਨੇ ਬਈ ਨਹੀਂ ਬਈ ਆਹ ਰੀਤੀ ਚਲਾਉਣੀ ਆਪਾਂ ਨੇ। ਜਿਵੇਂ ਸਾਡੇ ਮਰਿਆਦਾ ਚਲਾ ਰਹੇ ਨੇ। ਮਰਿਆਦਾ ਕੀ ਹੈ? ਇਹ ਸ਼ਾਸਤਰ ਸਿਮਰਤੀ ਰੀਤ ਹੈ ਮਰਿਆਦਾ, ਹੋਰ ਕੁਝ ਨਹੀਂ ਹੈ। ਸ਼ਾਸਤਰ ਹੁੰਦਾ ਆਦਮੀ ਦਾ ਬਣਾਇਆ ਹੋਇਆ। ਜਿਹੜੀ ਪੋਥੀ ਹੁੰਦੀ ਹੈ ਨਾ, ਇਹ ਪਰਮੇਸ਼ਰ ਦੀ ਬਣਾਈ ਹੁੰਦੀ ਹੈ। ਜਿਹੜਾ ਗੁਰਬਾਣੀ ਦਾ ਗ੍ਰੰਥ ਹੈ ਉਹਦਾ ਨਾਮ ਪੋਥੀ ਹੁੰਦੀ ਹੈ। ਗ੍ਰੰਥ ਦੂਜੇ ਵੀ ਹੁੰਦੇ ਨੇ, ਸਾਰੇ ਗ੍ਰੰਥ ਦਾ ਸਾਰੇ ਹੀ ਨੇ, ਇਸ ਕਰਕੇ ਇਹਨੂੰ ਪੋਥੀਓ ਕਿਹਾ ਹੈ। ਉਹ ਸਮਰਥ ਵੇਦ ਪੁਰਾਣ ਨੂੰ ਪੋਥੀਆਂ ਕਹਿਣ ਲੱਗੇ ਤੇ ਜਾਣ ਕੇ ਸਭਾ ਗ੍ਰੰਥ ਛੱਡ ਕੇ। ਕਿਉਂਕਿ ਪੋਥੀ ਧਰਮ ਪੁਸਤਕ ਦਾ ਜਿਹੜੀ ਆ ਨਾ ਪਰਮ ਗਿਆਨ ਦੇ ਗ੍ਰੰਥ ਨੇ, ਇਹਨੂੰ ਪੋਥੀ ਕਹਿੰਦੇ ਸੀ। ਉਹਨੂੰ ਵੀ ਪੜ੍ਹਨ ਕਹਿਣ ਲੱਗੇ ਵੀ ਸਾਡੀਆਂ ਵੀ ਪੋਥੀਆਂ ਹੀ ਨੇ। ਤਾਂ ਹੀ ਕਿਹਾ ਸਮਰਥ ਵੇਦ ਪੁਰਾਣ ਪੁਕਾਰਨ ਪੋਥੀਆਂ। ਉਹਨਾਂ ਨੂੰ ਪੋਥੀਆਂ ਕਹਿ ਰਹੇ ਨੇ ਨਾ, ਪੁਕਾਰ ਰਹੇ ਨੇ ਜਿਹਨਾਂ ਨੂੰ ਤੁਸੀਂ ਪੋਥੀਆਂ ਪੁਕਾਰਨਾ ਸ਼ੁਰੂ ਕਰਤਾ ਵੀ ਪੋਥੀਆਂ ਗਿਆਨ ਬਿਨਾਂ ਸਭ ਕੂੜ, ਗੱਲ ਹੀ ਅੱਛੀਆਂ, ਨਾਮ ਬਿਨਾਂ ਸਭ ਕੂੜ। ਨਾਮ ਨਹੀਂ ਹੈ ਇਹਨਾਂ 'ਚ, ਨਾਮ ਜੀ ਚਾਹੋ ਪੋਥੀ ਹੁੰਦੀ ਹੈ। ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ, ਇਹਨਾਂ ਨੂੰ ਪੋਥੀਆਂ ਪੁਕਾਰਨ ਲੱਗੇ ਹੋਏ ਨੇ। ਇਹਨਾਂ ਨੂੰ ਪੋਥੀਆਂ ਕਹਿਣਾ ਸ਼ੁਰੂ ਕਰਤਾ ਇਹਨਾਂ ਨੇ। ਕਬੀਰ ਨੇ ਕਿਹਾ ਦਾ ਕਮਰਬੰਦ ਪੋਥੀ। ਇਹ ਪੋਥੀ ਇਹਦਾ ਹੀ ਨਾਮ ਹੈ। ਜਿਹੜਾ ਇਹ ਤਾਂ ਵੇਦ ਵਿੱਚ ਵੀ ਸਾਰੇ ਵਾੜ ਲੈਦੇ ਨੇ ਇਹਨਾਂ ਨੇ ਗ੍ਰੰਥ 4 ਪ੍ਰਕਾਰ ਦਾ। ਇਹਨਾਂ ਨੇ ਪੋਥੀ ਰੱਖ ਲਿਆ ਨਾਮ। ਪੋਥੀ ਪਰਮੇਸ਼ਰ ਦਾ ਥਾਨ, ਉਹ ਵੀ ਪੋਥੀਆਂ ਹੀ ਕਹਿਣ ਲੱਗ ਗਏ ਸਾਡੇ ਪੋਥੀਆਂ ਨੇ। ਤੇ ਇਹਨਾਂ ਨੇ ਕਿਹਾ ਇਹਨਾਂ ਨੂੰ ਪੋਥੀਆਂ ਕਹਿਣ ਲੱਗੇ ਹੋ ਤੁਸੀਂ, ਇਹਨਾਂ ਦਾ ਨਾਮ ਕਿੱਥੇ ਹੈ? ਇਹ ਤਾਂ ਝੂਠ ਹੈ ਸਾਰਾ। ਨਾਮ ਬਿਨਾਂ ਸਭ ਕੂੜ, ਗਾਲੀ ਉਹ ਅੱਛੀਆਂ ਗੱਲਾਂ ਨੇ। ਉਹ ਅੱਛੀਆਂ ਗੱਲਾਂ ਹੀ ਆ। ਰਮਾਇਣ ਦੀ ਕਥਾ ਹੋਰ ਕੀ ਹੈ? ਸਾਡੇ ਜਿਹੜੀ ਰਮਾਇਣ ਦੀ ਕਥਾ, ਸਾਡਾ ਰਾਮ ਹੋਰ ਹੈ। ਸਾਡੇ ਕੂੜ ਨਹੀਂ ਹੈਗਾ। ਸਾਡੇ ਰਾਮ ਨੇ ਸਾਡੀ ਰਚਨਾ ਬਣਾਈ ਹੈ, ਕੱਲਾ ਸੇਤੂ ਨਹੀਂ ਬਣਾਇਆ ਉਹਨੇ। ਹਾਂ, ਕਹੂੰ ਵੇਦ ਸਿਉ ਵਿਪਰੀਤ। ਨਾਲੇ ਜਿਹੜਾ ਸਾਡਾ ਰਾਮ ਹੈ ਉਹਦੇ ਤਾਂ ਸਾਰੇ ਹੀ ਨੇ ਔਲਾਦ। ਕਹੋ ਕਬੀਰ ਤੂੰ ਰਾਮ ਕੀ ਅੰਸ਼। ਕਬੀਰ ਕਹਿ ਰਿਹਾ ਮੈਂ ਰਾਮ ਕੀ ਅੰਸ਼। ਤੇ ਦਸਮ ਪਾਤਸ਼ਾਹ ਨੇ ਰਾਮ ਕਹਿਤਾ ਮੈਂ ਲਵ ਕੁਸ਼ ਹਾਂ। ਲਵ ਕੁਸ਼ ਰਾਮ ਦੀ ਅੰਸ਼ ਨੂੰ ਹੀ ਨਾਮ ਹੈ ਨਾ ਇਹਨੇ ਰੱਖਿਆ। ਕਬੀਰ ਵੀ ਕਹਿ ਰਿਹਾ ਮੈਂ ਵੀ ਲਵ ਕੁਸ਼ ਦੀ ਔਲਾਦ, ਮੈਂ ਵੀ ਲਵ ਕੁਸ਼ ਹਾਂ। ਰਾਮ ਕੀ ਅੰਸ਼ ਜਦ ਕਹਿੰਦੇ ਸਾਰੇ ਰਾਮ ਕੀ ਅੰਸ਼ ਨੇ। ਕੀ ਜਾਣਨ ਵੀ ਕੀ ਗੱਲ ਹੈ ਉੱਥੇ ਕਹੀ ਹੋਈ। ਰਾਮ ਕੀ ਅੰਸ਼ ਹੈ ਕੌਣ ਨਹੀਂ? ਜਿਹੜਾ ਰਾਮ ਕੀ ਅੰਸ਼ ਨਹੀਂ, ਹਰਾਮ ਕੀ ਅੰਸ਼ ਹੋਊ ਫਿਰ ਉਹ। ਰਾਮ ਤੋਂ ਬਿਨਾਂ ਹੈ ਕੌਣ? ਰਚਨਾ ਹੀ ਰਾਮ ਨੇ ਬਣਾਈ ਹੈ ਸਾਧੋ। ਰਾਮ ਕੇ ਅੰਸ਼ ਦੇ ਬਿਨਾਂ ਤਾਂ ਕੋਈ ਵੀ ਨਹੀਂ ਹੈ।
ਜੇ ਕੋਈ ਕਹੇ ਮੈਂ ਰਾਮ ਕੀ ਅਣਸ ਨਹੀਂ, ਮੈਂ ਹਰਾਮ ਕੀ ਅਣਸ ਹੋਊਗਾ, ਉਹ ਦੱਸੇ ਫਿਰ ਕਿਹਦੀ ਅਣਸ ਆ? ਗੱਲ ਆਤਮਾ ਦੀ ਹੈ, ਸਰੀਰ ਦੀ ਨਹੀਂ ਹੈ। ਇੱਥੇ ਗੁਰਬਾਣੀ ਸਰੀਰ ਦਾ ਵਾਸਤੇ ਕੋਈ ਜਗ੍ਹਾ ਨਹੀਂ ਹੈ। ਉਹ ਵਿਦਵਾਨ ਖੜੇ ਨੇ ਸਰੀਰ ਤੇ, ਉਹ ਤਾਂ ਆਤਮਾ ਦੀ ਗੱਲ ਕਰ ਰਹੇ ਨੇ। ਤੁਸੀਂ ਸਰੀਰ ਦੀਆਂ ਗੱਲਾਂ ਕਰ ਰਹੇ ਹੋ। ਤੁਸੀਂ ਕਰਦੇ ਰਹੋ, ਇਹ ਤੁਹਾਨੂੰ ਦਿੱਤੀ ਮਾਇਆ। ਮਾਇਆ ਵਿਦਵਾਨ ਮਾਇਆ ਤੋਂ ਗਾਹਾਂ ਦੇਖ ਹੀ ਨਹੀਂ ਸਕਦੇ ਨਾ। ਉਹ ਬੋਲਣ ਵਾਲਾ ਜਿਹੜਾ ਕਹਿੰਦਾ ਮੈਂ ਅਣਸਾ, ਉਹਦੀ ਗੱਲ ਕਰੋ। ਚੇਤਾ ਨਾ ਉਜਾੜਨੀ ਹੈ। ਜੜ ਤਾਂ ਮਿੱਟੀ ਹੈ, ਉਹ ਤਾਂ ਇੱਥੇ ਰਹਿ ਜਾਣੀ ਹੈ। ਉਹ ਕਿਸੇ ਦੀ ਵੀ ਅਣਸ ਨਹੀਂ ਹੈ। ਉਹ ਤਾਂ ਪੰਜ ਤੱਤ ਨੇ। ਉਹ ਅਣਸ ਕਿਹਦੀ? ਉਹ ਅਣਸ ਹੁੰਦੀ ਹੈ ਕੋਈ। ਮਿੱਟੀ ਦਾ ਨਾ ਬੰਸ ਹੁੰਦਾ ਨਾ ਅਣਸ ਹੁੰਦਾ, ਕੁਛ ਨਹੀਂ ਹੁੰਦਾ। ਇਹ ਤਾਂ ਮਿੱਟੀ ਹੈ। ਮਾਟੀ ਮਾਟੀ ਹੋਈ ਇੱਕ ਇੱਕ। ਬਾਕੀ ਮਿੱਟੀ ਹੈ। ਇਹ ਖਬਰਾਂ ਕੀ ਇਹਨਾਂ ਦੇ ਨਿਗਾਹ ਚ ਰਾਮ ਕੀ ਹੈ? ਇਸੇ ਗੱਲ ਦਾ ਰੌਲਾ ਜੀ। ਤੁਸੀਂ ਜੀ ਹਿੰਦੂ, ਉਹ ਹਿੰਦੂ ਦਾ ਵਿਚਾਰਧਾਰਾ ਦਾ ਨਾਮ, ਸਿੱਖ ਇੱਕ ਵਿਚਾਰਧਾਰਾ ਦਾ ਨਾਮ, ਈਸਾਈ ਇੱਕ ਵਿਚਾਰਧਾਰਾ ਦਾ ਨਾਮ, ਮੁਸਲਮਾਨ ਇੱਕ ਵਿਚਾਰਧਾਰਾ ਦਾ ਨਾਮ। ਜਿਹੜੇ ਮੁਸਲਮਾਨ ਹੋਏ ਨੇ ਹਿੰਦੂਆਂ 'ਚ, ਉਹਨਾਂ ਨੂੰ ਕਹੋ ਹਿੰਦੂ ਨੇ। ਉਹ ਵੀ ਤਾਂ ਤੁਹਾਡੇ ਵਿੱਚੋਂ ਹੀ ਹੋਏ ਨੇ। ਸਾਡੇ ਹੀ ਗੋਤੀ ਨੇ, ਹੋ ਸਾਡੇ ਵਿੱਚੋਂ ਹੋਏ ਨੇ, ਹਿੰਦੁਸਤਾਨ 'ਚ ਹੋਏ ਨੇ ਮੁਸਲਮਾਨ। ਈਸਾਈ ਵੀ ਹੋਏ ਨੇ। ਹੁਣ ਮੁਸਲਮਾਨਾਂ ਦੀ ਤਾਦਾਦ ਤਾਂ ਸਿੱਖਾਂ ਨੂੰ ਕਿਤੇ ਜ਼ਿਆਦਾ ਜਿਹੜੇ ਹਿੰਦੁਸਤਾਨ 'ਚ ਹੋਏ ਨੇ। ਉਹਨਾਂ ਨੂੰ ਨਹੀਂ ਕਹਿੰਦੇ ਵੀ ਹਿੰਦੂ ਨੇ। ਉਹਨਾਂ ਨੂੰ ਕਹਿੰਦੇ ਨਹੀਂ, ਕਹਿੰਦੇ ਇਹਨਾਂ ਨੂੰ ਕਿਉਂ ਕਹਿੰਦੇ ਨੇ? ਉਹਨਾਂ ਨੂੰ ਨਹੀਂ ਕਹਿੰਦੇ। ਉਹਨਾਂ ਦੀ ਮਸੀਤ ਵੀ ਢਾਉਂਦੇ ਨੇ। ਕਿਉਂ ਬਈ? ਉਹ ਭਾਈ ਨਹੀਂ ਹਨ, ਵਿੱਚੋਂ ਨਹੀਂ ਹੋਏ ਹੋਏ। ਜੇ ਖੂਨ ਮਗਰ ਜਾਣਾ, ਖੂਨ ਤਾਂ ਤੁਹਾਡਾ ਹੀ ਆ। ਉਹ ਨਾ, ਜੇ ਉਹ ਨਹੀਂ ਹਨ ਖੂਨ। ਈਸਾਈ ਵੀ ਨਹੀਂ ਹਨ ਨਾ। ਈਸਾਈਆਂ ਨੂੰ ਤਾਂ ਕਰ ਲੈਂਦੇ ਨੇ ਪੈ ਲੱਤਾਂ ਲੁੱਤਾਂ ਗੋਡਿਆਂ ਤੱਕ ਧੋ ਕੇ। ਮੁਸਲਮਾਨ ਨੂੰ ਨਹੀਂ ਬਣਾਉਂਦੇ। ਇਹ ਗਊ ਖਾ ਚੁੱਕਿਆ ਨਾ ਉਹ। ਇਹ ਪਖੰਡਵਾਦ ਹੈ ਸਾਰਾ। ਵਿਦਵਾਨਾਂ ਦੇ ਲੈਵਲ ਦੀਆਂ ਗੱਲਾਂ ਨੇ। ਇਹਨਾਂ ਨੂੰ ਕੀ ਪਤਾ ਧਰਮ ਕੀ ਹੁੰਦਾ? ਤਾਂ ਵਿਦਵਾਨਾਂ ਦੇ ਲੈਵਲ ਦੀਆਂ ਗੱਲਾਂ ਨੇ। ਸਿਆਸੀ ਰੋਟੀਆਂ ਸੇਕਦੇ ਹੁੰਦੇ ਨੇ, ਸਿਆਸੀ ਝਗੜੇ ਪਾਉਂਦੇ ਨੇ। ਧਰਮ ਤੇ ਇਹਨਾਂ ਨੇ ਕੀ ਲੈਣਾ? ਵੈਦਿਕ ਵਿਚਾਰਧਾਰਾ ਇਹ ਸਿੱਖੀ। ਪੰਡਤ ਨੇ ਬਾਟ ਪਾੜ ਕੇ ਹਿੰਦੂ ਬਣ ਗਏ ਸੀ, ਤਾਂ ਗਿਆ ਹਿੰਦੂ ਨਾ। ਉਹ ਸੋਨਾ ਛੱਡ ਕੇ ਪਿੱਤਲ ਲੈ ਲਿਆ ਤੂੰ, ਹੀਰਾ ਛੱਡ ਕੇ ਕੌਡੀ ਨੂੰ ਮੁੱਠੀ 'ਚ ਫੜ ਲਿਆ ਤੂੰ। ਉਹਨਾਂ ਨਹੀਂ ਤਾਂ ਹੋਰ ਕੀ ਹੈ? ਤੇਰੇ ਕੋਲ ਵੇਦ ਆ, ਤੂੰ ਛੱਡ ਕੇ ਸਿਮਰਤੀਆਂ ਨੂੰ ਲੈ ਲਿਆ, ਖੋਟੇ ਸਿੱਕੇ ਤੂੰ। ਉਹਨਾਂ ਨਹੀਂ ਤਾਂ ਹੋਰ ਕੀ ਹੈ? ਜਿਹਦੇ ਘਰ ਸੱਚ ਹੋਵੇ ਉਹ ਝੂਠ ਨੂੰ ਲੈ ਲਵੇ ਤਾਂ ਉਹਨਾਂ ਨਹੀਂ ਤਾਂ ਹੋਰ ਕੀ ਹੈ? ਆਪਣਿਆਂ ਨੂੰ ਉਹਨੇ ਕਿਹਾ, ਨਾਨਕ ਨੇ। ਉਹ ਕਹਿੰਦੇ ਇਹਨੂੰ ਨਹੀਂ ਕਿਹਾ। ਉਹਨੇ ਨਾ ਕਹਿੰਦਾ, ਹੋਰ ਇਹਨਾਂ ਨੂੰ ਕੀ ਕਹਿੰਦਾ? ਤੁਹਾਡੇ ਕੋਲ ਵੇਦ ਪਿਆ, ਬ੍ਰਹਮ ਗਿਆਨ ਪਿਆ, ਇਹਨੂੰ ਛੱਡ ਕੇ ਤਤ ਗਿਆਨ ਨੂੰ ਹਾਲੇ ਹੀ ਬੈਠੇ ਹੋ ਤੁਸੀਂ। ਸੋ ਤੂੰ ਸਮੁੰਦਰ ਬਜੀਏ ਜੀ ਬੋ ਜੀ। ਕੀ ਲੈਣਾ ਤੁਸੀਂ ਇੱਥੇ? ਕੀ ਕਰੂਗਾ ਤੁਹਾਡਾ ਇਹ? ਤੁਹਾਨੂੰ ਭਵ ਸਾਗਰ ਨਹੀਂ ਪਾਰ ਕਰ ਸਕਦੇ ਇਹਨਾਂ ਗੱਲਾਂ ਨੂੰ ਤੁਸੀਂ। ਭਵ ਸਾਗਰ ਪਾਰ ਕਰਨਾ ਤਾਂ ਧਰਮ ਤੇ ਆਓ ਤੁਸੀਂ। ਉਹ ਹੋਰ ਗੱਲ ਹੈ। ਜੇ ਤੁਹਾਡਾ ਮਸਲਾ ਹੀ ਨਹੀਂ ਭਵ ਸਾਗਰ ਪਾਰ ਕਰਨਾ, ਫਿਰ ਰੌਲਾ ਪਾਈ ਜਾਓ। ਫਿਰ ਤੁਸੀਂ ਧਰਮ ਕਾਹਦਾ? ਧਰਮ ਫਿਰ ਕਾਹਦਾ ਰਹਿ ਗਿਆ ਜੇ ਭਵ ਸਾਗਰ ਪਾਰ ਹੀ ਨਹੀਂ ਹੁਣ? ਫਿਰ ਧਰਮ ਨਹੀਂ, ਫਿਰ ਧੜਾ ਹੈ। ਫਿਰ ਧਰਮ ਨਹੀਂ, ਫਿਰ ਧੜਾ ਹੈ। ਧੜੇ ਤਾਂ ਸੰਸਾਰ 'ਚ ਹੁੰਦੇ ਨੇ ਲੜਾਈ ਕਰਾਉਣ ਵਾਲੇ। ਧੜੇ ਹੁੰਦੇ ਨੇ ਲੜਨ ਵਾਲੇ। ਧਰਮ ਦੇ ਨਾਂ ਤੇ ਲੜਨ ਵਾਲੇ ਧੜੇ ਹੁੰਦੇ ਨੇ। ਧਰਮ ਨਹੀਂ ਹੁੰਦਾ। ਧਰਮ ਦਾ ਧੜਾ ਸੱਚ ਨਾਲ ਹੈ, ਬਸ, ਕਿਸੇ ਨਾਲ ਨਹੀਂ ਹੈ। ਕਹੂੰ ਵੇਦ ਸਿਉ ਵਿਪਰੀਤ। ਕਹੂੰ ਵੇਦ ਸਿਉ ਵਿਪਰੀਤ। ਕਿਤੇ ਵੇਦ ਤੋਂ ਵੀ ਉਲਟ ਖੜਾ ਸਭ ਕੁਝ। ਹੁਣ ਸਭ ਵੇਦ ਤੇ ਉਲਟੇ ਖੜਾ। ਉਹ ਐਗਜ਼ੈਕਟਲੀ ਉਲਟ ਖੜਾ। ਇਹ ਵੇਦ ਤੇ ਉਲਟ ਨਹੀਂ ਕਿ ਧਰਮ ਹੈ ਸਾਰੇ। ਆਪਣੀਆਂ ਨੇ ਤਾਂ ਵੇਦ ਦੇ ਅਨੁਸਾਰ ਨੇ, ਪਰ ਜਿੰਨੀ ਜਿੰਨੀ ਬੁੱਧੀ ਆ ਉਹ ਕਰ ਰਹੇ ਨੇ। ਚੰਗੇ ਕੰਮ ਮੰਨ ਕੇ ਕਰ ਰਹੇ ਨੇ। ਕਈ ਦੇਸ਼ ਦੇਸ਼ ਫਿਰੰਤ। ਕੋਈ ਦੇਸ਼ ਇਹ ਦੇਸ਼ ਫਿਰਨ ਦਾ ਮਤਲਬ ਵੀ ਹੈ ਦੇਸ਼ ਆਟਲੂ। ਇਹਦੇ ਨਾਲ ਵੀ ਗਿਆਨ ਵੱਧਦਾ ਹੈ। ਭਗਤੀ ਦਾ ਹਿੱਸਾ ਦੇਸ਼ ਆਟਲੂ।
ਦੇਸ਼ਾਂ ਦੇਸ਼ਾਂ ਦੇ ਵਿੱਚ ਘੁੰਮਣਾ ਫਿਰਨਾ ਪਹਿਲਾ ਹਿੱਸਾ ਹੈ। ਉਹ ਦੇਸ਼ ਆਟਰਮ ਕਰਦੇ ਨੇ, ਦੇਸ਼ਾਂ ਦੇਸ਼ਾਂ 'ਚ ਭ੍ਰਮਣ ਕਰਦੇ ਫਿਰਦੇ ਨੇ। ਕਈ ਏਕ ਠੋਰ ਸਥੰਤ, ਕਈ ਇੱਕ ਜਗ੍ਹਾ ਹੀ ਟਿਕੇ ਬੈਠੇ ਨੇ, ਉਹ ਨਹੀਂ ਜਾਂਦੇ ਕਿਤੇ। ਕਹੂੰ ਕਰਤ ਜਲ ਮਹਿ ਜਾਪ, ਆ ਦੇ ਕਿਤੇ ਕਹਿੰਦੇ ਜਲ ਦੇ ਵਿੱਚ ਬੈਠ ਕੇ ਜਾਪ ਕਰਦੇ ਨੇ। ਇਹਨਾਂ ਨੂੰ ਕਿਹਾ ਸੀ ਕੱਛ ਮੱਛ, ਮੱਛ ਕੱਛ। ਜਿਹੜੇ ਜਲ 'ਚ ਬੈਠ ਕੇ ਜਾਪ ਕਰਦੇ ਨੇ ਨਾ, ਇਹਨਾਂ ਨੂੰ ਕੱਛ ਮੱਛ ਕਿਹਾ ਸੀ। ਕਹੂੰ ਸਹਿਤ ਤਨ ਪ੍ਰਤਾਪ, ਕਈ ਸਰੀਰ ਦੇ ਉੱਤੇ ਸੂਰਜ ਦੀ ਧੁੱਪ ਔਰ ਦੇ ਵਿੱਚ ਬੈਠ ਕੇ ਆਲੇ ਦੁਆਲੇ ਧੂੜੀਆਂ ਲਾ ਕੇ, ਸ਼ਿਵ ਜੀ ਦੇ ਜਨ ਧੂੜੀਆਂ ਤਾਪਦੇ ਨੇ। ਸਮਝੇ ਨੇ ਸ਼ਿਵ ਜੀ ਦੇ ਚੇਲੇ, ਚਾਰੇ ਪਾਸੇ ਧੂੜੀਆਂ ਲਾ ਲੈਣੀਆਂ ਨੇ, ਧੁੱਪ ਹੋਣੀ, ਜੇਠ ਦਾ ਮਹੀਨਾ ਹੋਣਾ, ਵਿਚਾਲੇ ਸਰੀਰ ਤੇ ਉਹ ਗਰਮੀ ਨੂੰ ਬਰਦਾਸ਼ਤ ਕਰਨਾ। ਸਹਿਜ ਤਨ, ਕਹੂੰ ਤਾਪ ਤਨ ਸਹੰਤ, ਕਹੂੰ ਸਹਿਤ ਤਾਨ ਪ੍ਰਤਾਪ। ਹਾਂ ਕੋਈ ਤਾਪ, ਧੂੜੀਆਂ ਤਾਪਦੇ ਨੇ, ਕੋਈ ਸਰੀਰ ਦੇ ਉੱਤੇ ਕਸ਼ਟ ਸਹਿੰਦੇ ਨੇ, ਗਰਮੀ ਦਾ ਤਾਪ ਬਰਦਾਸ਼ਤ ਕਰਦੇ। ਕਹੂੰ ਬਾਸ ਬਣੇ ਕਰੰਤ, ਕਈ ਜੰਗਲ ਦੇ ਵਿੱਚ ਵਾਸ ਕਰ ਲਿਆ, ਕਈਆਂ ਨੇ ਵੀ ਪਿੰਡ ਦੇਖਣਾ ਹੀ ਨਹੀਂ, ਬਣ ਦੇ ਵਿੱਚ ਵਾਸ ਕਰ ਲਿਆ, ਬਣਵਾਸੀ ਹੋ ਗਏ। ਕਹੂੰ ਤਾਪ ਤਨੈ ਸਹੰਤ, ਬਣਵਾਸ ਉਹ ਰਿਸ਼ੀ ਮੁਨੀ ਬਣ ਦੇ ਵਿੱਚ ਰਹਿੰਦੇ ਹੁੰਦੇ ਸੀ ਨਾ, ਜੰਗਲ ਦੇ ਵਿੱਚ। ਕਹੂੰ ਤਾਪ ਤਨੈ ਸਹੰਤ, ਕਈ ਸਰੀਰ ਦੇ ਉੱਤੇ ਕਸ਼ਟ ਸਹਿੰਦੇ ਨੇ, ਆਪਣੇ ਕਸ਼ਟ। ਕਹੂੰ ਗ੍ਰਸਤ ਧਰਮ ਅਪਾਰ, ਕਿਤੇ ਅਪਾਰ ਧਰਮ, ਬਹੁਤੇ ਲੋਕ ਜਾ ਗ੍ਰਸਤ ਧਰਮ ਦੇ ਵਿੱਚ ਲੱਗੇ ਹੋਏ ਨੇ, ਇਹ ਬਹੁਤੇ ਨੇ। ਗ੍ਰਸਤ ਧਰਮ ਦੇ ਵਿੱਚ ਲੱਗਿਆ ਹੁੰਦੀ ਅਪਾਰ ਨੇ, ਇਹਨਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ, ਸਾਰਿਆਂ ਨੂੰ ਜ਼ਿਆਦਾ ਗਿਣਤੀ ਇਹਨਾਂ ਦੀ ਹੋਈ ਹੈ। ਗ੍ਰਸਤ ਧਰਮ ਸਾਰਿਆਂ ਨੂੰ ਜ਼ਿਆਦਾ ਗਿਣਤੀ ਇਹਨਾਂ ਦੀ। ਅਸਲ ਦੇ ਵਿੱਚ ਸਾਰੀਆਂ ਜਿਹੜੇ ਦੂਜੇ ਨੇ ਨਾ, ਗ੍ਰਸਤੀਆਂ ਦੇ ਸਿਰ ਤੇ ਹੀ ਖੜੇ ਨੇ, ਇੱਥੋਂ ਹੀ ਰੋਟੀ ਮਿਲਦੀ ਆ ਉਹਨਾਂ ਨੂੰ, ਸਾਰੇ ਇਹਨਾਂ ਦੇ ਸਿਰ ਤੇ ਖੜੇ ਨੇ। ਇਹਨਾਂ ਨੂੰ ਇਹ ਬੁਰਾ ਕਹਿੰਦੇ ਨੇ, ਆਪਣੇ ਆਪ ਨੂੰ ਇਹਨਾਂ ਨੂੰ ਉੱਚਾ ਸਮਝਦੇ ਨੇ, ਰੋਟੀ ਇਹਨਾਂ ਦੇ ਸਿਰ ਤੇ ਖਾਂਦੇ ਨੇ। ਇਸ ਕਰਕੇ ਇਹਨਾਂ ਦੇ ਜਿਹੜੀ ਬੁੱਧੀ ਹੈ ਨਾ, ਪੁੱਠੀ ਹੋਈ ਹੈ। ਹੰਕਾਰੀ ਨੇ ਨਾ, ਜਿਨ੍ਹਾਂ ਦੇ ਸਿਰ ਤੇ ਤੁਸੀਂ ਰੋਟੀ ਖਾਂਦੇ ਹੋ, ਜਿਨ੍ਹਾਂ ਦੇ ਸਿਰ ਤੇ ਤੁਹਾਡੇ ਡੇਰੇ ਚੱਲਦੇ ਨੇ, ਉਹਨਾਂ ਨੂੰ ਆਪਣੇ ਨਾਲ ਘਟੀਆ ਸਮਝਦੇ ਹੋ। ਤੇ ਪਰਮੇਸ਼ਰ ਨੂੰ ਤੁਸੀਂ ਫਿਰ ਵਧੀਆ ਕਿਵੇਂ ਸਮਝੋਗੇ? ਪਰਮੇਸ਼ਰ ਦੇ ਆਸਰੇ ਸਾਡੀ ਸ੍ਰਿਸ਼ਟੀ ਹੈ। ਕਮ ਤੋਂ ਕਮ ਜਿਹਦੇ ਆਸਰੇ ਤੁਸੀਂ ਉਹਨੂੰ ਆਪਣੇ ਨਾਲ ਤਾਂ ਚੰਗਾ ਸਮਝੋ, ਤੁਸੀਂ ਤਾਂ ਆਪਣੇ ਨਾਲ ਚੰਗਾ ਸਮਝਦੇ ਹੀ ਨਹੀਂ। ਸਾਡੇ ਵੀ ਗੁਰਦੁਆਰੇ ਨੇ, ਸੰਗਤ ਦੇ ਸਿਰ ਤੇ ਗੁਰਦੁਆਰੇ ਨੇ, ਸੰਗਤ ਦੀ ਨਰਾਦਰੀ ਕਰਦੇ ਨੇ, ਉੱਥੇ ਗਿਆ ਦੀ ਪੁੱਠਾ ਬੋਲਦੇ ਨੇ। ਉਹ ਜਿਹੜੇ ਗੋਲਕ ਦੇ ਪੈਸੇ ਤੋਂ ਤਨਖਾਹ ਲੈਂਦੇ ਨੇ, ਸੰਗਤ ਦੀ ਨਰਾਦਰੀ ਕਰਦੇ ਨੇ, ਉਹ ਪੁੱਠਾ ਬੋਲਦੇ ਨੇ। ਗੋਲਕ ਚੱਲਦੀ ਹੈ ਸੰਗਤ ਦੇ ਸਿਰ ਤੇ, ਪੁੱਠੀ ਮੱਤ ਹੈ ਨਾ, ਇਹ ਤਾਂ ਪੁੱਠੀ ਮੱਤ ਕਰ ਦਿੰਦਾ, ਨਿਮਰਤਾ ਨਹੀਂ ਰਹਿਣ ਦਿੰਦਾ, ਮੱਤ ਪੁੱਠੀ ਹੋ ਜਾਂਦੀ ਹੁੰਦੀ ਹੈ, ਸਾਰਿਆਂ ਦੀ ਹੋ ਜਾਂਦੀ ਹੁੰਦੀ ਹੈ। ਇਸੇ ਕਰਕੇ ਗੁਰੂ ਸਾਹਿਬ ਨੇ ਕਿਹਾ ਸੀ ਇਹ ਸੰਖੀ ਹੈ, ਇਹ ਤੋਂ ਬਚ ਕੇ ਰਹੋ। ਹਾਂਜੀ। ਕਹੂੰ ਰਾਜ ਰੀਤ ਉਦਾਰ, ਕਹੂੰ ਰਾਜ ਰੀਤ ਉਦਾਰ, ਕਈ ਐਸੇ ਰਾਜ ਕਰਦੇ ਨੇ, ਉਦਾਰ ਰੀਤੀ ਹੈ। ਉਦਾਰ ਰੀਤੀ ਹੈ ਬਹੁਤ ਹੀ ਘੱਟ ਟੈਕਸ ਲੈਣਾ। ਕਈ ਐਸੇ ਰਾਜੇ ਸੀ, ਲੈਂਦੇ ਤਾਂ ਸੀਗੇ, ਉਹ ਕਹਿੰਦੇ ਪੁੱਠੀ ਚਾਟੀ ਲੈਂਦੇ ਨੇ। ਪੁੱਠੀ ਚਾਟੀ ਜਿਹੜੀ ਫਸਲ ਹੋ ਜਾਣੀ ਹੈ ਨਾ ਕਿਸੇ ਦੇ, ਸਰਕਾਰ ਦੀ ਹੁੰਦੀ ਸੀ ਨਾ, ਜ਼ਮੀਨ ਸਰਕਾਰ ਦੀ ਮੰਨੀ ਜਾਂਦੀ ਹੈ ਹਮੇਸ਼ਾ ਹੀ। ਇਹ ਤਾਂ ਬਹੁਤ ਥੋੜੀ ਦੇਰ ਹੋਈ ਹੈ ਦਿੱਤੀ ਨੂੰ ਜ਼ਮੀਨ, ਟੋਡਰ ਮਾਲ ਨੇ ਦਿੱਤੀ ਸੀ ਜ਼ਮੀਨ, ਮਾਲਕ ਸਰਕਾਰ ਰਹਿੰਦੀ ਹੁੰਦੀ ਹੈ ਜ਼ਮੀਨ ਦੀ ਸਾਰੀ ਦੀ ਹਮੇਸ਼ਾ ਹੀ। ਅੜਾ ਅਸੀਂ ਲਗਾਨ ਦਿੰਦੇ ਹਾਂ ਨਾ ਹੁਣ ਵੀ ਢਾਲ, ਉਹ ਸਾਬਤ ਕਰਦਾ ਕਿ ਸਰਕਾਰ ਮਾਲਕ ਹੈ ਜ਼ਮੀਨ ਦੀ। ਉਹ ਗੱਲ ਅਲੱਗ ਹੈ, ਹੁਣ ਕਾਨੂੰਨ ਹੋਰ ਬਣੇ ਹੋਏ ਨੇ। ਉਹਨਾਂ ਨੇ ਭਰ ਕੇ ਚਾਟੀ ਦਾ ਦੇਣੀ, ਜਿਹੜਾ ਖੇਤੀ ਕੀਤੀ ਹੈ ਉਹਨੂੰ ਚਾਟੀ ਪੁੱਠੀ ਕਰਕੇ ਉਹ ਤੇ ਮੁੱਠੀ ਭਰ ਕੇ ਪਾ ਦੇਣੀ। ਜਿਹੜੇ ਦਾਣੇ ਉੱਤੇ ਆ ਗਏ ਉਹ ਰਾਜੇ ਨੇ ਲੈ ਲੈਣੇ, ਬਸ। ਕੋਈ ਰਹਿ ਗਿਆ ਲੈ ਲੈਣਾ, ਨਹੀਂ ਰਹਿ ਗਿਆ ਉਹਨੂੰ ਦੇ ਦੇਣਾ। ਹੋਰ ਬਹੁਤ ਕੁਛ ਹੈ ਰਾਜੇ ਕੋਲ ਤਾਂ, ਦੇਖੋ ਨਾ ਕਿੰਨਾ ਕੁਛ ਹੈ, ਕਿੰਨੀ ਆਮਦਨ ਹੈ। ਹੋਰ ਥੋੜਾ ਕੁਛ ਹੁਣ ਇੱਥੇ ਪੱਥਰ ਨਿਕਲਦਾ, ਕਿਤੋਂ ਕੁਛ ਨਿਕਲਦਾ, ਕਿਤੋਂ ਕੁਛ ਨਿਕਲਦਾ। ਰਾਜੇ ਤੋਂ ਬਥੇਰੀ ਆਮਦਨ ਹੁੰਦੀ ਹੈ। ਪਰ ਇਹੋ ਜਿਹੇ ਰਾਜੇ ਦੇ ਰਾਜ ਜਿਹੜੇ ਹੁੰਦੇ ਨੇ ਨਾ, ਉਹ ਬਹੁਤ ਹੀ, ਉਹਨੂੰ ਇੰਨੀ ਪੁਲਿਸ ਨਹੀਂ ਰੱਖਣੀ ਪੈਂਦੀ ਜਿਵੇਂ ਹੁਣ
ਜੇ ਕਰਪਸ਼ਨ ਆ ਹੁਣ ਪੁਲਿਸ ਵੀ ਚੌਕਣੀ ਤਾਂ ਹੀ ਰੱਖਣੀ ਪੈਂਦੀ ਹੈ, ਕਿਉਂ ਅਸ਼ਾਂਤੀ ਹੈ ਲੋਕਾਂ 'ਚ। ਉਸ ਰਾਜ ਪ੍ਰਬੰਧ ਦਾ ਖਰਚ ਵੱਧ ਜਾਂਦਾ ਜਿਹੜੇ ਰਾਜ ਪ੍ਰਬੰਧ ਦੇ ਵਿੱਚ ਕਰਪਸ਼ਨ ਹੁੰਦੀ ਹੈ, ਖਰਚੇ ਵੱਧ ਜਾਂਦੇ ਉਹਦਾ ਆਪੇ, ਕਿਉਂ ਬੇਈਮਾਨ ਬੈਠੇ ਨੇ ਉੱਤੇ ਗਾਹਾਂ, ਇਮਾਨਦਾਰ ਨਹੀਂ। ਹੁਣ ਪਬਲਿਕ ਦੇ ਵਿੱਚ ਅਸ਼ਾਂਤੀ ਹੈ, ਦੁਨੀਆ 'ਚ ਅਸ਼ਾਂਤੀ ਹੈ, ਇਸ ਕਰਕੇ ਸਰਕਾਰਾਂ ਦੇ ਖਰਚੇ ਵਧੇ ਹੋਏ। ਇਮਾਨਦਾਰ ਨਹੀਂ ਹੈ ਰਾਜ ਕਰਨ। ਜੇ ਰਾਜ ਕਰਨ ਵਾਲੇ ਇਮਾਨਦਾਰ ਉਹਨਾਂ ਨੂੰ ਖਰਚਾ ਹੀ ਨਹੀਂ, ਖਰਚ ਕਰਦਾ ਲੋੜ ਹੀ ਨਹੀਂ ਪੈਂਦੀ। ਆ ਰਾਜਸਥਾਨ 'ਚ ਪਿਛਲੇ 30 ਸਾਲ ਪਹਿਲਾਂ ਤੱਕ ਕਿਸੇ ਥਾਣੇ 2 ਸਿਪਾਹੀ ਗਏ 4 ਸਿਪਾਹੀ, ਬਸ ਲੋੜ ਹੀ ਨਹੀਂ ਪੈਂਦੀ ਕਿ ਸਾਨੂੰ ਕੋਈ ਕੇਸ ਹੀ ਨਹੀਂ ਆਉਂਦਾ। ਕੋਈ ਕਰਦਾ ਹੀ ਨਹੀਂ ਕੁਛ, ਗਰੀਬੀ ਹੈਗੀ ਹੈ ਦੂਰ ਦੂਰ ਤੱਕ ਹੋਇਆ, ਕੋਈ ਮੀਂਹ ਪੈਂਦਾ ਨਹੀਂ, ਕੋਈ ਝਗੜਾ ਹੀ ਨਹੀਂ। ਝਗੜੇ ਕਾਹਦੇ ਨੇ? ਜ਼ਮੀਨ ਦੇ ਨੇ, ਜ਼ਮੀਨ ਤਾਂ ਉੱਥੇ ਕੋਈ ਹੁੰਦਾ ਨਹੀਂ, ਵਿਹਲੀ ਪਈ ਹੈ। ਪੈਸਾ ਲੋਕਾਂ ਕੋਲ ਹੈ ਉਹ ਨਹੀਂ। ਜਦ ਪ੍ਰੋਸਪੈਰਿਟੀ ਵੱਧਦੀ ਹੈ ਨਾ, ਪੈਸਾ ਵੱਧਦਾ, ਝਗੜੇ ਵੀ ਵੱਧਦੇ ਨੇ। ਕਹੂੰ ਰੋਗ ਰਹਿਤ ਅਭਰਮ, ਕਿਤੇ ਰੋਗ ਰਹਿਤ, ਅਭਰਮ ਰੋਗ ਰਹਿਤ ਹੈ, ਕੋਈ ਰੋਗ ਰਹਿਤ ਹੋ ਰਹੇ ਨੇ। ਕੁਛ ਇਹ ਸਮਝਦੇ ਨੇ ਅਸੀਂ ਰੋਗੀ ਹਾਂ, ਸੰਸਾਰ ਰੋਗੀ ਨਾਮਦਾਰੂ, ਰੋਗ ਸਮਝਦੇ ਨੇ। ਵਕਾਰ ਸਾਰੇ ਰੋਗ ਨੇ, ਸਾਰਿਆਂ ਨਾਲੋਂ ਵੱਡਾ ਰੋਗ ਚਾਹੇ ਹੰਕਾਰ ਦਾ ਹੈ, ਬਾਕੀ ਵੀ ਰੋਗ ਨੇ ਸਾਰੇ। ਕਹੂੰ ਰੋਗ, ਇਹ ਰੋਗਾਂ ਤੋਂ ਰਹਿਤ ਹੋਣ ਦੀ ਕੋਸ਼ਿਸ਼ ਕਰ ਰਹੇ ਨੇ। ਕਹੂੰ ਰੋਗ ਰਹਿਤ ਅਭਰਮ, ਭਰਮ ਕਰਕੇ ਸਾਰੇ ਰੋਗ ਨੇ। ਇਹ ਵੀ ਪਤਾ ਉਹਨਾਂ ਨੂੰ, ਸਿੱਖਾਂ ਨੂੰ ਵੀ ਪਤਾ ਵੀ ਰੋਗ ਭਰਮ ਕਰਕੇ ਨੇ। ਇਹਦੇ ਦੂਰ ਕਰਨ ਦੀ ਕੋਸ਼ਿਸ਼ ਹੋ ਰਹੀ ਹੈ। ਕਿਤੇ ਉਹ ਗਿਆਨ ਪੜ੍ਹਦੇ ਨੇ। ਕਹੂੰ ਕਰਮ ਕਰਤ ਅਕਰਮ, ਕਿਤੇ ਕਰਮ ਤਾਂ ਕਰਦੇ ਨੇ ਧਰਮ ਦੇ ਹੀ, ਪਰ ਹੈ ਬਹੁਤ ਪੁੱਠੇ। ਨਾ ਕਰਨ ਵਾਲੇ ਕਰਮ ਕਰਦੇ ਨੇ। ਧਰਮ ਦੇ ਨਾਂ ਤੇ ਜਿਹੜੇ ਕਰਮ ਹੁੰਦੇ ਨੇ ਨਾ, ਉਹ ਬੱਚਿਆਂ ਦੀਆਂ ਬਲੀਆਂ ਨਹੀਂ ਦਿੰਦੇ, ਧਾਰਮਿਕ ਲੋਕ ਕਹਿੰਦੇ ਨੇ। ਬਹੁਤ ਹੀ ਘ੍ਰਿਣਿਤ ਕੰਮ ਕਰਦੇ ਨੇ ਧਰਮ ਦੇ ਨਾਂ ਤੇ। ਕਹੂੰ ਸ਼ੇਖ ਬ੍ਰਹਮ ਸਰੂਪ, ਕਿਤੇ ਸ਼ੇਖ ਨੇ, ਸ਼ੇਖ ਮੁਸਲਮਾਨਾਂ ਦੇ ਸੀ, ਸ਼ੇਖ ਨੇ ਬ੍ਰਹਮ ਸਰੂਪ, ਕਿਤੇ ਬ੍ਰਹਮਾ ਦੇ ਸਰੂਪ ਨੇ। ਉਹ ਸ਼ੇਖ ਆਪਣੇ ਕੁਰਾਨ ਦਾ ਪ੍ਰਚਾਰ ਕਰ, ਇਸਲਾਮ ਦਾ ਪ੍ਰਚਾਰ ਕਰਦੇ ਨੇ। ਇਹ ਆਪਣੇ ਵੇਦਾਂ ਦਾ ਪ੍ਰਚਾਰ ਕਰਦੇ ਨੇ। ਬ੍ਰਹਮ ਸਰੂਪ ਨੇ ਜਿਹੜੇ ਬ੍ਰਾਹਮਣ ਨੇ। ਬ੍ਰਹਮ ਸਰੂਪ ਕੌਣ? ਬ੍ਰਾਹਮਣ ਨੇ। ਕਹੂੰ ਨੀਤ ਰਾਜ ਅਨੂਪ, ਕਿਤੇ ਰਾਜਨੀਤਿਕ ਲੋਕ ਨੇ, ਰਾਜਨੀਤੀ ਦੀ ਪੜ੍ਹਾਈ ਪੜ੍ਹਾ ਰਹੇ ਨੇ। ਰਾਜਨੀਤੀ ਦਾ ਕੋਈ ਮਾਹਿਰ ਹੈ, ਰਾਜਨੀਤੀ ਕਰਕੇ ਕਿਸੇ ਦੀ ਇੱਜ਼ਤ ਹੈ। ਰਾਜਨੀਤੀ ਵੀ ਧਰਮ ਦੀ ਨੀਤੀ। ਦੇਖੋ, ਨੀਤੀ ਹਮੇਸ਼ਾ ਰਾਜਨੀਤੀ ਧਰਮ ਦੀ ਨੀਤੀ ਹੀ ਰਾਜਨੀਤੀ ਹੈ। ਰਾਜ ਦੇ ਪਾਵਰ ਨਾਲ, ਰਾਜ ਦੀ ਪਾਵਰ ਨਾਲ ਮਤਲਬ ਹੈ ਸੱਚ, ਜਿਹੜਾ ਇਨਸਾਫ, ਹੱਕ ਇਨਸਾਫ ਦਾ ਰਾਜ ਕਰਨਾ, ਇਹ ਰਾਜਨੀਤੀ ਹੈ। ਪਰ ਅੱਜ ਰਾਜਨੀਤੀ ਕੀ ਹੈ? ਰਾਜ ਖੋਣਾ ਬਾਈ ਹੁੱਕ ਔਰ ਕਰੁੱਕ। ਕੁਰਸੀ ਛੀਨਣੀ ਹੈ ਅਸੀਂ ਬਾਈ ਹੁੱਕ ਔਰ ਕਰੁੱਕ। ਜਾਇਜ਼ ਨਜਾਇਜ਼ ਕੋਈ ਤਰੀਕਾ ਵਰਤਣਾ ਪੈ ਜਾਵੇ, ਅਸੀਂ ਕਾਬਜ ਹੋਣਾ ਰਾਜ ਤੇ। ਇਹ ਰਾਜਨੀਤੀ ਨਹੀਂ ਹੈ, ਰਾਜਨੀਤੀ ਨਹੀਂ ਹੈ। ਇਹਨੂੰ ਰਾਜਨੀਤੀ ਨਹੀਂ ਕਿਹਾ ਜਾ ਸਕਦਾ, ਸਮਝੇ? ਰਾਜਨੀਤੀ ਨਹੀਂ ਹੈ। ਧਰਮ ਸ਼ਾਸਤਰ ਦੇ ਅਨੁਸਾਰ ਰਾਜਨੀਤੀ ਨਹੀਂ ਹੈ। ਇਹ ਅਕਰਮ ਕਰਮ ਕਹਿ ਸਕਦੇ ਹਾਂ। ਹੈ ਤਾਂ ਰਾਜਨੀਤੀ ਉਹ ਜਿਹੜੀ ਅਕਰਮ ਕਰਮ ਨੂੰ ਰਾਜਨੀਤੀ ਮੰਨ ਲਿਆ ਇਹਨਾਂ ਨੇ। ਅੱਜ ਜਿਹਨੇ ਬੜੇ ਬੜੇ ਡਕੈਤ ਜਾਂ ਹੋਰ ਆਦਮੀ ਨੇ, ਸਾਰੇ ਮੂਹਰੇ ਆ ਜਾਂਦੇ ਨੇ। ਲੋਕਾਂ ਨੂੰ ਡਰਾ ਕੇ ਵੋਟਾਂ ਲੈਣੀਆਂ, ਇਹ ਕਰਨੀਆਂ, ਜਾਂ ਪੈਸਾ ਦੇ ਕੇ। ਇਹ ਰਾਜਨੀਤੀ ਨਹੀਂ। ਰਾਜਨੀਤੀ ਕਾਹਦੀ ਹੈ? ਰਾਜਨੀਤੀ ਧਰਮ ਨੀਤੀ ਦੇ ਅਨੁਸਾਰ ਹੋਵੇ ਤਾਂ ਰਾਜਨੀਤੀ। ਰਾਜਨੀਤੀ ਉਹ ਹੈ ਜਿਹੜੀ ਉਹ ਨੀਤੀ ਹੋਵੇ ਜਿਹਦੇ ਨਾਲ ਧਰਮ ਲਿਆਉਣਾ ਉੱਪਰ, ਇਨਸਾਫ ਲੋਕਾਂ ਨੂੰ ਦਿੰਦੇ ਰਹਿਣਾ। ਵੱਧ ਤੋਂ ਵੱਧ ਦੂਜਾ ਕਹਿੰਦਾ ਇਹ ਤੋਂ ਮੈਂ ਵਧੀਆ ਇਨਸਾਫ ਕਰੂੰ, ਇਹ ਤੋਂ ਵਧੀਆ ਲੋਕਾਂ ਨੂੰ। ਦੇਖੋ, ਪ੍ਰਚਾਰ ਤਾਂ ਇਹੀ ਕਰਦੇ ਨੇ ਵੀ ਅਸੀਂ ਇਹ ਤੋਂ ਜ਼ਿਆਦਾ ਖੁਸ਼ੀ ਲੋਕਾਂ ਨੂੰ ਸੁਖੀ ਰੱਖਾਂਗੇ। ਬਾਅਦ 'ਚ ਕੀ ਕਰਦੇ ਨੇ?
ਝੂਠ ਬੋਲਦੇ ਨੇ ਸਾਰਾ, ਝੂਠ ਬੋਲ ਕੇ ਵੋਟਾਂ ਲੈ ਲੈਂਦੇ ਨੇ ਬਾਅਦ ਦੇ ਵਿੱਚ। ਇਹ ਰਾਜਨੀਤੀ ਨਹੀਂ, ਇਹ ਕੂੜਨੀਤੀ ਹੈ, ਕੂੜਨੀਤੀ, ਕੂੜ। ਹਾਂ, ਕਹੂੰ ਰੋਗ ਕੂੜਨੀਤੀ ਸੋਗ ਹੋਰ ਚੀਜ਼ ਹੈ, ਕੂਟਨੀਤੀ ਹੋਰ ਚੀਜ਼ ਹੈ, ਕੂੜਨੀਤੀ, ਝੂਠ, ਫਰਾਡ, ਕਪਟ, ਰਾਜਨੀਤੀ। यानी राज खोना भाई हुक्कर करो, झूठ बोलना पै जाए, कपट करना पै जाए, जो मर्जी करना पै जाए, मर्डर करना पै जाए, कुछ भी करना पै जाए, राज खोना, ये राजनीति नहीं है। ये बहुत खतरनाक स्टेज है, ये तो खतरनाक स्टेज है, चिंताजनक पोजीशन है, राजनीति नहीं होती। ਕਹੂੰ ਰੋਗ ਸੋਗ ਵਿਹੀਨ, ਕਹੂੰ ਰੋਗ ਸੋਗ ਵਿਹੀਨ, ਕਿਤੇ ਰੋਗ ਸੋਗ ਵਿਹੀਨ ਨੇ, ਕਈਆਂ ਦੇ ਮਨ ਚ ਟਿਕਾਓ ਹੈ, ਨਾ ਰੋਗ ਹੈ ਨਾ ਸੋਗ ਹੈ, ਰੋਗ ਸੋਗ ਸਭ ਮਿਟ ਗਏ ਨੇ, ਤਨਵਾਨ ਰੋਆ। ਕਹੂੰ ਏਕ ਭਗਤ ਅਧੀਨ, ਹਾਂ, ਕਿਤੇ ਇੱਕ ਭਗਤੀ ਦੇ ਅਧੀਨ, ਸਿਰਫ ਭਗਤੀ ਦੇ ਬਿਨਾਂ ਕੁਝ ਕਰਦੇ ਹੀ ਨਹੀਂ। ਕਹੂੰ ਰੰਕ ਰਾਜਕੁਮਾਰ, ਕਿਤੇ ਰੰਕ ਰਾਜਕੁਮਾਰ ਨੇ, ਰਾਜਕੁਮਾਰ ਰੰਕ ਹੋ ਜਾਂਦੇ ਨੇ। ਕਹਿੰਦੇ ਰਾਜਕੁਮਾਰ ਛੱਡ ਕੇ ਕੰਗਾਲ ਹੋ ਕੇ ਸਾਧ ਬਣ ਜਾਣਾ, ਇਹ ਭਗਤੀ ਹੈ। ਉਹ ਹੋ ਗਿਆ ਸੀ ਨਾ ਆਪਣੇ ਬੁੱਧ, ਬੁੱਧ ਕੀ ਸੀ, ਰਾਜਕੁਮਾਰ ਸੀ ਨਾ, ਚਲਿਆ ਗਿਆ ਨਾ ਜਾ ਕੇ ਬਾਹਰ ਜੰਗਲ ਚ, ਰੰਗ ਕੇ ਹੋ ਗਿਆ ਨਾ, ਕੋਈ ਪੈਸਾ ਤਾਂ ਲੈ ਕੇ ਨਹੀਂ ਗਿਆ ਕੋਲ, ਰਾਜ ਛੱਡ ਦੇਣਾ, ਰੰਕ ਹੋ ਜਾਣਾ, ਇਹਨੂੰ ਭਗਤੀ ਸਮਝਦੇ ਸੀ। ਕਹੂੰ ਵੇਦ ਵਿਆਸ ਅਵਤਾਰ, ਕਿਤੇ ਵੇਦ ਵਿਆਸ ਦੇ ਅਵਤਾਰ ਹੋਏ ਬੈਠੇ ਨੇ ਵੀ ਅਸੀਂ ਵੇਦ ਵਿਆਸ ਤੇ ਵੇਦਾਂ ਨੂੰ ਪੜ੍ਹ ਕੇ ਵੇਦ ਵਿਆਸ ਹੋ ਜਾਣਾ, ਵੇਦ ਨੂੰ ਸਮਝ ਲੈਣਾ। ਕਈ ਬ੍ਰਹਮ ਵੇਦ ਰਟੰਤ, ਕਈ ਬ੍ਰਾਹਮਣ ਨੇ ਵੇਦਾਂ ਨੂੰ ਰਟ ਰਹੇ ਨੇ, ਬ੍ਰਾਹਮਣ ਨੇ ਵੇਦਾਂ ਨੂੰ ਯਾਦ ਕਰ ਰਹੇ ਨੇ ਜਵਾਨੀ। ਕੋਈ ਇੱਕ ਵੇਦ, ਕੋਈ ਦੋ ਵੇਦੀ ਹੈ, ਕੋਈ ਤ੍ਰਿਵੇਦੀ ਹੈ, ਕੋਈ ਚਤੁਰਵੇਦੀ ਹੈ, ਵੇਦ ਰਟ ਰਹੇ ਨੇ। ਕਈ ਸ਼ੇਖ ਨਾਮ ਉਚਰੰਤ, ਕਈ ਸ਼ੇਖ ਨੇ ਨਾਮ ਉਚਾਰਦੇ ਨੇ। ਇਹ ਸ਼ੇਖ ਕੌਣ ਨੇ ਭਲਾ? ਉਹੀ ਨੇ ਜਿਹੜੇ ਖੱਡ 'ਚ ਬੜੇ ਬੈਠੇ ਨੇ, ਛੇ ਜਨਾਬ, ਉਹ ਜਿਹੜੇ ਬੈਠੇ ਨੇ ਨਾ ਉਹਦੇ ਵਿੱਚ ਭੋਰੇ 'ਚ ਬੈਠ ਕੇ ਮਾਲਾ ਫੇਰਦੇ ਨੇ, ਸ਼ੇਖ ਨੇ ਸਾਰੇ, ਇਹ ਸ਼ੇਸ਼ ਨਾਗ ਨੇ ਸਾਰੇ ਹੀ। ਜਿਵੇਂ ਰਾੜੇ ਵਾਲਾ ਫੇਰਦਾ ਸੀ, ਉਹ ਪਿੱਛੋਂ ਕੀ ਕਰਦੇ ਨੇ ਚੇਲੇ? ਚੇਲੇ ਜੁੱਤੀਆਂ ਪੂਜਦੇ ਨੇ ਉਹਦੀਆਂ, ਹੋਰ ਕੀ ਕਰਦੇ? ਹੋਰ ਵਿਚਾਰੇ ਕੀ ਕਰ, ਉਹ ਜਾਣਦਾ ਕੀ ਸੀ? ਉਹ ਜਿਹੜਾ ਕੋਈ ਦੱਸ ਗਿਆ ਉਹੀ ਕਰਨਾ ਉਹਨਾਂ ਨੇ, ਜਿਹੜਾ ਕੋਈ ਤਾਂ ਗਿਆਨ ਸੀ ਦੇ ਗਿਆ ਇਹਨਾਂ ਨੂੰ, ਆਏ ਕੋ ਤੁਹਾਨੂੰ ਨਾ ਹੋ ਰਿਹਾ ਕੀ। ਉਹ ਦੁਨੀਆ ਦਾ ਸਦਾ ਸਭ ਕੁਝ ਕਿਹਾ ਹੋਇਆ ਹੈ, ਸਿੱਖੀ ਦੇ ਨਾਮ ਤੇ ਸਭ ਕੁਝ ਚੱਲਦਾ, ਸਭ ਕੁਝ ਕਿਹਾ ਹੋਇਆ ਹੈ, ਔਰ ਸਿੱਖੀ ਦੇ ਨਾਮ ਤੇ ਚੱਲਦਾ। ਕਿ ਉਹਦਾ ਪ੍ਰਚਾਰ ਨਹੀਂ ਇਹਨਾਂ ਗੱਲਾਂ ਦਾ ਹੋਇਆ। ਜੇ ਪ੍ਰਚਾਰ ਹੁੰਦਾ ਪਹਿਲਾਂ ਤਾਂ ਜਿਹੜੇ ਕਮੇਟੀ ਵਾਲੇ ਨੇ ਵੀ ਮਰਦੇ ਨੇ, ਸਾਰੇ ਸਿਆਸੀ ਆਦਮੀ ਮਰਦੇ ਨੇ। ਬਚਦਾ ਕੌਣ ਹੈ? ਜੇ ਇਹਦਾ ਪ੍ਰਚਾਰ ਹੋ ਜਾਏ ਤਾਂ ਨਹੀਂ ਕਰਦੇ ਪ੍ਰਚਾਰ, ਬਚਦਾ ਹੀ ਕੋਈ ਨਹੀਂ ਇਹਦੇ ਵਿੱਚ, ਕੋਈ ਨਹੀਂ ਬਚਦਾ ਇਹ 'ਚ। ਹੁਣ ਸਾਰਿਆਂ ਨੇ ਸਲਾਹ ਕਰ ਲਈ ਵੀ ਇਹਨੂੰ ਰਹਿਣੇ ਦਿਓ, ਪ੍ਰਚਾਰ ਇਹਨੂੰ ਕਰੋ, ਇਹਦਾ ਤਦਮਗਰਾਂ ਦਾ ਪ੍ਰਚਾਰ ਨਾ ਕਰੋ। ਬੜਾ ਸੌਖਾ ਹੈ, ਲੋਕਾਂ ਨੂੰ ਆਜੂ ਸਮਝ, ਸਾਰੇ ਆਪਣੇ ਵੱਲ ਉਗਲੀ ਉੱਠੂ। ਬਚਿਆ ਕੋਈ ਨਹੀਂ, ਸਾਰਿਆਂ ਨੇ ਸਲਾਹ ਕਰਕੇ ਛੱਡਿਆ ਹੋਇਆ ਵੀ ਇਹਨੂੰ ਰਹਿਣੇ ਦਿਓ, ਪੜੋ ਹੀ ਨਾ। ਨਿਹੰਗ ਸਿੰਘ ਪੜ੍ਹਦੇ ਨੇ, ਉਹ ਆਪਣਾ ਉਹਨਾਂ ਦੀ ਬੱਚੀ ਉਹ ਵਕਤ ਤੇ ਬਾਹਰ ਹੈ, ਉਹਨੇ ਰਾਜ ਨਹੀਂ ਕਰਨਾ, ਉਹ ਬੱਚੀ ਉਹਨਾਂ ਦੀ ਵਕਤ ਤੇ ਬਾਹਰ, ਸਾਰਿਆਂ ਦੇ ਛੇਕੇ ਹੀ ਹੋਏ ਨੇ, ਉਹ ਵੀ ਛੇਕੇ ਹੋਏ ਨੇ ਸਾਰਿਆਂ ਦੇ, ਵੀ ਛੇਕ ਦੋ ਜੀ ਇਹਨਾਂ ਨੂੰ, ਇਹ ਪੜ੍ਹਦੇ ਨੇ। ਚਲੋ ਕਹਿੰਦੇ ਠੀਕ ਹੈ, ਅਸੀਂ ਖੁਸ਼ ਹਾਂ, ਛੇਕੇ ਹੋਈ ਵਧੀਆ। ਹੁਣ ਇਹ ਤਾਂ ਪਤਾ ਨਹੀਂ ਛੇਕਿਆ ਹੋਇਆ ਕੌਣ ਨੇ, ਕਹਾਂ ਜਾ ਕੇ ਪਤਾ ਲੱਗੂਗਾ। ਕੱਚ ਪਕਾਈ ਉੱਥੇ ਪਾਈ ਨਾਨਕ, ਇਹ ਤਾਂ ਕਹਾਂਗੇ ਤੇ ਪਤਾ ਲੱਗੂ ਕੱਚੇ ਪੱਕੇ ਦਾ ਕੌਣ ਠੀਕ ਹੈ ਕੌਣ ਗਲਤ ਹੈ। ਇੱਥੇ ਤਾਂ ਸਾਰੇ ਹੀ ਆਪਣੇ ਆਪ ਨੂੰ ਠੀਕ ਕਹਿੰਦੇ ਨੇ, ਸਾਰੇ ਕਹਿੰਦੇ ਨੇ ਸਭ ਕੋ ਪੂਰਾ ਆਪੋ ਹੋਵੇ, ਘੱਟ ਨਾ ਕੋ ਆਖ। ਪਤ ਪਰਵਾਣਾ ਪਾਛੇ ਪਾਈਏ ਤਾਂ ਨਾਨਕ ਤੋਲਿਆ ਜਾਪੇ। ਇੱਥੇ ਤਾਂ ਟੌੜੇ ਵਰਗੇ ਨਹੀਂ ਸੀ ਮਾਨ, ਜਿਆਦਾ ਉਹਦੀ ਪ੍ਰਚਾਰ ਦੀ ਗੱਲ। ਉਹ ਕਹਿੰਦਾ ਨਾ 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 ਤੁਸੀਂ ਗਲਤ ਜਗ੍ਹਾ ਹੋਏ, ਸ਼੍ਰੋਮਣੀ ਕਮੇਟੀ ਦਾ ਪ੍ਰਚਾਰ ਤੇ ਕੀ ਮਤਲਬ? ਗੁਰਮਤਿ ਦੇ ਪ੍ਰਚਾਰ ਦਾ ਇੱਥੇ ਨਹੀਂ ਜਗ੍ਹਾ ਹੈ, ਪਲੇਟਫਾਰਮ। ਗੁਰਸ਼ਰਜੀਤ ਕਹਿੰਦਾ ਸੀ ਨਾ, ਅਸੀਂ ਕਿਹਾ ਸੀ ਪ੍ਰਚਾਰ ਕਰਨਾ ਚਾਹੁੰਦੇ, ਕਹਿੰਦੇ ਤੁਸੀਂ ਗਲਤ ਜਗ੍ਹਾ ਆ ਗਏ।
ਸ਼੍ਰੋਮਣੀ ਕਮੇਟੀ ਦਾ ਗੁਰਮਤਿ ਦੇ ਪ੍ਰਚਾਰ ਦੀ ਕੋਈ ਮਤਲਬ ਨਹੀਂ। ਤੁਸੀਂ ਬਾਹਰ ਜਾਓ ਇਹ ਤਾਂ ਹੋਰ ਜੇ ਪ੍ਰਚਾਰ ਕਰ ਲਓ ਗੁਰਦੁਆਰੇ ਸਵਾਲ ਕਰਨੀ ਹੈ। ਗੋਲਕ ਦਾ ਪ੍ਰਬੰਧ ਹੈ ਉੱਥੇ। ਆ ਇਹ ਤਾਂ ਬਸ ਗੋਲਕ ਦੀ ਵੰਡਣ ਤੇ ਕੀ ਮਤਲਬ ਹੈ? ਗੋਲਕ ਦਾ ਪ੍ਰਬੰਧ ਹੈ ਇੱਥੇ ਤਾਂ ਪ੍ਰਚਾਰ ਦਾ ਕੋਈ ਮਤਲਬ ਨਹੀਂ ਹੈ। ਬੈਰਾਗ ਹੂੰ ਸੰਨਿਆਸ ਬੈਰਾਗ ਹੈ, ਕਿਤੇ ਕਿਤੇ ਸੰਨਿਆਸੀ ਨੇ, ਕਿਤੇ ਬੈਰਾਗ ਦਾ ਪ੍ਰਚਾਰ ਹੋ ਰਿਹਾ, ਕਿਤੇ ਸੰਨਿਆਸ ਦਾ ਪ੍ਰਚਾਰ ਹੋ ਰਿਹਾ। ਕਹੂੰ ਫਿਰਤ ਰੂਪ ਉਦਾਸ, ਕਿਤੇ ਵਿਚਾਰੇ ਉਦਾਸੀ ਬਣੇ ਘੁੰਮੀ ਜਾਂਦੇ ਨੇ, ਬੋਲਦੇ ਹੀ ਨਹੀਂ ਕਿਸੇ ਨਾਲ। ਸਭ ਕਰਮ ਫੋਕਟ ਜਾਣ, ਇਹ ਸਾਰੇ ਹੀ ਕਰਮ ਫੋਕੇ ਨੇ। ਲੋ ਜਿੰਨੇ ਗਣਾਤੇ ਨਾ ਇਹ ਸਾਰੇ ਹੀ ਫੋਕੇ ਨੇ। ਦੱਸੋ ਬਚਿਆ ਕੌਣ? ਸਭ ਧਰਮ ਨੇ ਫਲਮਾਨ, ਇਹ ਸਾਰੇ ਧਰਮਾਂ ਨੂੰ ਕੋਈ ਫਲ ਨਹੀਂ ਲੱਗਦਾ, ਫਸਲ ਬੜੀ ਹੋਊਗੀ। ਦੂਏ ਤਿਲਾਂ ਦੇ ਬੂਟੇ ਬੜੇ ਹੋਣਗੇ, ਫੁੱਲ ਉਹਨਾਂ ਨੂੰ ਜ਼ਿਆਦਾ ਲੱਗਣਗੇ, ਡੋਡੀਆਂ ਮੋਟੀਆਂ ਹੋਣਗੀਆਂ, ਪਰ ਵਿੱਚ ਕੀ ਹੋਊ? ਵਿੱਚ ਸੁਆਹ ਪੀ ਤਨ ਵਿੱਚ ਸੁਆਹ। ਫੜੀਏ ਫੁੱਲੀਏ ਬੱਪੜੇ ਪੀ ਤਨ ਵਿੱਚ ਸੁਆਹ। ਦੇਖਣ ਨੂੰ ਬਹੁਤ ਇਹਨਾਂ ਦੇ ਮਗਰ ਪਬਲਿਕ ਹੋਊਗੀ, ਡੇਰੇ ਬੜੇ ਵਧੀਆ ਹੋਣਗੇ, ਚਮਕ ਦਮਕ ਬਹੁਤ ਹੋਊਗੀ, ਪਰ ਅੰਦਰ ਕੀ ਹੋਊਗਾ? ਅੰਦਰ ਸੁਆਹ। ਵਿੱਚ ਕੁਛ ਨਹੀਂ ਹੈ ਲੈਣ ਇਹਨਾਂ ਕੋਲ, ਤਤ ਗਿਆਨ ਵਾਲੀ ਕੋਈ ਗੱਲ ਨਹੀਂ ਹੈ। ਦਿਖਾਵੇ ਦਾ ਸਭ ਕੁਛ ਹੈ। ਬੂਟਾ ਤਕੜਾ ਦਿਖਾਵਾ ਹੈ, ਸਿਹਤ ਚੰਗੀ ਹੈ ਇਹਨਾਂ ਦੀ ਦਿਖਾਵਾ ਹੈ, ਕੱਪੜੇ ਵਧੀਆ ਨੇ, ਫੁੱਲ ਵਧੀਆ ਨੇ, ਦਿਖਾਵਾ ਹੈ, ਬਾਣੇ ਵਧੀਆ ਨੇ, ਸਭ ਦਿਖਾਵਾ ਹੈ। ਆਤਮਾ ਵਧੀਆ ਨਹੀਂ ਹੈ, ਆਤਮ ਗਿਆਨ ਨਹੀਂ ਹੈ। ਹਾਂ ਪੜਦੇ ਦਿੰਦੇ ਆ, ਅਰਦਾਸ ਕਰ ਦਿੰਦੇ ਆ, ਇਹ ਗੱਲਾਂ ਹੈ। ਬਿਨ ਏਕ ਨਾਮ ਆਧਾਰ, ਸਭ ਕਰਮ ਭਰਮ ਵਿਚਾਰ। ਬਿਨ ਏਕ ਨਾਮ ਆਧਾਰ, ਕੇਵਲ ਇੱਕ ਨਾਮ ਦੇ ਆਧਾਰ ਤੋਂ ਬਿਨਾਂ ਜਿਹੜੇ ਸਾਰੇ ਕਰਮ ਨੇ ਭਰਮ ਨੇ, ਇਹ ਬੇਕਾਰ ਨੇ ਸਭ। ਟਾਈਮ ਹੋ ਗਿਆ ਮੇਰੇ ਖਿਆਲ।